ਏਸ਼ੀਆ ਦੀ ਸਭ ਤੋਂ ਵੱਡੀ ਲੁੱਟ ਹੁਣ ਤੱਕ ਦੱਸੀ ਜਾਂਦੀ ਹੈ ਖਾੜਕੂਆਂ ਨੇ ਕੀਤੀ ਜੀ, ਪੌਣੇ 6 ਕਰੋੜ ਦੀ। ਪਰ ਨਾ ਸੰਗਤ ਜੀ, ਏਸ਼ੀਆ ਦੀ ਸਭ ਤੋਂ ਵੱਡੀ ਲੁੱਟ ਕੀਤੀ ਹੈ ਬਾਦਲਾਂ ਨੇ। ਤੇ ਧਾਮੀ ਹੁਣ ਤਾਂ ਸਾਹਬ ਵੀ ਨਹੀਂ ਲਾਂਦਾ ਮੈਂ, ਬੜਾ ਚੀਕਿਆ ਨਾ ਕਿ ਭੌਂਕਾ ਰੱਖਿਆ ਆ ਕਿਸੇ ਨੇ ਖਰੀਦ ਕੇ। ਅੱਜ ਦੱਸਦਾ ਆ ਭੌਂਕਾ ਕੌਣ ਹੈ ਤੇ ਕੌਣ ਖਰੀਦੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, मतलब मेरा तो जी कर रहा भी जुत्ती ला के ना पहला ही साइड ते रख ला, रखूंगा जरूर। जो रखती उस तो तुहाडे उत्ते आ, जे तुहानूं मैं गलत लगदा तो चाहे कमेंटा च ते चाहे जी करे तो मैनू जुत्ती मार दिओ, नहीं तो जिहदा कसूर होया ना कमेंटा च दस दिओ भी गलत किहड़ा आ, जुत्ती जरूर उहदे पैनी चाहिदी है। खैर, कल धामी साहब ने संगत नूं संबोधन हो के कि सारा सिख पंथ उत्थे इकट्ठा है जी, सारा सिख पंथ इकट्ठा सी, सत्कारयोग सारा सिख पंथ, ठीक है जी। ਤੇ ਉਹਨਾਂ ਨੂੰ ਸੰਬੋਧਨ ਹੋ ਕੇ ਕੁਝ ਚੀਜ਼ਾਂ ਕਹੀਆਂ, ਪਹਿਲਾਂ ਉਹ ਸੁਣ ਲੈਂਦੇ ਆ, ਬਾਅਦ ਦੇ ਵਿੱਚ ਦੱਸਦਾ ਆ ਤੁਹਾਨੂੰ ਏਸ਼ੀਆ ਦੀ ਸਭ ਤੋਂ ਵੱਡੀ ਲੁੱਟ ਕਿੱਦਾਂ ਹੋਈ, ਕਿਹਨੇ ਕੀਤੀ, ਕਿਹਨੇ ਕਰਵਾਈ ਤੇ ਕਿੱਦਾਂ ਉਹ ਸਾਰਾ ਕੁਝ ਘੁੰਮ ਫਿਰ ਕੇ ਗਿਆ ਬਾਦਲਾਂ ਦੀ ਜੇਬ 'ਚ। ਤੇ ਇਹ ਆ ਕੇ ਸਾਡੇ ਅਖੌਤੀ ਪ੍ਰਧਾਨ ਜਥੇਦਾਰ ਬਣੇ ਬੈਠੇ ਆ ਜਿਹੜੇ, ਉਹ ਸਾਨੂੰ ਕਹਿੰਦੇ ਆ ਵੀ ਸਰਕਾਰ ਨੇ ਰੱਖੇ ਹੋਏ ਨੇ। ਸਰਕਾਰ ਨੇ ਜੇ ਸਾਨੂੰ ਰੱਖਿਆ ਹੁੰਦਾ ਨਾ ਤਾਂ ਗਨਮੈਨ, ਬੋਡੀਗਾਰਡ, ਇਹ ਉਹ ਗੱਡੀਆਂ ਜਿਹੜੀਆਂ ਤੁਸੀਂ ਕਹਿੰਦੇ ਹੋ, ਗੱਡੀਆਂ ਦੀ ਆਫਰ ਮੈਨੂੰ ਵੀ ਆਈ ਸੀ। ਸੁਖਬੀਰ ਬਾਦਲ ਦਾ ਫੋਨ ਆਇਆ ਸੀ, ਕਹਿੰਦਾ ਸੈਣੀ ਚੁੱਪ ਹੋ ਜਾ, ਆਡੀ ਭੇਜ ਦਿੰਦਾ ਆ। ਪਰ ਕੀ ਕਰਾਂ, ਭਗਵੰਤ ਮਾਨ ਨੇ ਪੌਸ਼ ਭੇਜਤੀ। ਮੈਂ ਕਿਹਾ ਹੁਣ ਸੁਖਬੀਰ ਜੀ ਤੁਹਾਡੀ ਨਹੀਂ ਮੰਨ ਸਕਦਾ, ਭਗਵੰਤ ਨੇ ਤੁਹਾਡੇ ਤੋਂ ਉੱਤੇ ਦੀ ਗੱਡੀ ਭੇਜਤੀ ਆ। ਇਹ ਔਕਾਤ ਤੁਹਾਡੀ ਹੋਊਗੀ ਵਿਕਣ ਦੀ, ਸਾਡੀ ਹੈ ਨਹੀਂ। ਜੋ ਗੁਰੂ ਰਾਮਦਾਸ ਨੇ ਸਾਡੇ ਪੱਲੇ ਪਾਇਆ ਹੈ ਨਾ, ਓਨਾ ਬਹੁਤ ਆ। ਜਦੋਂ ਵੀ ਮਰਾਂਗੇ ਹੱਸ ਕੇ ਉਹਦੇ ਚਰਨਾਂ 'ਚ ਥਾਂ ਮਿਲੂਗੀ। ਤੁਹਾਡੇ ਵਾਂਗ ਨਹੀਂ ਵੀ ਉਹਦੇ ਘਰ 'ਚ ਖੜੇ ਹੋ ਕੇ ਆਏ ਦਿਨ ਚਿੱਟੇ ਝੂਠ ਬੋਲੀਏ, ਚੋਰੀਆਂ ਠੱਗੀਆਂ ਕਰੀਏ, ਧੀਆਂ ਭੈਣਾਂ ਨੂੰ ਛੇੜੀਏ, ਉਹਨਾਂ ਦਾ ਮਜ਼ਾਕ ਬਣਾਈਏ, ਗਰੀਬਾਂ ਨੂੰ ਪ੍ਰਤਾੜਿਤ ਕਰੀਏ। ਆਓ ਸੰਗਤ ਜੀ ਪਹਿਲਾਂ ਸੁਣਾ ਦਾਂ ਧਾਮੀ ਨੇ ਕਿਹਾ ਕੀ ਕੱਲ। ਲੋਕਾਂ ਦੀ ਮੰਗ ਸੀ ਕਿ ਸੈਟੇਲਾਈਟ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਇਹਨੂੰ ਪ੍ਰੋਗਰਾਮ ਨੂੰ ਦੇਖਦੇ ਆ, ਉਹ ਸੰਗਤਾਂ ਦੀ ਮੱਦੇਨਜ਼ਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਉਹਨਾਂ ਦੇ ਆਦੇਸ਼ ਅਨੁਸਾਰ ਉਹ ਇੱਥੇ ਬੈਠ ਕੇ ਜਿਹੜੇ ਅਧਿਕਾਰ ਪਹਿਲਾਂ ਪੀਟੀਸੀ ਕੋਲ ਸੀਗੇ ਉਹ ਖਤਮ ਹੋ ਗਿਆ। ਹੁਣ ਗਾਹਾਂ ਨਵਾਂ ਐਗਰੀਮੈਂਟ ਕੋਈ ਨਹੀਂ ਕੀਤਾ, ਉਹਨਾਂ ਨੇ ਇਹ ਚਲਾਉਣਾ। ਤੇ ਉਹਦੇ ਨਾਲ ਦੀ ਨਾਲ ਜਿਹੜਾ 12 ਲੱਖ ਰੁਪਏ ਦਾ ਬੜਾ ਬਬੇਲਾ ਖੜੂ ਕੀਤਾ ਕਿ ਜੀ 12 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦੇਣਦਾਰ ਘਰ ਭਰ ਦੂਗੀ, ਉਹ ਵੀ ਸਾਰਾ ਮਾਫ ਕੀਤਾ। ਇਹ 3 ਮਹੀਨੇ ਚੱਲੂਗਾ। ਉਸ ਤੋਂ ਬਾਅਦ ਹੋਰ ਨਵਾਂ ਜਿਹੜਾ ਸਿਸਟਮ ਜੇ ਗੁਰੂ ਨੇ ਕਿਰਪਾ ਕੀਤੀ ਉਹ ਵੀ ਲਾਂਚ ਕਰਾਂਗੇ। ਇੱਕ ਧਿਆਨ ਮਨ ਵਿੱਚ ਰੱਖਿਓ ਕਿ ਲਾਂਚ ਹੋਣਾ ਹੀ ਹੋਣਾ ਇਹ, ਪਰ ਸਮਾਂ ਵੱਧ ਘੱਟ ਲੱਗ ਸਕਦਾ, ਇਸ ਕਰਕੇ ਸਾਨੂੰ ਖਿਮਾ ਵੀ ਕਰ ਦਿਓ। ਹਾਂ, ਇਹਦੇ ਵਿੱਚ ਸਭ ਤੋਂ ਪਹਿਲਾਂ ਸੰਗਤ ਜੀ ਨਾਮ ਰੱਖਿਆ ਗਿਆ ਚੈਨਲ ਦਾ ਹਰਿਮੰਦਰ ਸਾਹਿਬ। ਹੁਣ ਹਰਿਮੰਦਰ ਸਾਹਿਬ ਦੇ ਉੱਤੇ ਸੰਗਤ ਨੂੰ ਆਬਜੈਕਸ਼ਨ ਹੋਣੀ ਸੀ, ਹਰੀ ਕਾ ਮੰਦਰ ਪਹਿਲਾਂ ਹੀ ਪ੍ਰਚਾਰ ਰਹੇ ਨੇ ਭਗਮਾ, ਠੀਕ ਹੈ ਜੀ। ਹੁਣ ਉੱਤੇ ਆਬਜੈਕਸ਼ਨ ਹੋਈ ਤਾਂ ਇਹਨਾਂ ਨੇ ਨਾਮ ਰੱਖਿਆ ਦਰਬਾਰ ਸਾਹਿਬ। ਦਰਬਾਰ ਸਾਹਿਬ ਸਿੱਖ ਸੰਗਤ ਨੂੰ ਸਾਰਿਆਂ ਨੂੰ ਸਿਰ ਮੱਥੇ ਪ੍ਰਵਾਨ ਹੈ, ਪਰ ਨਾ ਉੱਤੋਂ ਡੰਡਾ ਚੜਿਆ ਹੋਣਾ ਨਾ ਵੀ ਦਰਬਾਰ ਸਾਹਿਬ ਕਿਉਂ ਰੱਖਿਆ, ਕਿਉਂਕਿ ਇਹ ਸਾਡਾ ਪੁਰਾਤਨ ਨਾਮ ਹੈ। ਹਰਿਮੰਦਰ ਸਾਹਿਬ ਕੋਈ ਨਾਮ ਨਹੀਂ ਹੈਗਾ, ਦਰਬਾਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਸਾਡਾ ਪੁਰਾਤਨ ਨਾਮ ਹੈ, ਠੀਕ ਹੈ ਜੀ। ਉਹ ਹਟਾ ਕੇ ਹੁਣ ਇਹਨਾਂ ਨੇ ਕਰਤਾ ਅੰਮ੍ਰਿਤਸਰ। ਅੰਮ੍ਰਿਤਸਰ ਟੀਵੀ ਮਤਲਬ ਕੀ ਗੱਲ ਧਾਮੀ ਸਾਹਿਬ, ਜਵਾਬ ਇਹਦਾ ਵੀ ਦਿਓ, ਠੀਕ ਹੈ ਜੀ। ਅੰਮ੍ਰਿਤਸਰ ਰੱਖਣ ਵਾਸਤੇ ਕਿਹਨੇ ਕਿਹਾ, ਕਿਹੜੀਆਂ ਸੰਗਤਾਂ ਨੇ ਕਿਹਾ? ਜਿਹੜਾ ਤੁਸੀਂ ਕਹਿ ਰਹੇ ਹੋ ਨਾ ਸੰਗਤਾਂ ਨੇ ਜ਼ੋਰ ਦਿੱਤਾ, ਲੋਕਾਂ ਨੂੰ ਲੱਭਣ 'ਚ ਮੁਸ਼ਕਲ ਹੋਊਗੀ। ਕਿਹਨਾਂ ਨੂੰ ਲੱਭਣ 'ਚ ਮੁਸ਼ਕਲ ਹੋਊਗੀ? ਕਿਸੇ ਨੂੰ ਮੁਸ਼ਕਲ ਨਹੀਂ ਹੋਣੀ। ਤੁਹਾਡੇ ਆਪਣੇ ਜਿਹੜੇ ਹੈ ਨਾ ਵਿਕੇ ਹੋਏ ਦੱਲੇ, ਉਹ ਨਹੀਂ ਖੜ ਸਕਦੇ ਉਹਨਾਂ ਦੇ ਸਾਹਮਣੇ ਜਿਹਨਾਂ ਦਾ ਡੰਡਾ ਉਹਨਾਂ ਦੇ ਉੱਤੇ ਚੱਲਦਾ ਆ। ਆਓ ਅੱਗੇ ਸੁਣਦੇ ਹਾਂ। ਦੂਸਰੀ ਬੇਨਤੀ ਕਿ ਇਹ ਜਿਹੜਾ ਕਾਰਜ ਆ, ਇਸ ਕਾਰਜ ਦੇ ਵਿੱਚ ਅੱਜ ਅੜਚਣਾਂ ਵੀ ਬਹੁਤ ਸਾਰੀਆਂ ਡਾਈਆਂ ਜਾ ਰਹੀਆਂ। ਉਹ ਅੜਚਣਾਂ ਗੁਰੂ ਸਾਹਿਬ ਨੇ ਆਪ ਹੀ ਦੂਰ ਕਰ ਦਿੱਤੀਆਂ ਤੇ ਆਪ ਹੀ ਦੂਰ ਕਰ ਦੇਣੀਆਂ। ਬਿਲਕੁਲ। ਮੈਂ ਆਮ ਜਿਹੜੇ ਮੌਕੇ ਦੇ ਹਾਕਮ ਪੰਜਾਬ ਦੇ, ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਕਾਰਜ ਸਰਕਾਰ ਦੇ ਕਰੋ ਜਿਹੜੇ ਬਹੁਤ ਜ਼ਰੂਰੀ ਆ, ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਕਾਰਜ ਆ ਇਹ ਕਾਰਜ ਕਰਨ ਵਿੱਚ ਸਮਰੱਥ ਆ। ਮੈਂ ਅੱਗੇ ਵੀ ਇੱਕ ਦਿਨ ਇਹ ਗੱਲ ਕਹੀ ਸੀ, ਸਾਨੂੰ ਸਰਕਾਰਾਂ ਦੀ ਨਹੀਂ ਲੋੜ। ਚੇਤਾ ਕਰੋ 1984 ਦਾ ਸਾਕਾ, ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ ਸੀ ਤੇ ਖਾਲਸਾ ਪੰਥ ਨੇ ਉਸਲੇ ਦੇ ਜਿਹੜੇ ਛੇਕੇ ਹੋਏ ਬੂਟਾ ਸਿੰਘ, ਸਰਦਾਰ ਗਿਆਨੀ ਜੈਲ ਸਿੰਘ, ਉਹਨਾਂ ਨੇ ਬਣਵਾ ਵੀ ਲਿਆ। ਪਰ ਜਿਸਲੇ ਪ੍ਰਬੰਧ ਖਾਲਸੇ ਕੋਲ ਆਇਆ
ਨੀਹਾਂ ਤੱਕ ਇੱਕ ਇੱਕ ਇੱਟ ਪੁੱਟ ਕੇ ਖਾਲਸਾ ਪੰਥ ਨੇ ਨਵੀਂ ਰਚਨਾ ਕਰਵਾਈ ਸੀ। ਵੈਰੀ ਗੁੱਡ। ਨਵੀਂ ਰਚਨਾ ਕਰਵਾਈ ਸੀ, ਬਿਲਕੁਲ ਕਰਵਾਈ ਸੀ। ਖਾਲਸਾ ਪੰਥ ਨੇ ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਕਰਵਾਈ ਸੀ। ਤਾਂ ਫਿਰ ਇਹਦੇ ਵਿੱਚ ਉਹ ਵੀ ਬੋਲ ਦਿੰਦਾ ਕਿ ਜਦੋਂ ਅਟੈਕ ਹੋਇਆ 1984 ਦਾ, ਉਸ ਤੋਂ ਬਾਅਦ ਕੌਣ ਹੱਥ ਖੜੇ ਕਰਕੇ ਬਾਹਰ ਆਇਆ ਸੀਗਾ? ਟੌੜਾ, ਰਾਮੂਵਾਲੀਆ, ਬਾਦਲ, ਇਹਨਾਂ ਨੇ ਕਿਹਨਾਂ ਨੇ ਚਿੱਠੀਆਂ ਲਿਖ ਕੇ ਅਕਾਲ ਤਖਤ ਢਵਾਇਆ ਸੀਗਾ। ਚਿੱਠੀਆਂ ਚਾਹੀਦੀਆਂ ਨੇ, ਮੇਰੇ ਕੋਲ ਪਈਆਂ ਹੋਈਆਂ ਨੇ, ਭੇਜ ਦਿੰਦਾ ਆ ਧਾਮੀ। ਕਿਉਂਕਿ ਹੁਣ ਤੂੰ ਸਾਹਿਬ ਕਹਾਣ ਦੇ ਹੱਕਦਾਰ ਨਹੀਂ ਹੈ, ਉਹ ਅੱਗੇ ਪਤਾ ਲੱਗ ਜਾਊ ਕਿਉਂ ਮੈਂ ਹੁਣ ਕਹਿ ਰਿਹਾ ਆ। ਸੰਗਤ ਬੜੀ ਕਮੈਂਟਾਂ 'ਚ ਕਹਿੰਦੀ ਸੀ ਸਾਹਿਬ ਨਾ ਲਾਇਆ ਕਰ। ਸੰਗਤ ਨੂੰ ਉਸ ਦਾ ਵੀ ਅੱਜ ਜਵਾਬ ਮਿਲ ਜਾਊਗਾ। ਜੇ ਇੰਨੀ ਹਿੰਮਤ ਸੀਗੀ ਨਾ ਤਾਂ ਫੇਰ ਨਾਮ ਲੈ ਕੇ ਦੱਸਦਾ ਵੀ ਹੱਥ ਖੜੇ ਕਰਕੇ ਕੌਣ ਆਏ ਸੀ ਤੇ ਕਿਹਨੇ ਢਵਾਇਆ, ਕਿਹਨੇ ਸਿੰਘ ਮਰਵਾਏ, ਕਿਹਨੇ ਹਮਲਾ ਕਰਵਾਇਆ। ਜਿਹੜੇ ਅੱਜ ਰਾਜ ਭਾਗ ਸਾਂਭੀ ਬੈਠੇ ਆ, ਜਿਨ੍ਹਾਂ ਦੀ ਜੁੱਤੀ 'ਚ ਪਾਣੀ ਪੀਣਾ ਤੁਸੀਂ ਗਿੱਝੇ ਹੋ। ਆਓ ਸੁਣੋ ਅੱਗੇ। ਇਹ ਸਾਡਾ ਇਤਿਹਾਸ ਆ, ਸਰਕਾਰਾਂ ਦੀ ਨਹੀਂ ਸਾਨੂੰ ਲੋੜ। ਚੈਨਲ ਅਸੀਂ ਆਪੇ ਗੁਰੂ ਰਾਮਦਾਸ ਪਾਤਸ਼ਾਹ ਨੇ ਆਪੇ ਸਾਡੇ ਕੋਲੋਂ ਬਣਵਾ ਲੈਣੇ ਆ। ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੋ। ਖਾਲਸਾ ਪੰਥ ਜੀ ਤੁਸੀਂ ਵੀ ਸੋਚੋ, ਆ ਬੜੀਆਂ ਵੱਡੀਆਂ ਇੱਕ ਜਿਹੜੀਆਂ ਚੁਣੌਤੀਆਂ ਆ ਰਹੀਆਂ, ਆ ਬੈਠੇ ਸਾਰਾ ਪਰਿਵਾਰ ਸਾਡਾ ਸਿੱਖ ਪੰਥ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਆ ਬੈਠਾ ਪਰਿਵਾਰ ਸਾਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਤੁਹਾਡਾ ਪਰਿਵਾਰ ਸਿਰਫ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਮੈਂਬਰ ਨੇ ਉਹੀ ਰਹਿ ਗਿਆ, ਬਾਕੀ ਸਿੱਖ ਪੰਥ ਕਿੱਥੇ ਆ? ਐਵੇਂ ਕਰੋ ਧਾਮੀ ਸਾਹਿਬ, ਐਵੇਂ ਕਰੋ, ਛੋਟੀ ਜਿਹੀ ਸਲਾਹ ਮੰਨ ਲਓ, ਕਾਲ ਦਿਓ ਇੱਕ ਦਰਬਾਰ ਸਾਹਿਬ ਦੇ ਵਿੱਚ। ਇੱਕ ਪਾਸੇ ਆਪਣਾ ਸਿੱਖ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੱਖ ਲਿਓ, ਦੂਜੇ ਪਾਸੇ ਅਸੀਂ ਆਨੇ ਆ ਸਿੱਖ ਪੰਥ ਜਿਹੜੇ ਘਰਾਂ 'ਚ ਬੈਠੇ ਆ। ਠੀਕ ਹੈ ਜੀ, ਦੋਨੋਂ ਪਾਸੇ ਆਪਣੇ ਆਪਣੇ ਪਰਿਵਾਰ ਖੜੇ ਕਰ ਲਿਓ ਜੇ ਮੰਨਦੇ ਹੋ ਸਿੱਖ ਪੰਥ ਨੂੰ। ਉਸ ਤੋਂ ਬਾਅਦ ਸਿੱਖ ਪੰਥ ਜੋ ਡਿਸੀਜਨ ਲਊਗਾ, ਜੇ ਸਾਡੇ ਵਰਗੇ ਆਮ ਲੋਕ ਵੱਧ ਮਾਤਰਾ ਦੇ ਵਿੱਚ ਵੋਟਾਂ ਪਾਣਗੇ ਕਿ ਆਹ ਗੰਦ ਐਸਜੀਪੀਸੀ ਦਾ ਆਹ ਬੰਦੇ ਕੱਢ ਕੇ ਬਾਹਰ ਕੀਤੇ ਜਾਣ, ਤਾਂ ਬਾਹਰ ਹੋ ਜੇ ਚੁੱਪ ਕਰਕੇ। ਜੇ ਤੁਹਾਡੇ ਵੱਲ ਆਵਾਜ਼ ਜ਼ਿਆਦਾ ਹੋਈ ਤਾਂ ਅਸੀਂ ਚੁੱਪ ਕਰ ਜਾਾਂਗੇ ਹਮੇਸ਼ਾ ਵਾਸਤੇ। ਹਿੰਮਤ ਰੱਖੋ, ਸਾਹਮਣੇ ਆਓ, ਤੱਥਾਂ ਤੇ ਗੱਲ ਕਰੋ। ਕਹਿੰਦੇ ਆ ਨਾ ਕਿ ਵਾਦ ਵਿਵਾਦ ਦੇ ਨਾਲ ਚੀਜ਼ਾਂ ਜਿਹੜੀਆਂ ਹੈਗੀਆਂ ਹੱਲ ਹੁੰਦੀਆਂ ਨੇ, ਤਾਂ ਉਹੀ ਕਹਿ ਰਿਹਾ ਆ, ਕੋਈ ਡਾਂਗਾ ਚੱਕਣ ਨੂੰ ਨਹੀਂ ਕਹਿ ਰਿਹਾ। ਹਿੰਮਤ ਕਰੋ ਇੱਕ ਵਾਰ, ਸਰਬੱਤ ਖਾਲਸਾ ਸੱਦ ਲਓ, ਤੁਹਾਡੀ ਜਾਨ ਨਿਕਲ ਜਾਣੀ ਆ। ਆ ਜਿਹੜਾ ਤੁਹਾਡਾ ਸਿੱਖ ਪੰਥ ਇੱਥੇ ਬੈਠਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਹੜਾ ਵਿੱਚੋਂ ਮਤਲਬ 90% ਤੁਹਾਡੇ ਮੈਂਬਰ ਜਿਹੜੇ ਬਣੇ ਹੋਏ ਨੇ ਉਹੀ ਜ਼ਮੀਨਾਂ ਖਾ ਰਹੇ ਨੇ, ਉਹੀ ਗੋਲਕਾਂ ਖਾ ਰਹੇ ਨੇ। ਜਿੱਥੇ ਹੱਥ ਪੱਲਾ ਵੱਧ ਪੈਂਦਾ ਆ ਉਹ ਉਧਰ ਬਾਦਲਾਂ ਵੱਲ ਪਹੁੰਚਾ ਰਹੇ ਨੇ। ਉਹਨਾਂ ਦਾ ਲੋੜ ਹੀ ਨਹੀਂ। ਉਹ ਮੈਂ ਦੱਸਦਾ ਚਿੱਠੇ, ਏਸ਼ੀਆ ਦੀ ਸਭ ਤੋਂ ਵੱਡੀ ਚੋਰੀ, ਸਭ ਤੋਂ ਵੱਡੀ ਠੱਗੀ ਕਿੱਦਾਂ ਹੋਈ, ਕਿੱਦਾਂ ਕੀਤੀ, ਦੱਸਦਾ ਆ, ਸਾਰਾ ਦੱਸਦਾ ਆ। ਠੀਕ ਹੈ ਸੰਗਤ ਜੀ, ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜੂਗੀ, ਜ਼ਮੀਨ। ਇਹ 1925 ਐਕਟ ਦੀ ਦਹਾਈਆਂ ਦਿੰਦੇ ਨੇ ਨਾ, ਉਸੇ 1925 ਐਕਟ ਦੀਆਂ ਇਹਨਾਂ ਨੇ ਕਿੱਦਾਂ ਧੱਜੀਆਂ ਉਡਾਈਆਂ, ਕਿੱਦਾਂ ਗੁਰੂ ਘਰ ਦੇ ਨਾਮ ਦੇ ਉੱਤੇ ਇਹਨਾਂ ਨੇ ਕਰਜ਼ੇ ਤੱਕ ਚੱਕੇ, ਕਿੱਦਾਂ ਇਹਨਾਂ ਨੇ ਜ਼ਮੀਨਾਂ ਵੇਚੀਆਂ। ਹਲੇ ਧਾਮੀ ਸਾਹਿਬ ਤੁਹਾਡੇ ਸਾਈਨ ਕੀਤੇ ਹੋਏ ਦਸਤਾਵੇਜ਼ ਪਹੁੰਚ ਰਹੇ ਨੇ ਜਿਹੜੀਆਂ ਤੁਸੀਂ ਜ਼ਮੀਨਾਂ ਦਾਨ ਕੀਤੀਆਂ। ਠੀਕ ਹੈ, ਸੌਰੀ ਸਾਹਿਬ ਨਿਕਲ ਗਿਆ ਧਾਮੀ। ਸੁਣ ਅੱਗੇ ਤੂੰ ਕੀ ਕਿਹਾ। ਗੁਰਦੁਆਰਾ ਸਾਹਿਬਾਨ ਜੇ ਲੰਗਰ ਦੀ ਲੋੜ ਪਈ, ਸਰਕਾਰਾਂ ਪਿੱਛੇ ਹਟ ਗਈਆਂ। ਸਭ ਤੋਂ ਪਹਿਲਾ ਕਾਰਜ ਗੁਰੂ ਸਾਹਿਬ ਜੀ ਨੇ ਤਰਸ ਕਰਕੇ ਸੰਗਤਾਂ ਕੋਲੋਂ ਕਰਵਾਇਆ। ਜੇ ਦਵਾਈਆਂ ਦੀ ਲੋੜ ਪਈ, ਸਭ ਤੋਂ ਪਹਿਲਾ ਕਾਰਜ ਸੰਗਤਾਂ ਕੋਲੋਂ ਕਰਵਾਇਆ। ਬਿਲਕੁਲ ਸਹੀ ਕਿਹਾ, ਸੰਗਤਾਂ ਕੋਲੋਂ ਕਰਵਾਇਆ। ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸਾਹਮਣੇ ਆਈ। ਸਭ ਤੋਂ ਪਹਿਲਾਂ ਜੋ ਨੌਜਵਾਨ ਅੱਗੇ ਆਏ ਉਹ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ, ਭਾਈ ਮਨਜੋਤ ਸਿੰਘ ਤਲਵੰਡੀ, ਕਿਸ਼ਤੀਆਂ ਲੈ ਕੇ ਉਹ ਡੁੱਬਦਾ ਹੋਇਆ ਪਾਣੀ 'ਚ ਇੱਥੇ ਤੱਕ ਪਾਣੀ ਤੇ ਲੋਕਾਂ ਨੂੰ ਉਹ ਬਚਾਉਂਦਾ ਫਿਰਦਾ ਸੀ। ਉਸ ਤੋਂ ਬਾਅਦ ਪਾਲ ਖਰੋੜ, ਆਪਣਾ ਫਰਜ਼ ਸੇਵਾ ਸੁਸਾਇਟੀ। ਠੀਕ ਹੈ ਜੀ। ਉਸ ਤੋਂ ਬਾਅਦ ਭਾਨਾ ਸਿੱਧੂ, ਉਹਦਾ ਸਾਰਾ ਗਰੁੱਪ, ਰਾਜ ਸਿੰਘ ਖਾਲਸਾ। ਇਹ ਨੌਜਵਾਨ ਨੇ ਜਿਹੜੇ ਮਿੱਟੀ ਨਾਲ ਮਿੱਟੀ ਹੋਏ। ਇੱਕ ਹੋਰ ਪੱਤਰਕਾਰ ਹੈ, ਉਹਦਾ ਮੈਨੂੰ ਇਨਾਮ ਹੀ ਯਾਦ ਆ ਰਿਹਾ, ਉਹ ਵੀਰ। ਹੁਣ ਤੁਸੀਂ ਕਿਹੜੇ ਹਿਸਾਬ ਨਾਲ ਕਹਿੰਦੇ ਹੋ ਵੀ ਤੁਸੀਂ ਬੜਾ ਕੁਝ ਕੀਤਾ? ਤੁਸੀਂ ਸਿਰਫ ਖਾਨਾ ਪੂਰਤੀਆਂ ਕੀਤੀਆਂ, ਜਾ ਕੇ ਗੱਡੀਆਂ ਖੜੀਆਂ ਕਰਤੀਆਂ। ਲਓ ਜੀ ਲੰਗਰ ਵਰਤਾਇਆ ਜਾ ਰਿਹਾ, ਲਓ ਜੀ ਲੰਗਰ ਪਹੁੰਚਾਇਆ ਜਾ ਰਿਹਾ। ਦਵਾਈਆਂ ਕਿੱਥੇ ਪਹੁੰਚਾਈਆਂ ਦੱਸੋਗੇ? ਆਪਣੇ ਜਿਹੜੇ ਪਾਲੇ ਹੋਏ ਨੇ, ਜਿਹੜੀ ਟਾਸਕ ਫੋਰਸ ਹੈ, ਕਿਉਂ ਉਹਨਾਂ ਨੂੰ ਨਹੀਂ ਕਿਹਾ ਕਿ ਜਾਓ ਜਿੱਥੇ ਜਿੱਥੇ ਗੋਡੇ ਗੋਡੇ ਪਾਣੀ ਆ, ਜਾ ਕੇ ਸੰਗਤਾਂ ਨੂੰ ਕੱਢੋ, ਬਚਾ ਕੇ ਬਾਹਰ ਲੈ ਕੇ ਆਓ? ਮੌਤ ਪੈਂਦੀ ਹੈ ਨਾ ਉੱਥੇ। ਦੇਖ ਖਾ ਕੇ ਗੋਗੜਾਂ ਦੇ ਹੱਥ ਮਾਰ ਕੇ ਬਹਿਣਾ ਸਿੱਖੇ ਹੋ ਬਸ, ਜਾਂ ਅਯਾਸ਼ੀਆਂ ਕਰਨੀਆਂ।
ਦੱਸੋ ਮੈਨੂੰ ਇੱਕ ਫੋਟੋ, ਇੱਕ ਚੀਜ਼ ਭੇਜੋ ਵੀ ਆਹ ਕਿਸ਼ਤੀ ਜੀ ਐਸਜੀਪੀਸੀ ਦੀ ਆ ਤੇ ਆਹ ਐਸਜੀਪੀਸੀ ਦੀ ਫਲਾਈਂਗ ਟੀਮ ਦੇ ਆ ਇੰਸਪੈਕਟਰਾਂ ਨੂੰ ਇਹਨਾਂ ਦੀ ਡਿਊਟੀ ਅਸੀਂ ਲਈ ਸੀ। ਗੁਰੂ ਘਰਾਂ 'ਚ ਹੁਣ ਲੋੜ ਨਹੀਂ ਹੈ, ਪੰਜਾਬ ਨੂੰ ਲੋੜ ਹੈ। ਜਾਓ, ਜਿਹੜੇ ਡੁੱਬ ਰਹੇ ਨੇ ਉਹਨਾਂ ਨੂੰ ਬਚਾਓ, ਉਹਨਾਂ ਦੇ ਘਰ 'ਚ ਜਾ ਕੇ ਰਾਸ਼ਨ ਪਾਓ। ਕਿਸੇ ਇੱਕ ਗਰੀਬ ਦਾ ਘਰ ਪਾਇਆ ਕਦੀ? ਖੂਨ ਪੀਤਾ ਹੋਣਾ ਆ। ਨੌਕਰੀਆਂ ਲਵਾਉਣ ਵਾਸਤੇ 50-50 ਹਜ਼ਾਰ ਰੁਪਈਆ, 2-2 ਲੱਖ ਰੁਪਈਆ ਰਿਸ਼ਵਤ ਲਿੱਤੀ ਆ। ਕੋਈ ਇੰਪਲੋਈ ਐਸਜੀਪੀਸੀ ਦੇ ਵਿੱਚ ਅੱਜ ਨੀਚੇ ਦਰਜੇ ਤੋਂ ਲੈ ਕੇ ਉੱਤੇ ਤੱਕ ਐਸਾ ਨਹੀਂ ਹੋਣਾ ਜਿਹੜਾ ਜੈਕ ਦੇ ਨਾਲ ਨਾ ਆਇਆ ਹੋਵੇ, ਜਿਨ੍ਹਾਂ ਨੂੰ ਰਿਸ਼ਵਤ ਲੈ ਕੇ ਤੁਸੀਂ ਅੰਦਰ ਨਾ ਵਾੜਿਆ ਹੋਵੇ। ਫੇਰ ਤੁਸੀਂ ਪੰਥਕ ਹੋਣ ਦੀ ਦੁਹਾਈ ਦਿੰਦੇ ਹੋ। ਚਲੋ ਅੱਗੇ ਸੁਣਦੇ ਆ, ਪਹਿਲਾਂ ਧਾਮੀ ਕੀ ਕਹਿੰਦਾ। ਸੰਗਤਾਂ ਨੇ ਗੁਰੂ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਰਵਾਇਆ। ਜੇ ਪਸ਼ੂਆਂ ਦੇ ਚਾਰੇ ਦੀ ਲੋੜ ਪਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਰਵਾਇਆ। ਸਾਰੇ ਕਾਰਜ ਨਿਰਵਿਘਨਤਾ ਸਹਿਤ ਚੱਲ ਰਹੇ ਆ। ਸਮੁੱਚੇ ਮੈਨੇਜਰ ਸਾਹਿਬਾਨ, ਸਮੁੱਚੇ ਸਾਡਾ ਸਟਾਫ ਜਿਹੜਾ ਗੁਰਦੁਆਰਾ ਸਾਹਿਬਾਨਾਂ ਦਾ, ਉਹਨਾਂ ਨੂੰ ਵਧਾਈ ਦਿੰਨਾ। ਇਸ ਗੱਲ ਦਾ ਥਾਪੜਾ ਵੀ ਦਿੰਨਾ। ਔਖੀ ਬਿਪਤਾ ਦੇ ਵਿੱਚ ਤੁਸੀਂ ਆਪਣੇ ਪਿੰਡੇ ਤੇ ਉੱਤੇ ਸਾਰਾ ਸੰਤਾਪ ਹਟਾ ਕੇ ਘਰ ਘਰ ਦੇ ਵਿੱਚ ਦੁੱਧ, ਘਰ ਘਰ ਦੇ ਵਿੱਚ ਪਾਣੀ, ਘਰ ਘਰ ਦੇ ਵਿੱਚ ਲੰਗਰ, ਘਰ ਘਰ ਦੇ ਵਿੱਚ ਦਵਾਈਆਂ ਤੁਸੀਂ ਸਾਰੀਆਂ ਪਹੁੰਚਾਈਆਂ। ਵਧਾਈ ਦੇ ਪਾਤਰ ਆ। ਐਸਜੀਪੀਸੀ ਦੇ ਘਰਾਂ ਗਏ ਹੁਣ ਵੀ ਨਹੀਂ ਹੋਈ। ਆ ਜਿਹੜਾ ਸਾਡਾ ਪਰਿਵਾਰ ਬੈਠਾ, ਇਹਨੂੰ ਲੈ ਕੇ ਵੀ ਮੈਂਬਰਾਂ ਦੇ ਘਰ ਭਰੇ ਹੋਣਗੇ, ਨਹੀਂ ਤਾਂ ਨੀਚੇ ਜਿਹੜੇ ਘਰ ਕਾਮੇ ਹੈਗੇ ਨੇ ਉਹਨਾਂ ਨੇ ਭਰ ਲਏ ਹੋਣਗੇ। ਉਹਨਾਂ ਦੇ ਰਿਸ਼ਤੇਦਾਰ ਜਿਹੜੇ ਪਿੰਡ ਡੁੱਬੇ ਮਾੜੇ ਮੋਟੇ ਹੋਣਗੇ, ਉੱਥੇ ਰਿਸ਼ਤੇਦਾਰ ਹੋਣਗੇ, ਉੱਥੇ ਜਾ ਕੇ ਢੇਰੀ ਹੋ ਗਿਆ ਹੋਊਗਾ। ਕਿਉਂਕਿ ਇਹਨਾਂ ਤੇ ਭਰੋਸਾ ਨਹੀਂ ਹੈ। ਇਹ ਨਹੀਂ ਹੈ ਕਿ ਸਾਰੀ ਐਸਜੀਪੀਸੀ ਗੰਦੀ ਹੈ। ਬਹੁਤ ਇੰਪਲੋਈਜ਼ ਨੇ ਜਿਹੜੇ ਬਿਲਕੁਲ ਸਾਫ਼ ਸੁਥਰੇ ਨੇ, ਜਿਹੜੇ ਕਦੀ 1 ਰੁਪਈਆ ਗੋਲਕ ਦਾ ਨਹੀਂ ਖਾਂਦੇ। ਪਰ ਹਾਂ, ਕਲੀਅਰਲੀ ਕਹਿਣਾ 80 ਤੋਂ 90% ਕਰਪਟ ਨੇ। ਉੱਤੇ ਵਾਲੇ, ਥੱਲੇ ਵਾਲੇ ਬੇਸ਼ੱਕ 10% 15% ਹੋਣਗੇ, ਪਰ ਉੱਤੇ ਵਾਲੇ ਤਾਂ 90% ਕਰਪਟ ਨੇ। ਪੰਥ ਨੂੰ ਸਮਰਪਿਤ ਆ। ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਸਟੇਜ ਦੇ ਉੱਤੇ ਤੁਸੀਂ ਵੀ ਖਬਰਦਾਰ ਹੋ ਜਾਓ। ਦਿੱਲੀ ਦੇ ਜਿਹੜੇ ਰਖਵਾਲੇ ਅੱਜ ਰਲੇ ਹੋ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੱਜ ਕਹਿੰਦੀ ਮੈਂ ਪੰਜਾਬ ਦੀ ਧਰਤੀ ਤੇ ਧਰਮ ਪ੍ਰਚਾਰ ਕਰ ਰਹੀ ਹਾਂ, ਉਹਨਾਂ ਧਰਮ ਪ੍ਰਚਾਰ ਕਮੇਟੀਆਂ ਦੇ ਬੁਲਾਰੇ ਉੱਥੋਂ ਸੇਧ ਲੈਂਦੇ ਆ। ਬੀਜੇਪੀ ਤੋਂ, ਪੰਜਾਬ ਤੋਂ ਸੇਧ ਲੈਂਦੇ, ਆਪ ਤੋਂ ਆ ਕੇ। ਆਪ ਦੇ ਵਿੱਚ ਜੇ ਕੋਈ ਗੱਲ ਕਹਿੰਦੀ ਪੰਜਾਬ ਸਰਕਾਰ ਉਹਨੂੰ ਇੰਡੋਰਸ ਕਰਦੇ ਆ। ਤੇ ਉਹਨਾਂ ਦੇ ਚਹੇਤੇ ਅੱਜ ਇੱਥੇ ਯੂਨੀਅਨ ਬਣਾਈ ਜਿਨ੍ਹਾਂ ਨੇ। ਇਹ ਮੈਂ ਤਾਂ ਅੱਜ ਅਨਾਉਂਸ ਕੀਤਾ ਕਿ ਆਹ ਸਾਰਾ ਖਾਲਸਾ ਪੰਥ ਦਾ ਪਰਿਵਾਰ ਆ। ਤੁਹਾਨੂੰ ਲੋਕ ਪੁੱਛਣਗੇ, ਤੁਹਾਨੂੰ ਲੋਕ ਇਤਿਹਾਸ ਨਹੀਂ ਮਾਫ ਕਰੂਗਾ। ਚੇਤਾ ਰੱਖਿਓ, ਮੈਂ ਸਟੇਜ ਤੋਂ ਇਹ ਗੱਲ ਕਹਿ ਰਿਹਾ। ਯੂਨੀਅਨ ਇੱਥੇ ਨਹੀਂ ਬਣਦੀ। ਇਹ ਕੋਈ ਟ੍ਰੇਡ ਨਹੀਂ, ਇਹ ਕੋਈ ਇੰਡਸਟਰੀ ਨਹੀਂ। ਜਿਨ੍ਹਾਂ ਨੇ ਬਣਾਈ, ਖਬਰਦਾਰ ਹੋ ਜਾਓ, ਵਾਪਸ ਹੋਵੋ। ਕਿਉਂ ਵਾਪਸ ਹੋ ਜਾਈਏ? ਹੋਰ ਦੱਸੋ। ਮੈਂ ਬਣਵਾਈ ਆ, ਮੈਂ ਹੀ ਪ੍ਰੋਗਰਾਮਾਂ 'ਚ ਬਾਰ-ਬਾਰ ਕਿਹਾ ਕਿ ਜ਼ਮੀਰਾਂ ਜਗਾਓ। ਪ੍ਰਾਈਵੇਟ ਲਿਮਿਟਡ ਕੰਪਨੀ ਵਾਂਗ ਬਣ ਗਈ ਨਾ ਐਸਜੀਪੀਸੀ। ਹੁਣ ਚੀਕਾਂ ਕਾਹਦੋਂ ਨਿਕਲਦੀਆਂ, ਯੂਨੀਅਨ ਦਾ ਨਾ ਬਣਾਓ, ਵਾਪਸ ਹੋ ਜਾਓ, ਮੁੜ ਜਾਓ। ਸਿੱਖ ਪੰਥ ਇੱਥੇ ਬੈਠਾ, ਕੋਈ ਸਾਡਾ ਸਿੱਖ ਪੰਥ ਨਹੀਂ ਹੈਗਾ ਉੱਥੇ। ਸਾਡੇ ਭਾਅ ਨੂੰ ਇਹ ਗੁਰੂ ਘਰਾਂ ਦੇ ਅੰਦਰ ਅੱਜ ਕੱਲ ਦੇ ਬਣੇ ਹੋਏ ਅਖੌਤੀ ਜਿਹੜੇ ਕਹਿੰਦੇ ਨਾ 20ਵੀਂ ਸਦੀ ਦੇ ਜਿਹੜੇ ਮਸੰਦ ਸੀਗੇ, ਮਹੰਤ ਸੀਗੇ, ਮਹੰਤਾਂ ਤੋਂ ਛਡਾ ਲਿਆ। ਇਹ ਅੱਜ ਦੀ ਸਦੀ ਦੇ ਸਾਡੇ ਜਿਹੜੇ ਹੈਗੇ ਨਾ 21ਵੀਂ ਸਦੀ ਦੇ ਨਵੇਂ ਮਸੰਦ ਨੇ, ਮਹੰਤ ਨੇ, ਜਿਹੜੇ ਗੁਰੂ ਘਰ 'ਚ ਵੜ ਗਏ ਆ। ਕੋਈ ਸਾਡਾ ਇਹ ਪੰਥ ਨਹੀਂ ਹੈਗਾ। ਕਿਉਂਕਿ ਅਗਰ ਪੰਥ ਹੁੰਦਾ ਨਾ ਤਾਂ ਇਸ ਪੰਥ ਵਿੱਚ ਇੱਕ ਵੀ ਬੰਦਾ ਦਾਗੀ ਨਾ ਹੁੰਦਾ। ਤੁਸੀਂ ਚੋਰ, ਡਾਕੂ, ਠੱਗ, ਬਲਾਤਕਾਰੀ ਸਾਰੇ ਤਾਂ ਵਾੜੇ ਆ। ਇੱਕ ਇੱਕ ਦਾ ਸਬੂਤ ਦੇ ਤਾਂ ਬਾਈ ਨੇਮ ਦੱਸਦੇ। ਕਿਸੇ ਨੂੰ ਕੱਢਣ ਦੀ ਹਿੰਮਤ ਹੈਗੀ ਆ? ਨਾ, ਅਸੀਂ ਕਿੱਦਾਂ ਕੱਢ ਲਈਏ? ਠੀਕ ਹੈ, ਚੋਰ ਦੀ ਮਾਂ ਤੇ ਬੁੱਕਲ 'ਚ ਮੂੰਹ। ਪੰਥਕ ਮੁਖੌਟੇ ਪਾ ਕੇ ਆ ਕੇ ਸਾਹਮਣੇ ਸੰਗਤ ਦੀਆਂ ਅੱਖਾਂ 'ਚ ਘੱਟਾ ਪਾਣਾ, ਬਸ ਆਹੀ ਸਿੱਖੇ ਹੋ ਪਿਛਲੇ 4 ਦਹਾਕਿਆਂ ਤੋਂ। ਉੱਤੋਂ ਪੇਸ਼ੇ 'ਚ ਵਕੀਲ ਹੋ। ਝੂਠ ਕਿੰਨੀ ਸਫਾਈ ਨਾਲ ਵਕੀਲ ਬੋਲ ਸਕਦਾ ਉਹ ਤਾਂ ਦੁਨੀਆ ਜਾਣਦੀ ਆ। ਖੈਰ, ਛਿੱਲ ਲਾਉਣ ਨੂੰ ਬੈਠਿਆਂ ਆ, ਦੱਸਦਾ ਆ ਅੱਜ ਕਰਤੂਤਾਂ ਹੋਰ ਵੀ। ਅੱਗੇ ਸੁਣੋ। ਨਹੀਂ ਫਿਰ ਉਹਦਾ ਫਿਰ ਨਤੀਜਾ ਵੀ ਭੁਗਤਣਾ ਪਊਗਾ। ਇਹ ਤੁਹਾਨੂੰ ਗੁੰਮਰਾਹ ਵੀ ਕਰਨਗੇ। ਆਪਾਂ ਗੁੰਮਰਾਹ ਨਹੀਂ ਹੋਣਾ। ਇਹ ਗੁਰੂ ਦਾ ਰਿਹਾ, ਇਹ ਗੁਰੂ ਖਾਲਸੇ ਦੀ ਪੰਥ ਦੀ ਤਸਬੰਧ ਤੋਂ ਚੱਲਦੀ ਸੰਪਰਦਾਇਆ। ਇਹ ਕੋਈ ਪ੍ਰੋਫਿਟ ਨਹੀਂ ਕਮਾਉਂਦੀ, ਪੱਖੇ ਨਹੀਂ ਬਣਾਉਂਦੀ, ਜਾਂ ਕੋਈ ਹੋਰ ਕਾਰਜ ਨਹੀਂ ਬਣਾਉਂਦੀ। ਤੇ ਸ਼ਰਮ ਆਉਣੀ ਚਾਹੀਦੀ ਆ, ਸ਼ਰਮ ਮਹਿਸੂਸ ਹੋਣੀ ਚਾਹੀਦੀ। ਕਿਵੇਂ ਕਰਵਾਇਆ ਕਾਰਜ? ਮੈਂ ਦੱਸਤਾ, ਮੈਨੂੰ ਬਿਲਕੁਲ ਸ਼ਰਮ ਨਹੀਂ ਹੈਗੀ। ਮੈਂ ਕਰਵਾਇਆ ਕਾਰਜ। ਠੀਕ ਹੈ, ਮੈਨੂੰ ਕੋਈ ਸ਼ਰਮ ਨਹੀਂ ਹੈਗੀ। ਮੈਨੂੰ ਖੁਸ਼ੀ ਆ ਉਸ ਗੁਰੂ ਰਾਮਦਾਸ ਨੇ ਇਹ ਸੇਵਾ ਮੇਰੇ ਤੋਂ ਲਿੱਤੀ ਆ। ਤੁਹਾਡੇ ਵਰਗੇ ਜਿਹੜੇ ਇੱਜੜ ਜੋਕਾਂ ਚਿਪਕੀਆਂ ਆ ਨਾ ਉੱਥੇ ਗੁਰੂ ਰਾਮਦਾਸ ਦੇ ਘਰ 'ਚ ਪੰਥਕ ਮੁਖੌਟੇ ਪਾ ਕੇ, ਉਹਨਾਂ ਨੂੰ ਹੁਣ ਥੋੜੀ ਜਿਹੀ ਹਲਚਲ ਮਚੀ ਆ ਨਾ ਤਾਂ ਉਹ ਚੰਗੀ ਆ। ਕਿਉਂਕਿ ਤੁਸੀਂ ਬਸ਼ਰਮ ਹੋ ਗਏ ਹੋ। ਟੋਲਾ ਸਾਰਾ ਬਸ਼ਰਮਾਂ ਦਾ। ਪ੍ਰੋਫੈਸ਼ਨਲ ਗਰੁੱਪ ਆਫ ਸਪੈਸ਼ਲ ਕ੍ਰਿਮੀਨਲਸ। ਯੈਸ, ਯੂ ਆਰ ਓਕੇ। ਸਿਰੇ ਦੀ ਗੰਦ ਪਖੰਡ ਕਮੇਟੀ ਸਬੂਤ ਆ।
ਜੇ ਤੁਸੀਂ ਥੋੜੀ ਸ਼ਰਮ ਰੱਖਦੇ ਨਾ ਤਾਂ ਅੱਗੇ ਜੋ ਸ਼ਬਦ ਬੋਲੇ ਆ ਨਾ ਉਹ ਬੋਲਦੇ ਤੇ ਸਮਾਂ ਰਹਿੰਦਿਆਂ ਸੁਧਰ ਜਾਂਦੇ। ਹੱਥ ਬੰਨ ਕੇ ਮੈਂ ਬੇਨਤੀ ਕੀਤੀ ਸੀ, ਧਾਮੀ ਸਾਹਿਬ ਮੈਂ ਅੱਗੇ ਤੋਂ ਵੀਡੀਓ ਨਹੀਂ ਪਾਉਂਦਾ, ਆ ਗੰਦ ਕੱਢ ਕੇ ਬਾਹਰ ਕਰੋ। ਪਰ ਅਸੀਂ ਕਿੱਦਾਂ ਗੰਦ ਬਾਹਰ ਕਰ ਦਈਏ, ਕਿਉਂਕਿ ਜੇ ਗੰਦ ਬਾਹਰ ਕੱਢਣ ਤੇ ਆ ਕੇ ਤਾਂ ਸਭ ਤੋਂ ਵੱਡੇ ਗੰਦ ਤਾਂ ਅਸੀਂ ਸਾਨੂੰ ਸਭ ਤੋਂ ਪਹਿਲਾਂ ਬਾਹਰ ਹੋਣਾ ਪੈਣਾ ਆ। ਖੈਰ ਆਓ, ਪੰਜਾਬ ਦੀ ਸਰਕਾਰ ਨੇ ਇਹਨਾਂ ਨੂੰ ਵਰਤ ਕੇ ਜਿਹੜੀ ਟ੍ਰੇਡ ਯੂਨੀਅਨ ਨੇ ਅੱਜ ਰਜਿਸਟਰ ਕਰਵਾਈ, ਤੇ ਪੰਜਾਬ ਸਰਕਾਰ ਨੂੰ ਮੈਂ ਸਿੱਧਾ ਦੋਸ਼ੀ ਗਰਦਾਨਦਾ, ਇਹ ਕਾਰਜ ਤੁਸੀਂ ਕੀਤਾ। ਪਿੱਛੇ ਸਾਡੀ ਕਰੂਸ਼ਲ ਤੌਰ ਤੇ ਇੱਕ ਮੀਟਿੰਗ ਸੀ, ਐਗਜ਼ੈਕਟਿਵ ਦੀ ਮੀਟਿੰਗ ਸੀ, ਮੇਰੇ ਕੋਲ ਉਹ ਬੰਦੇ ਆਏ ਜਿਨ੍ਹਾਂ ਨੂੰ ਸੱਦਿਆ ਗਿਆ, ਦੱਸੋ ਕਿੰਨੇ ਪੈਸੇ ਚਾਹੀਦੇ ਆ, ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਦੇ ਵਿੱਚ ਵਿਰੋਧ ਕਰਿਓ। ਇਹ ਪੰਜਾਬ ਸਰਕਾਰ ਕਰ ਰਹੀ ਆ। ਇਹਨਾਂ ਦਾ ਇੱਕ ਕੈਬਨਿਟ ਦਾ ਮੰਤਰੀ ਜਿਹਨੂੰ ਡਾਇਰੈਕਸ਼ਨ ਦਿੱਤੀ ਗਈ ਕਿ ਤੂੰ ਦੇਖ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿੱਥੇ ਕੋਈ ਘਪਲੇਬਾਜ਼ੀ ਹੁੰਦੀ ਆ, ਉਹਨਾਂ ਮੈਂਬਰ ਨੂੰ ਸੱਦ ਕੇ ਉਹਦਾ ਗੁਰੂ ਦੇ ਬਰਖਾਇਓ ਆ। ਉਹ ਮੈਂਬਰ ਡਰਦੇ ਨਹੀਂ, ਗੁਰੂ ਦੀ ਭੈ ਭਾਵਨੀ 'ਚ ਰਹਿਣ ਵਾਲੇ ਆ। ਮੈਨੂੰ ਆ ਕੇ ਦੱਸਿਆ, ਤੈਨੂੰ ਆ ਕੇ ਦੱਸਿਆ, ਤੂੰ ਬੜਾ ਵੱਡਾ ਚੌਧਰੀ ਲੱਗਿਆ, ਤੈਨੂੰ ਆ ਕੇ ਦੱਸਿਆ। ਜੇ ਤੇਰੇ ਮੈਂਬਰ ਨੂੰ ਕਿਸੇ ਨੇ ਕਿਹਾ ਆ ਜਾਂ ਆਫਰ ਦਿੱਤੀ ਆ, ਭਗਵੰਤ ਮਾਨ ਸਰਕਾਰ ਨੇ ਆਫਰ ਦਿੱਤੀ ਹੈ, ਪਰ ਭਗਵੰਤ ਮਾਨ ਸਰਕਾਰ ਦਾ ਕੋਈ ਐਮਐਲਏ ਮੰਤਰੀ ਸੰਤਰੀ ਜੇ ਭੜਕਾ ਰਿਹਾ ਆ, ਬਾਏ ਨੇਮ ਗੱਲ ਕਰ। ਮੈਂ ਬਾਏ ਨੇਮ ਗੱਲ ਕਰਦਾ ਆ, ਅੱਗੇ ਵੀ ਬਾਏ ਨੇਮ ਹੀ ਗੱਲ ਕਰੂੰਗਾ, ਠੀਕ ਹੈ। ਆਹ ਜਿਹੜੇ ਹੈਗੇ ਨੇ ਲੂਣ ਚ ਲਪੇਟ ਕੇ ਨਾ ਜ਼ਹਿਰ, ਤੁਸੀਂ ਆਪਣੇ ਮੂੰਹ 'ਚ ਪਾਓ। ਹੁਣ ਸੰਗਤ ਨੂੰ ਪਤਾ ਆ ਕਿ ਮਿੱਠੇ 'ਚ ਲਪੇਟ ਕੇ ਤੁਸੀਂ ਕੀ ਦੇ ਰਹੇ ਹੋ। ਹੁਣ ਤਾਂ ਮੈਂ ਸਿੱਧਾ ਕਹੂੰਗਾ, ਲੂਣ 'ਚ ਲਪੇਟ ਕੇ ਜੋ ਪਾ ਰਹੇ ਹੋ ਨਾ ਆਪਣੇ ਮੂੰਹ 'ਚ ਪਾਓ, ਸੰਗਤ ਨਹੀਂ ਖਾਂਦੀ। ਮੀਡੀਆ ਗੁੜ 'ਚ ਮਿਲਾ ਕੇ ਮਿੱਠਾ ਜ਼ਹਿਰ ਦੇ ਰਿਹਾ ਆ। ਦੇ ਤਾਂ ਖਾ ਵੀ ਲਿਆ, ਯੂਨੀਅਨਸ ਬਣ ਵੀ ਗਈਆਂ, ਤੁਸੀਂ ਚੀਕਾਂ ਮਾਰੋ। ਆਓ ਅੱਗੇ। ਤੇ ਆਹ ਕਾਰਜ ਅੱਜ ਕਰ ਰਹੇ, ਜੇ ਕੋਈ ਹੋਰ ਬਗਾਉ ਹੁੰਦੇ ਸ਼ਾਇਦ ਵਿਕ ਜਾਂਦੇ। ਇਹ ਆਪਾਂ ਨੂੰ ਅੱਜ ਸੋਚਣਾ ਪਊਗਾ ਕਿ ਇੱਕ ਪਾਸੇ YouTube ਆਪਾਂ ਚੈਨਲ ਚਾਲੂ ਕੀਤਾ, ਸਾਨੂੰ ਦੇ ਦਿਓ, ਅਸੀਂ 24 ਘੰਟਿਆਂ 'ਚ ਚਾਲੂ ਕਰ ਦਿਆਂਗੇ। ਖਾਲਸਾ ਪੰਥ ਚਾਲੂ ਕਰਨ ਦੇ ਸਮਰਾਥਿਆ ਚਾਲੂ ਹੋ ਗਿਆ ਤੇ ਚਾਲੂ ਹੁੰਦਾ ਰਹਿਣਾ, ਚੱਲੀ ਜਾ। ਬਿਲਕੁਲ, ਕਿਆ 24 ਘੰਟੇ ਚਾਲੂ ਕਰ ਦਾਂਗੇ। 3 ਮਹੀਨੇ ਹੁਣ ਵੀ ਪਾ ਰਹੇ ਹੋ। ਸੈਟਅਪ ਲਾਉਣ ਵਾਸਤੇ 4 ਦਿਨ ਨਹੀਂ ਲੱਗਦੇ। ਪਰ ਹਾਂ, ਅਸੀਂ ਜਿਹਨਾਂ ਦੀ ਜੁੱਤੀਆਂ 'ਚ ਪਾਣੀ ਪੀਣਾ ਗਿੱਜੇ ਆ, ਪੀਟੀਸੀ ਤੋਂ ਪਿੱਛੇ ਕਿੱਦਾਂ ਹੋ ਜਾਈਏ। ਫਿਰ ਹਰਸਿਮਰਤ ਦੀ ਨਵੀਂ ਕੰਪਨੀ, ਠੀਕ ਹੈ, ਉਹਦਾ ਵੀ ਸਾਰਾ ਚਿੱਠਾ ਰੱਖਤਾ, ਘੁਮਾ ਫਿਰਾ ਕੇ ਕਿੱਦਾਂ ਬਾਣੀ ਫਿਰ ਤੋਂ ਉਹਨਾਂ ਕੋਲ ਪਹੁੰਚਾ ਰਹੇ ਹੋ। ਤੁਸੀਂ ਤਾਂ ਬਾਣੀ ਵੇਚਣ ਦੇ ਉੱਤੇ ਆ ਗਏ ਹੋ, ਤੁਹਾਨੂੰ ਸ਼ਰਮ ਹੀ ਹੈ ਨਹੀਂ। ਕਾਪੀਰਾਈਟ ਉਹਨਾਂ ਨੂੰ ਦੇਣ ਤੇ ਆ ਗਏ। ਹਲੇ ਤੱਕ ਇੱਕ ਵਾਰ ਮੂੰਹ ਚੋਂ ਨਿਕਲਿਆ ਧਾਮੀ, ਇੱਕ ਵਾਰ ਤੇਰੇ ਜਥੇਦਾਰ ਦੇ ਇੱਕ ਵਾਰ ਮੂੰਹ ਚੋਂ ਨਿਕਲਿਆ ਵੀ ਜਿਹੜੇ ਇੱਛੁਕ ਹੈਗੇ ਨੇ ਚੈਨਲ, ਸਾਰਿਆਂ ਨੂੰ ਰਾਈਟਸ ਦਿੱਤੇ ਜਾਣਗੇ, ਫ੍ਰੀ ਟੂ 에ਅਰ ਹੋਊਗੀ ਗੁਰਬਾਣੀ। ਨਾ, ਸਾਨੂੰ ਮੌਤ ਪੈਂਦੀ ਆ, ਪਿੱਛੋਂ ਡੰਡਾ ਜੋ ਚੜਦਾ ਆ। ਖਬਰੇ ਵੀਡੀਓ ਕਿਹੜੀਆਂ ਤੁਹਾਡੀਆਂ ਵੀ ਬਣਾ ਕੇ ਰੱਖੀਆਂ ਹੋਣਗੀਆਂ ਵੀ ਆਓ ਆਕੜੋ ਸਾਡੇ ਸਾਹਮਣੇ, ਨਹੀਂ ਕਰਦਿਆਂ ਤੁਹਾਨੂੰ ਵੀ ਸੋਸ਼ਲ ਮੀਡੀਆ ਤੇ ਨੰਗੇ। ਬਸ਼ਰਮਾ ਦਾ ਟੋਲਾ, ਮੈਂ ਕਿਹਨੂੰ ਬੋਲਾਂ। ਪਰ ਜੇ ਆਪਾਂ ਸੁਚੇਤ ਨਾ ਹੋਏ, ਆਉਂਦੀ ਨਵੰਬਰ ਆਉਣੀ ਆ, ਤੁਹਾਡਾ ਮੁੱਲ ਪਾਉਣ ਤੇ ਤੁਰਨਗੇ। ਜੇ ਆਪਾਂ ਸੁਚੇਤ ਨਾ ਹੋਏ, ਫਿਰ ਆਪਾਂ ਬਾਅਦ ਦੇ ਵਿੱਚ ਪਛਤਾਵਾਂਗੇ। ਮੈਂ ਅੱਜ ਤਾਂ ਗੱਲਾਂ ਇਹ ਕਰ ਰਿਹਾ ਸਟੇਜ ਤੋਂ, ਭਾਵੇਂ ਅੱਜ ਮੌਕਾ ਆ ਖੁਸ਼ੀ ਦਾ, ਪਰ ਜੇ ਸੁਚੇਤ ਨਾ ਹੋਵਾਂਗੇ, ਕਿਉਂਕਿ ਮੈਨੂੰ ਕੱਲੀ ਗੱਲ ਇੱਥੇ ਪਹੁੰਚ ਜਾਂਦੀ ਆ ਵੀ ਕੀ ਉੱਥੇ ਹੋ ਰਿਹਾ। ਚੀਕਾਂ ਤਾਂ ਨਿਕਲੀਆਂ ਪਈਆਂ ਨੇ ਖੁਸ਼ੀ ਦੇ ਮੌਕੇ ਤੇ, ਸ਼ਕਲ ਰੋਣ ਵਰਗੀ ਹੋਈ ਆ। ਜੇ ਕੋਈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੱਲ ਕਰ ਰਿਹਾ ਹੋਵੇ ਨਾ, ਚਿਹਰੇ ਤੇ ਨੂਰ ਹੀ ਹੋਰ ਹੁੰਦਾ। ਤੇਰੀ ਸ਼ਕਲ ਦੱਸਦੀ ਪਈ ਆ, ਠੀਕ ਹੈ। ਚੋਰੀਆਂ ਫੜੀਆਂ ਗਈਆਂ ਤੇ ਹੁਣ ਤੁਹਾਡੇ ਕੋਲ ਰਾਹ ਨਹੀਂ ਹੈ ਭੱਜਣ ਵਾਸਤੇ, ਸਮਝੇ? ਰਾਹ ਨਹੀਂ ਹੈ ਭੱਜਣ ਵਾਸਤੇ। ਬਾਕੀ ਦੇ ਰਾਹ ਮੈਂ ਅੱਗੇ ਬੰਦ ਕਰ ਦੇਣੇ ਆ ਚਿੱਠੇ ਖੋਲ ਕੇ। ਇੱਕੋ ਹੀ ਕਾਂਡ ਦੀ ਗੱਲ ਕਰਾਂਗਾ, ਸਭ ਤੋਂ ਵੱਡਾ ਤੁਹਾਡਾ ਕਾਂਡ। ਤੁਹਾਡੇ ਸਾਰੇ ਨਾਲੇ ਸੰਗਤ ਨੂੰ ਪਤਾ ਲੱਗ ਜੂਗਾ ਤੁਹਾਡੀਆਂ ਕਰਤੂਤਾਂ, ਤੁਹਾਡੇ ਪੁਰਾਣੇ ਪ੍ਰਧਾਨਾਂ ਦੀਆਂ ਕਰਤੂਤਾਂ, ਸਕੱਤਰਾਂ ਦੀਆਂ ਕਰਤੂਤਾਂ। ਜੇ ਉਹਨਾਂ ਕੋਲ ਪਹੁੰਚ ਰਹੀਆਂ, ਸਾਡੇ ਕੋਲ ਵੀ ਪਹੁੰਚ ਰਹੀਆਂ। ਆ ਪਿੱਛੇ ਇੱਕ ਯਤਨ ਕੀਤਾ ਗਿਆ ਸਿੱਧਾ ਸਰਕਾਰ ਵੱਲੋਂ, ਸਾਡਾ ਇੱਕ ਹੇਤੂ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨੂੰ ਅਪਰੋਚ ਕੀਤੀ ਕਿ ਤੂੰ ਚੱਲ ਇੱਕ ਚੈਨਲ ਚਾਲੂ ਕਰ, ਸ਼੍ਰੋਮਣੀ ਕਮੇਟੀ ਨੂੰ ਗਾਲਾਂ ਕੱਢਿਆ ਕਰਨੀਆਂ, ਤੇ ਤੂੰ ਇਹ ਮਹਾਨ ਕਾਰਜ ਦੇ ਵਿੱਚ ਆਪਣਾ ਯੋਗਦਾਨ ਦਾ, ਤੈਨੂੰ ਗੱਡੀ ਵੀ ਮਿਲੂ, ਤੈਨੂੰ ਬਾਡੀਗਾਰਡ ਵੀ ਮਿਲਣਗੇ, ਤੈਨੂੰ ਤਨਖਾਹ ਵੀ ਮਿਲੂ, ਤੈਨੂੰ ਕੋਠੀ ਵੀ ਮਿਲੂ। ਹੁਣ ਮੈਨੂੰ ਇਹ ਦੱਸ, ਜਿਹੜੇ ਤੇਰੇ ਬੰਦੇ ਨੂੰ ਅਪਰੋਚ ਕੀਤੀ ਉਹਦਾ ਵੀ ਨਾਮ ਨਹੀਂ ਬੋਲਿਆ। ਇਹ ਸਕ੍ਰਿਪਟਾਂ ਜਿਹੜੇ ਲਿਖ ਕੇ ਦਿੰਦੇ ਨੇ ਨਾ ਧਾਮੀ, ਬੜੀਆਂ ਕੱਚੀਆਂ ਨੇ। ਅਸੀਂ ਬਹੁਤ ਪੱਕੇ ਆ ਇਹਨਾਂ ਦੇ ਵਿੱਚ, ਸਾਨੂੰ ਲਿਖਣ ਦੀ ਵੀ ਲੋੜ ਨਹੀਂ, ਰੱਟੇ ਮਾਰਨ ਦੀ ਲੋੜ ਨਹੀਂ, ਸਮਝਿਆ? ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਮਾਰਨ ਦੀ ਲੋੜ ਨਹੀਂ ਹੁੰਦੀ। ਤੁਹਾਡੀਆਂ ਤਰੀਕਾਂ ਲਿਖਣ ਵਾਸਤੇ ਨਾ, ਜਿੱਥੇ ਜਿਹੜੀ ਤਰੀਕ ਨੂੰ ਘਪਲੇ ਕੀਤੇ ਆ,
ਉਹਨਾਂ ਵਾਸਤੇ ਸਿਰਫ ਉਹ ਡੇਟਾਂ ਸਾਨੂੰ ਲਿਖਣੀਆਂ ਪੈਂਦੀਆਂ ਵੀ ਤੁਸੀਂ ਕਿੱਥੇ ਕਿੱਥੇ ਕੁੱਤੀਆਂ ਹਰਕਤਾਂ ਕੀਤੀਆਂ ਨੇ, ਗੁਰੂ ਘਰ ਨੂੰ, ਗੁਰੂ ਨੂੰ ਕਿੱਥੇ ਕਿੱਥੇ ਧੋਖਾ ਦਿੱਤਾ ਹੈ। ਆਹ ਜਿਹੜੀ ਸਕ੍ਰਿਪਟ ਹੈ ਸੰਗਤ ਜੀ, ਅੱਗੇ ਸੁਣੋ, ਬਹੁਤ ਮਜ਼ਾ ਆਊਗਾ। ਮੈਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਦਈ ਆ, ਮੇਰੇ ਤੋਂ ਨਹੀਂ ਇਹ ਕਾਰਜ ਹੋਣਾ, ਗੁਰੂ ਰਾਮਦਾਸ ਦੇ ਦਰ ਨਾਲ ਮੇਰੇ ਤੋਂ ਨਹੀਂ ਭੇਟ ਹੋਣਾ। ਤੇ ਹੁਣ ਇੱਕ ਨਵਾਂ ਕੱਢ ਲਿਆ ਭੌਂਕੂ, ਉਹ ਉੱਥੇ ਬੈਠਦਾ ਰੋਜ਼। ਜੇ 51 ਜਿਹੜੇ ਇੱਥੋਂ ਕਤਾਹੀ ਕੀਤੀ, ਜਿਨ੍ਹਾਂ ਵੀ ਸੇਵਾਦਾਰਾਂ ਨੇ ਜੇ ਸਸਪੈਂਡ ਕੀਤੇ, ਉੱਥੇ ਬੋਲ ਰਿਹਾ ਤੇ ਸ਼੍ਰੋਮਣੀ ਕਮੇਟੀ ਦਾ ਅੱਧਾ ਸਟਾਫ ਖਾਲੀ ਕਰੋ। ਅੱਧਾ ਸਟਾਫ ਜਿਹੜਾ ਆ ਉਹ ਇਹ ਕੁਛ ਨਾ ਕੁਛ ਗਲਤ ਕੰਮ ਕਰਦੇ ਆ। ਬਿਲਕੁਲ ਜੀ, ਮੈਂ ਕਿਹਾ ਅੱਧਾ ਸਟਾਫ ਖਾਲੀ ਕਰੋ। ਜਿਹੜੇ ਕਰਪਟ ਨੇ ਉਹ ਹਰਾਮ ਦੀਆਂ ਮਾਰਾ ਕੱਢੋ। ਭੌਂਕੂ ਨਾਮ ਲੈ ਲੈਂਦਾ ਪ੍ਰੀਤ ਸਿੰਘ ਸੈਣੀ, ਜਾਣ ਕਿਉਂ ਨਿਕਲਦੀ ਸੀ, ਬੋਲ ਦਿੰਦਾ। ਤੇ ਸਰਕਾਰਾਂ ਦਾ ਬਿਠਾਇਆ ਨਹੀਂ ਆ, ਗੁਰੂ ਰਾਮਦਾਸ ਦਾ ਬਿਠਾਇਆ ਆ। ਤੁਹਾਡੀਆਂ ਕਰਤੂਤਾਂ ਹੋਣਗੀਆਂ ਗੱਡੀਆਂ ਲੈਣ ਦੀਆਂ, ਕੋਠੀਆਂ ਲੈਣ ਦੀਆਂ, ਗਨਮੈਨ ਲੈਣ ਦੀਆਂ। ਓਕੇ, ਇਹ ਹਰਾਮਜ਼ਾਦੀਆਂ ਤੁਸੀਂ ਸਿੱਖੇ ਹੋਵੋਗੇ, ਅਸੀਂ ਨਹੀਂ ਸਿੱਖੇ। ਉਸ ਗੁਰੂ ਰਾਮਦਾਸ ਤੇ ਭਰੋਸਾ, ਜਿੰਨੇ ਸਵਾਸ ਉਹਨੇ ਦਿੱਤੇ ਉਹਨੇ ਹੰਢਾ ਕੇ ਜਾਵਾਂਗੇ। ਓਕੇ, ਆਹ ਚੀਜ਼ ਪੱਲੇ ਬੰਨ ਲਓ। ਸੈਣੀ ਨਹੀਂ ਕਰਦਾ ਇਹ ਕਰਤੂਤਾਂ, ਤੁਸੀਂ ਕਰਦੇ ਹੋ। ਅੱਗੇ ਸੁਣੋ। ਤੇ ਜੇ ਅੱਜ 51 ਨੂੰ ਸਸਪੈਂਡ ਕੀਤਾ ਗਿਆ ਤੇ ਹੁਣ ਕਹਿੰਦਾ ਧਾਮੀ ਦਾ ਹਿਟਲਰ ਬਣ ਗਿਆ। ਹਾਂ ਹੈ, ਹਿਟਲਰ ਤੋਂ ਘੱਟ ਹੈ। 51 ਬੰਦੇ ਸਸਪੈਂਡ ਕੀਤੇ, 5-7 ਬੰਦੇ ਉਹ ਚ ਦੋਸ਼ੀ ਨੇ। ਹੁਣ ਤਾਂ ਤਾਰੇ ਆਪਣੇ ਬੰਦੇ ਕਹਿ ਰਹੇ ਨੇ 5 ਦੇ ਖਿਲਾਫ FIR ਕਰ। 51 ਕਾਹਤੋਂ ਮੁਅੱਤਲ ਕੀਤੇ? 2-2 ਲੱਖ ਰੁਪਏ ਉਹਨਾਂ ਦੇ ਸਿਰ ਤੇ ਕਿਉਂ ਪਾਇਆ? ਜਾ ਕੇ ਪੁੱਛ ਲਈ। ਉਹਨਾਂ 51 ਦੇ ਵਿੱਚੋਂ ਕਹਿੰਦੇ ਆਪਣੀ ਧਰਮ ਪਤਨੀ ਦੇ ਗਹਿਣੇ ਵੇਚ ਕੇ ਤੁਹਾਨੂੰ 2 ਲੱਖ ਰੁਪਇਆ ਚੁਕਾਇਆ ਆ। ਨਹੀਂ ਪਤਾ ਲੱਗਦਾ, ਮੇਰੇ ਤੋਂ ਪੁੱਛ ਲਈ, ਮੈਂ ਬਾਈ ਨੇਮ ਦੱਸ ਦੂੰ। ਹੁਣ ਹਿੰਮਤ ਹੈ, ਕੱਢ ਕੇ ਦਿਖਾ ਇੱਕ ਬੰਦਾ SGPC ਚੋਂ, ਕੱਢ ਕੇ ਦਿਖਾ ਇੱਕ ਬੰਦਾ, ਕੱਢ ਕੇ ਦਿਖਾ, ਸਸਪੈਂਡ ਕਰ। ਹਿੰਮਤ ਹੈਗੀ ਜੇ ਤੇਰੇ ਤੇ। ਤੈਨੂੰ ਪਤਾ ਇੱਕ ਬੰਦਾ ਕੱਢੇਗਾ 100 ਜੁੱਤੀਆਂ ਲੈ ਕੇ ਆ ਜਾਣਗੇ। ਖੈਰ ਜੁੱਤੀ ਮੈਂ ਭੁੱਲ ਗਿਆ ਸੀ, ਅੱਗੇ ਕੱਢਣੀ ਸੀਗੀ, ਹੁਣ ਰੱਖ ਦੇਣਾ। ਆਹ ਪਈ ਹੈ ਜੀ ਸੰਗਤ ਜੀ ਜੁੱਤੀ, ਆਹਾ ਠੀਕ ਹੈ ਜੀ, ਆਹ ਰੱਖਤੀ। ਜੇ ਤੁਹਾਨੂੰ ਮੈਂ ਗਲਤ ਲੱਗਦਾ ਨਾ, ਕਮੈਂਟਾਂ ਦੇ ਵਿੱਚ ਸਿੱਧਾ ਲਿਖ ਦਿਓ ਵੀ ਸੈਣੀ ਤੇਰੇ ਪਈ। ਨਹੀਂ ਜੇ ਲੱਗਦਾ ਤਾਂ ਫਿਰ ਦੱਸ ਦਿਓ ਕਮੈਂਟਾਂ ਦੇ ਵਿੱਚ ਕਿਹਦੇ ਪਈ ਤੇ ਕਿਹਦੇ ਪੈਣੀਆਂ ਚਾਹੀਦੀਆਂ ਨੇ। ਕਰਤੂਤਾਂ ਇਹਨਾਂ ਦੀਆਂ, ਸਿਆਣੇ ਮੈਨੂੰ ਦਾਦਾ ਹੀ ਕਹਿੰਦੇ ਹੁੰਦੇ ਸੀ ਕਦੀ, ਪੁੱਤ ਜਿਹਨਾਂ ਦੇ ਕਰਤੂਤਾਂ ਲੁੱਚੀਆਂ ਹੁੰਦੀਆਂ ਨੇ ਨਾ, ਉਹਨਾਂ ਦੀਆਂ ਕੰਧਾਂ ਉੱਚੀਆਂ ਹੁੰਦੀਆਂ ਨੇ। ਉਹੀ ਹਾਲ ਆ, ਦੇਖ ਲਿਓ ਕਿਹੜਾ ਕਿਹੜਾ ਦੇ ਬੰਗਲਿਆਂ ਦੀਆਂ ਕੋਠੀਆਂ ਦੀਆਂ ਕੰਧਾਂ ਉੱਚੀਆਂ ਉੱਚੀਆਂ ਨੇ। ਸਮਝ ਲਓ ਉਹਨਾਂ ਦੀਆਂ ਕਰਤੂਤਾਂ ਫਿਰ ਲੁੱਚੀਆਂ ਲੁੱਚੀਆਂ ਨੇ। ਅੱਗੇ ਸੁਣੋ। ਮੈਂ ਪੁੱਛਣਾ ਚਾਹੁੰਦਾ, ਕਿੰਨਾ ਚਿਰ ਆਪਾਂ ਇਹ ਦੇਖਦੇ, ਤੁਸੀਂ ਮੇਰਾ ਕੰਡਕਟ ਵੀ ਦੇਖਦੇ ਆ। ਮੈਂ ਆ ਸਾਰੀ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਆ ਮੁਲਾਜ਼ਮ, ਮੈਂ ਮੁੱਖ ਸਕੱਤਰ ਹੋਣ ਵੇਲੇ ਤੁਹਾਡੇ ਨਾਲ ਭਰਾਵਾਂ ਵਾਲੀ ਸਾਂਝ ਰੱਖੀ ਤੇ ਅੱਜ ਵੀ ਭਰਾਵਾਂ ਵਾਲੀ ਸਾਂਝ ਰੱਖ ਕੇ ਬੈਠਾ। ਕਈ ਵਾਰੀ ਹੋ ਜਾਂਦਾ ਅੱਗਾ ਪਿੱਛਾ, ਪਰ ਜੇ ਸਰਕਾਰ ਦੀਆਂ ਚਾਲਾਂ 'ਚ ਫਸ ਗਏ ਫਿਰ ਮੈਨੂੰ ਕਸੂਰਵਾਰ ਨਾ ਠਹਿਰਾਇਓ। ਮੈਨੂੰ ਕਸੂਰਵਾਰ ਤਾਂ ਠਹਿਰਾਇਓ ਜੇ ਮੈਂ ਕੋਈ ਕੁਤਾਹੀ ਕਰੂੰਗਾ। ਸਾਰਾ ਅੱਜ ਕੁਤਾਹੀ ਕਰੇਗਾ, ਕੁਤਾਹੀ ਦੱਸੀ ਜਾਂਦੇ ਆ। PTC ਤੋਂ ਰਾਈਟਸ ਲਿੱਤੇ ਸੀ, ਮੁੜ PTC ਦੇ ਪ੍ਰਸਾਰਣ ਸਾਰੀਆਂ ਆਪਣੀਆਂ ਬਿਆਨ ਬੋਲ ਕੇ ਦੇ ਕੇ ਫੇਰ U-ਟਰਨ ਇੱਕਦਮ ਮਾਰ ਕੇ ਜਾ ਕੇ ਫੇਰ ਤਾਂ ਉਹਨਾਂ ਦੀ ਜੁੱਤੀ 'ਚ ਪਾਣੀ ਪੀਣ ਲੱਗ ਪਿਆ। ਇਹ ਕੁਤਾਹੀ ਨਹੀਂ ਆ, ਉਹ ਸਿਆਸਤਦਾਨ ਨਹੀਂ ਹੈ ਕਿ ਧਾਰਮਿਕ ਆਗੂ ਨੇ। ਉਹ ਬਾਦਲ ਟੱਬਰ ਦੱਸ ਦੋ, ਧਾਰਮਿਕ ਆਗੂ ਨੇ ਕਿ ਸਿਆਸਤਦਾਨ ਨੇ? ਸਿਆਸਤ ਚਾਲਾਂ ਚੱਲ ਰਹੀ ਹੈ। ਉਹ ਟੱਬਰ ਜਿੰਨੀਆਂ ਮਰਜ਼ੀ ਚਾਲਾਂ ਚੱਲੇ, ਉਹ ਟੱਬਰ ਜਿੰਨੀਆਂ ਮਰਜ਼ੀ ਕੁਤਾਹੀਆਂ ਕਰੇ, ਉਹ ਕੋਈ ਕਿਸੇ ਪਾਸਿਓਂ ਨਹੀਂ ਆਉਂਦੀਆਂ ਗਿਣਤੀ ਦੇ ਵਿੱਚ। ਬੇਮਤਲਬ ਦੂਜਿਆਂ ਨੂੰ ਦੋਸ਼ ਲਾਈ ਜਾਣਾ। ਮੈਂ ਕਹਿੰਦਾ ਆ, ਮੈਂ ਆਪਣਾ ਖਾਤਾ ਨੰਬਰ ਧਾਮੀ ਸਾਹਿਬ ਤੁਹਾਨੂੰ ਪਹੁੰਚਾ ਦਿੰਦਾ ਆ, ਜਿੰਨੇ ਹੀ ਖਾਤੇ ਚੱਲਦੇ ਆ। ਕਿਸੇ ਇੱਕ ਖਾਤੇ ਦੇ ਵਿੱਚ ਜਾਂ ਜਿੱਥੋਂ ਕਰਾਣੀ ਆ, ਜਿਹੜੀ ਇਨਕੁਆਇਰੀ ਕਰਵਾਉਣੀ ਆ, ਖੁੱਲੀ ਛੁੱਟੀ ਆ ਸੰਗਤ ਜੀ। ਤੁਹਾਨੂੰ ਵੀ ਜਿਹੜੀ ਜਾਂਚ ਕਰਾਣੀ ਆ ਮੇਰੀ ਕਰਵਾ ਲਓ, ਖਾਤੇ ਚੈੱਕ ਕਰਵਾ ਲਓ। ਇੱਕ ਪੈਸਾ ਹਰਾਮ ਦਾ ਜੇ ਮੇਰੇ ਘਰ ਦੇ ਵਿੱਚ ਬਾਹਰੋਂ ਕਦੋਂ ਆਇਆ ਹੋਵੇ ਕਿਤੋਂ ਵੀ, ਮੈਂ ਦੇਣਦਾਰ ਹੋਊਂਗਾ। ਮੇਰੀ ਜੁੱਤੀ ਤੇ ਮੇਰਾ ਹੀ ਸਿਰ ਹੋਊਗਾ। ਇੱਕ ਪੈਸਾ ਜੇ ਕਿਸੇ ਦਾ ਦੇਣਦਾਰ ਹੋਵਾਂ ਜਾਂ ਕਿਸੇ ਤੋਂ ਇੱਕ ਪੈਸਾ ਹਰਾਮ ਦੀ ਕਮਾਈ ਮੈਂ ਕਦੀ ਲਿੱਤੀ ਹੋਵੇ। ਆਓ ਅੱਗੇ ਸੁਣਦੇ ਹਾਂ। ਜ਼ੋਰ ਲਗਾਇਆ ਦੇਸ਼ ਤੇ ਵਿਦੇਸ਼ ਦੇ ਵਿੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਵੇਂ ਬਦਨਾਮ ਕਰਨਾ। ਹੁਣ ਇੱਥੇ ਤਾਂ ਵੀ ਜੀ ਤੁਹਾਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ। ਫੇਰ ਤੋਂ ਜੀ ਨਿਕਲ ਜਾਣਾ। ਕੀ ਕਰੀਏ, ਮਾਪਿਆਂ ਨੇ ਸੰਸਕਾਰ ਦਿੱਤੇ ਨੇ ਵੀ ਚਿੱਟਾ ਦਾੜਾ ਜਿਹਨਾਂ ਦੇ ਮੂੰਹ ਤੇ ਹੈਗਾ ਆ ਉਹਨਾਂ ਨੂੰ ਸਤਿਕਾਰ ਨਾਲ ਬੁਲਾਣਾ ਆ। ਤਾਂ ਵੀ ਇੱਥੇ ਬਿਲਕੁਲ ਸ਼ਰਮ ਨਹੀਂ ਆਈ। ਦੇਸ਼ ਤੇ ਵਿਦੇਸ਼ ਦੇ ਵਿੱਚ ਜ਼ੋਰ ਲੱਗਾ ਆ ਕਿ SGPC ਨੂੰ ਬਦਨਾਮ ਕੀਤਾ ਜਾਵੇ। ਤੁਹਾਨੂੰ ਸ਼ਰਮ ਨਹੀਂ ਆਉਂਦੀ? SGPC ਬਾਹਰ ਵਿਦੇਸ਼ਾਂ 'ਚ ਜਾ ਕੇ ਕਿੰਨਾ ਫੰਡ ਇਕੱਠਾ ਕਰਕੇ ਲੈ ਕੇ ਆਉਂਦੀ ਹੈ। ਕਰੋੜਾਂ ਰੁਪਏ ਦਾ ਫੰਡ ਵਿਦੇਸ਼ਾਂ 'ਚੋਂ ਤੁਹਾਨੂੰ ਆਉਂਦਾ ਹੈ। ਵਿਦੇਸ਼ਾਂ ਤੋਂ ਹੀ
ਉਹ ਸਿੱਖ ਸੰਗਤ ਜਿਹੜੇ ਸੋਨੇ ਦੇ ਤੁਹਾਨੂੰ 20 ਚੀਜ਼ਾਂ ਬਣਾ ਕੇ ਭੇਜਦੀ ਆ। ਤੇ ਸੰਗਤ ਜੀ ਦੱਸਦਾ, ਜਿਹਨਾਂ ਨੇ ਸੋਨੇ ਦੇ ਵੱਡੇ ਵੱਡੇ ਇਹਨਾਂ ਨੂੰ ਗਮਲੇ ਬਣਾ ਕੇ ਦਿੱਤੇ, ਸਾਹਮਣੇ ਲੈਂਪ ਪਏ ਸੀ ਵੱਡੇ ਵੱਡੇ, 3 ਲੈਂਪ ਆਏ ਸੀਗੇ, 2 ਇੱਕ ਵਾਰ ਤੇ ਇੱਕ ਵਾਰ ਖਾ ਗਏ ਉਹ ਵੀ। ਹੁਣ ਇੱਥੇ ਜੁੱਤੀਆਂ ਪੈ ਰਹੀਆਂ ਤਾਂ ਸ਼ਾਇਦ ਕੱਢ ਕੇ ਲਿਆ ਕੇ ਰੱਖ ਦੇਣ। ਤੁਹਾਨੂੰ ਪਤਾ ਹੋਊਗਾ, ਬੜੀ ਖਬਰ ਨਿਊਜ਼ਪੇਪਰ 'ਚ ਆਈ ਸੀ, ਨਿਊਜ਼ ਦੇ ਵਿੱਚ ਚੱਲੀ ਸੀ ਕਿ ਇਸ ਬਾਹਰ ਦੀਆਂ ਸੰਗਤਾਂ ਨੇ ਸੋਨੇ ਦੇ ਲੈਂਪ ਬਣਾ ਕੇ, ਇੰਨੇ ਵੱਡੇ ਵੱਡੇ ਲੈਂਪ ਸੀ, ਛੋਟੇ ਨਹੀਂ ਸੀ। ਕਿੱਥੇ ਨੇ ਉਹ ਲੈਂਪ? ਪਸੰਦ ਆ ਗਏ ਹੋਣਗੇ, ਜਾ ਕੇ ਕੋਠੀ ਦੇਖਣੀ ਪੈਣੀ ਆ ਵੀ ਉੱਥੇ ਕੋਠੀ 'ਚ ਕਿਸੇ ਪਾਸੇ ਰੱਖਿਆ ਕਿ ਨਹੀਂ ਰੱਖੇ। ਜਿਹਦਾ ਦਰਸ਼ਨੀ ਡਿਊੜੀ ਦੇ ਹਾਥੀ ਦੰਦ ਲੱਗੇ ਹੋਏ ਦਰਵਾਜ਼ੇ ਭੂਰੀ ਵਾਲੇ ਨੇ ਜਿਹੜੇ ਦਿੱਤੇ ਸੀ। ਬਸ਼ਰਮ ਹੋ ਗਏ ਹੋ ਤੁਸੀਂ, ਤੁਹਾਨੂੰ ਮਾਸਾ ਸ਼ਰਮ ਨਹੀਂ ਹੈਗੀ। ਘਰ ਦੀਆਂ ਚੀਜ਼ਾਂ, ਗੁਰੂ ਘਰ ਦੀਆਂ ਚੀਜ਼ਾਂ ਆਪ ਦੱਬੀ ਜਾਂਦੇ ਹੋ, ਖਾਈ ਜਾਂਦੇ ਹੋ, ਡਕਾਰ ਵੀ ਨਹੀਂ ਮਾਰਦੇ ਤਾਂ ਸਟੇਜਾਂ ਉੱਤੇ ਆ ਕੇ ਆਪਣੇ ਨੂੰ ਪੰਥਕ ਹੋਣ ਦੀ ਦਹਾਈ ਦਿੰਦੇ ਹੋ। ਤਾਂ ਹੀ ਜੁੱਤੀ ਰੱਖੀ ਅੱਜ ਮੈਂ ਕੱਢ ਕੇ, ਤਾਂ ਹੀ ਰੱਖੀ ਹੈ। ਮੈਂ ਗਲਤ ਹੋਊਂਗਾ ਸੰਗਤ ਮੇਰੇ ਬਾਰੇ, ਮੈਨੂੰ ਫਰਕ ਨਹੀਂ ਪੈਂਦਾ, ਮੈਨੂੰ ਪਤਾ ਲੱਗੂਗਾ ਮੈਂ ਗਲਤ ਹਾਂ, ਪਰ ਤੁਹਾਡੇ ਤਾਂ ਇੰਨੀਆਂ ਪੈਂਦੀਆਂ ਨੇ, ਤੁਹਾਨੂੰ ਫੇਰ ਵੀ ਸ਼ਰਮ ਨਹੀਂ ਆਉਂਦੀ। ਅੱਜ ਮੈਂ ਤਾਂ ਕੱਢ ਕੇ ਰੱਖੀ ਆ ਵੀ ਭਾਈ ਹਰ ਬੰਦਾ ਜੁੱਤੀ ਮਾਰੋ ਵੀ ਸ਼ਾਇਦ ਸ਼ਰਮ ਆ ਜਾਵੇ, ਸ਼ਾਇਦ ਆ ਜਾਵੇ, ਅਣਖ ਜਾਗ ਜਾਵੇ। ਪਰ ਤੁਹਾਡਾ ਉਹੀ ਹਾਲ ਆ ਵੀ ਜਿੱਦਾਂ ਇੱਕ ਕਹਿੰਦੇ ਨੇ ਕਿ ਰਾਜੇ ਦੀ ਇੱਕ ਪ੍ਰਜਾ ਸੀਗੀ ਤੇ ਉਹ ਪ੍ਰਜਾ ਬਾਹਲੀ ਪਹਿਲਾਂ ਡਰੀ ਹੋਈ ਸੀ। ਜਿਹੜਾ ਪਹਿਲਾਂ ਸੀਗਾ ਉਹ ਬਹੁਤ ਕਮੀਨਾ ਸੀ, ਬਹੁਤ ਉਹਨੇ ਅਤਿਆਚਾਰ ਕੀਤੇ ਸੀ। ਤੇ ਉਸ ਤੋਂ ਬਾਅਦ ਜਿਹੜਾ ਨਵਾਂ ਰਾਜਾ ਆਂਦਾ ਤੇ ਉਹ ਦੇਖਦਾ ਵੀ ਬਹੁਤ ਡਰੀ ਹੋਈ ਹੈਗੀ ਆ ਸਾਰੀ ਦੀ ਸਾਰੀ ਸਾਡੀ ਪ੍ਰਜਾ, ਵੀ ਇਹਨਾਂ ਦੇ ਵਿੱਚ ਅਣਖ ਕਿੰਨੀ ਕੀ ਬਾਕੀ ਆ, ਮੈਂ ਦੇਖਦਾ ਆ। ਉਹਨੇ ਪਹਿਲਾਂ ਤਾਂ ਵਿਆਜ ਲਾਤਾ, ਸੁਣੀ ਹੋਊਗੀ ਤੁਸੀਂ ਸਾਰਿਆਂ ਨੇ, ਸਾਰੇ ਵਿਆਜ ਦੇਣ ਲੱਗ ਪਏ। ਉਹ ਕਹਿੰਦੇ ਵੀ ਹੁਣ ਤਾਂ ਇਹ ਤਾਂ ਬਿਨਾਂ ਮਤਲਬ ਤੋਂ ਵਿਆਜ ਦੇਈ ਜਾਂਦੇ ਆ। ਫਿਰ ਜਿੱਥੋਂ ਲੰਘ ਕੇ ਜਾਂਦੇ ਸੀ ਉੱਥੇ ਜਿਹੜਾ ਟੋਲ ਹੁੰਦਾ ਆ, ਉੱਥੇ ਇੱਕ ਇੱਕ ਜੁੱਤੀ ਸਾਰਿਆਂ ਦੇ ਪੈਣ ਲੱਗ ਪਈ। ਠੀਕ ਹੈ, ਉਹ ਇੱਕ ਇੱਕ ਜੁੱਤੀ ਖਾ ਕੇ ਵੀ ਜਾਣ ਲੱਗ ਪਏ। ਫਿਰ 2-2 ਪੈਣ ਲੱਗ ਪਈਆਂ, 2-2 ਖਾ ਕੇ ਜਾਣ ਲੱਗ ਪਏ। ਉਸ ਤੋਂ ਬਾਅਦ ਇੱਕ ਵਾਰ ਦੇਖਦੇ ਆ ਵੀ ਉਹ ਜੁੱਤੀਆਂ ਜਿਹੜਾ ਮਾਰ ਰਿਹਾ ਹੁੰਦਾ ਹੈ ਨਾ, ਉਹ ਇੱਕ ਦੋ ਬੰਦੇ ਨਹੀਂ ਆਉਂਦੇ ਤੇ ਉਹ ਸੋਚਦੇ ਨੇ ਵੀ ਯਾਰ ਬੰਦੇ ਨਹੀਂ ਆਏ, ਕਾਫੀ ਟਾਈਮ ਹੋ ਗਿਆ ਆ ਤੇ ਹੁਣ ਮਤਲਬ ਜ਼ਮੀਰ ਇਹਨਾਂ ਦਾ ਸ਼ਾਇਦ ਜਾਗ ਗਿਆ ਵੀ ਟੋਲ ਸਾਰਾ ਖਾਲੀ ਪਿਆ ਆ, 1-2 ਬੰਦੇ ਸਿਰਫ ਜੁੱਤੀਆਂ ਖਾ ਕੇ ਲੰਘ ਗਏ, ਬਾਕੀ ਸਾਰੇ ਰੁਕੇ ਆ। ਉਹ ਸਾਰੇ ਪਿੱਛੇ ਸਲਾਹ ਕਰਦੇ ਪਏ ਸੀ ਵੀ ਰੋਜ਼ ਅਸੀਂ ਲੰਘਦੇ ਹਾਂ, ਵੀ ਰੋਜ਼ ਸਾਨੂੰ ਜੁੱਤੀਆਂ ਪੈਂਦੀਆਂ ਨੇ, ਸਾਡਾ ਸਮਾਂ ਬੜਾ ਖਰਾਬ ਹੁੰਦਾ, ਲਾਈਨ ਬੜੀ ਲੰਬੀ ਲੱਗੀ ਹੁੰਦੀ ਹੈ। ਤਾਂ ਉਹ ਸਾਰੇ ਸਲਾਹ ਕਰਕੇ ਰਾਜੇ ਕੋਲ ਜਾਂਦੇ ਨੇ, ਕਹਿੰਦੇ ਜੀ ਮਹੀਨੇ ਦੀਆਂ ਇਕੱਠੀਆਂ ਜੁੱਤੀਆਂ ਮਾਰ ਲਓ ਸਾਨੂੰ ਤੇ ਆਣ ਜਾਣ ਦਿਆ ਕਰੋ। ਸਮਝ ਆ ਗਈ? ਮਹੀਨੇ ਦੀਆਂ ਇਕੱਠੀਆਂ। ਇੰਨੇ ਜ਼ਮੀਰ ਉਹਨਾਂ ਦੇ ਮਰ ਗਏ ਸੀ ਤੇ ਉਦਾਂ ਹੀ ਜ਼ਮੀਰ ਸ਼ਾਇਦ ਤੁਹਾਡੇ ਵੀ ਮਰ ਗਏ ਆ। ਤੁਸੀਂ ਵੀ ਉਹੀ ਮਤਲਬ ਲਾਣੇ ਦੇ ਵਿੱਚ ਆ ਗਏ ਹੋ ਵੀ ਇਕੱਠੀਆਂ ਮਹੀਨੇ ਦੀਆਂ ਜੁੱਤੀਆਂ ਮਾਰ ਲਓ ਪਰ ਸਾਨੂੰ ਆਣ ਜਾਣ ਦਿਓ, SGPC ਤੋਂ ਬਾਹਰ ਨਾ ਕੱਢੋ। ਲਾਣ ਤਾਂ ਜਿੰਨੀਆਂ ਮਰਜ਼ੀ ਪਾ ਲਓ, ਜੁੱਤੀ ਜਿੰਨੀ ਮਰਜ਼ੀ ਫੇਰ ਲਓ, ਸਾਨੂੰ SGPC ਤੋਂ ਬਾਹਰ ਨਾ ਕੱਢੋ। ਅਸੀਂ ਤਾਂ ਜਿਹਨਾਂ ਦੇ ਜੁੱਤੀ 'ਚ ਪਾਣੀ ਪੀਣਾ ਆ, ਠੀਕ ਹੈ, ਜਿਹਨਾਂ ਦਾ ਪਾਣੀ ਭਰਨਾ, ਅਸੀਂ ਤਾਂ ਉੱਥੇ ਹੀ ਭਰਦੇ ਰਹਿਣਾ। ਖੈਰ ਆਓ ਅੱਗੇ। ਆਮੀ ਦਾ ਚੱਕਰ ਸਿੱਟੀ ਜਾ, ਮੈਂ ਖੇੜੇ ਮੱਥੇ ਦਰ ਦੇ ਉੱਤੇ ਝੋਲੀ 'ਚ ਪਵਾ ਲਊਂਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉੱਤੇ ਨਾ ਸਿੱਟੋ। ਇਹ ਸੰਸਥਾ ਆ, ਇਹ ਉਹ ਸੰਸਥਾ ਜਿਹੜਾ 103 ਸਾਲ ਦਾ ਇਤਿਹਾਸ ਆ ਤੇ 103 ਸਾਲ ਇਤਿਹਾਸ ਦੇ ਵਿੱਚ ਸਰਕਾਰ ਨੇ ਸਿੱਧੀ ਦਖਲਅੰਦਾਜ਼ੀ ਨਹੀਂ ਕੀਤੀ। ਆ ਜਾਓ, ਬਸ ਇੰਨਾ ਬਹੁਤ ਹੈ, ਇਹ ਤਾਂ ਚੱਲੀ ਜਾਣਾ ਨੇ, ਬੋਲੀ ਜਾਣਾ। 103 ਸਾਲ ਦਾ ਇਤਿਹਾਸ 2002 ਦੇ ਵਿੱਚ ਹੀ ਕੈਪਟਨ ਨੇ ਚਿੱਠਾ ਲਿਖਿਆ ਸੀ, ਉਹ ਮੈਂ ਲਾ ਦਿੱਤਾ ਸੀ, ਸਾਰਾ ਦੱਸ ਹੀ ਦਿੱਤਾ ਸੀਗਾ। ਠੀਕ ਹੈ, ਉਸ ਤੋਂ ਬਾਅਦ ਮੇਰੇ ਉੱਤੇ ਧਾਮੀ ਤੇ ਚਿੱਕੜ ਸੁੱਟੋ, ਮੈਨੂੰ ਫਰਕ ਨਹੀਂ ਪੈਂਦਾ, ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਚਿੱਕੜ ਨਾ ਸੁੱਟੋ। ਹੁਣ ਮੈਨੂੰ ਧਾਮੀ ਇਹ ਦੱਸ, ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਕੋਈ ਹੋਰ ਹੈ ਤੇ ਹਰਜਿੰਦਰ ਸਿੰਘ ਧਾਮੀ ਦੋ ਸ਼ਖਸੀਅਤਾਂ ਅਲੱਗ-ਅਲੱਗ ਨੇ? ਤਾਂ ਜੇ ਉਸ ਅਹੁਦੇ ਤੇ ਬੈਠਿਆ ਤਾਂ ਜੁੱਤੀਆਂ ਪੈਣਗੀਆਂ ਹੀ ਜੇ ਗਲਤ ਕਰਤੂਤਾ ਕਰੋਗੇ। ਸ਼ਰਮ ਤੁਸੀਂ ਜਮਾ ਹੀ ਵੇਚ ਖਾਧੀ ਆ, ਕੁਝ ਹੋਰ ਨਹੀਂ ਮਿਲਦਾ ਤਾਂ ਸਰਕਾਰਾਂ ਨੇ ਮਾੜਾ ਕਰਤਾ। ਤੁਸੀਂ ਜਿਹੜਾ ਭਗਵਾਂ ਕਰਨ ਅੰਦਰ ਕੀਤਾ ਹੈ ਗੁਰੂ ਘਰਾਂ 'ਚ, ਉਹ ਜਿਹੜੇ ਨਿਸ਼ਾਨ ਝੂਲਦੇ ਨੇ ਸਾਡੇ ਆ, 20 ਵਾਰ ਮੈਂ ਕਹਿ ਚੁੱਕਿਆ, ਨੀਲੇ ਨਿਸ਼ਾਨ ਨਾਲ ਨੀਲਾ ਰੰਗ ਆ ਸਾਡਾ। ਚਲਾਇਆ ਕਦੀ ਨਾ? ਉੱਥੇ ਮੌਤ ਪੈਂਦੀ ਆ, ਚਲਾ ਕੇ ਦੇਖੋ। ਉੱਤੇ ਬੈਠੇ ਹੋਏ ਤੁਹਾਡੇ ਜਿਹੜੇ ਆਕਾ ਹੈਗੇ ਨੇ, ਉਹਨਾਂ ਨੇ ਤੁਹਾਡੀ ਜਾਨ ਕੱਢ ਦੇਣੀ ਆ। ਤੁਸੀਂ ਕਹਿੰਦੇ ਹੋ ਵੀ ਸਿੱਖ ਕੌਮ ਨੂੰ ਖਤਰਾ, ਪੰਥ ਨੂੰ ਖਤਰਾ, ਪਰ ਖਤਰਾ ਕਿਤੋਂ ਆ? ਸਭ ਤੋਂ ਵੱਧ ਭਗਵੇਂ ਤੋਂ ਆ, RSS ਤੋਂ ਆ, ਉਹਦਾ ਅੰਦਰ ਬੜੀ ਬੈਠੇ ਆ। ਹਿੰਮਤ ਹੈਗੀ ਆ ਤਾਂ ਨਿਸ਼ਾਨ ਪੁਰਾਤਨ ਚਲਾਓ, ਪਤਾ ਲੱਗ ਜੂ ਪੰਥ ਜਾਗਦਾ ਆ। ਜਿੰਨਾ ਗੰਦ ਹੈ ਸ਼੍ਰੋਮਣੀ ਕਮੇਟੀ ਦੇ, ਜਿਹੜੇ ਤੁਹਾਡੀਆਂ ਆਪਣੇ ਫਲਾਈਂਗ ਨੇ ਜਿਹਨਾਂ ਉੱਤੇ ਕਾਰਵਾਈਆਂ ਕੀਤੀਆਂ, ਕੱਢ ਕੇ ਬਾਹਰ ਮਾਰੋ, ਪਤਾ ਲੱਗ ਜੂਗਾ ਪੰਥ ਜਾਗਦਾ। ਵਾਕਈ ਪੰਥਕ ਹੋ ਤੁਸੀਂ, ਪਰ ਨਾ, ਉਹ ਅਸੀਂ ਕਿੱਦਾਂ ਕਰੀਏ? ਆਓ ਸੰਗਤ ਜੀ, ਹੁਣ ਤੁਹਾਨੂੰ ਦੱਸਦਾ ਆ ਮੈਂ ਕਿ ਇਹਨਾਂ ਦੀਆਂ ਕਰਤੂਤਾਂ ਕੀ ਨੇ। ਜਿਹੜਾ ਅਸੀਂ ਕਹਿੰਦੇ ਆ ਕਿ 6.25 ਕਰੋੜ ਦਾ ਜਿਹੜਾ ਸਭ ਤੋਂ ਵੱਡਾ ਏਸ਼ੀਆ ਦਾ ਡਾਕਾ ਸੀਗਾ, ਉਹ ਖਾੜਕੂਆਂ ਨੇ ਮਾਰਿਆ ਸੀਗਾ ਲੁਧਿਆਣੇ ਦੇ ਵਿੱਚ। ਠੀਕ ਹੈ ਨਾ? ਹਾਂਜੀ, ਦਲਜੀਤ ਸਿੰਘ ਬਿੱਟੂ ਹੁਣਾਂ ਵਾਲੀ ਗੱਲ ਕਰ ਰਿਹਾ ਮੈਂ। ਠੀਕ ਹੈ, ਉਹ ਤਾਂ ਡਾਕਾ ਕੁਛ ਵੀ ਨਹੀਂ ਸੀ, ਉਹ ਡਾਕਾ ਕੁਛ ਵੀ ਨਹੀਂ ਸੀ। ਨਾਲੇ ਉਹਨਾਂ ਨੇ ਆਪਣੇ ਨਿੱਜ ਵਾਸਤੇ ਨਹੀਂ ਸੀ ਮਾਰਿਆ, ਉਰੇ ਇਹਨਾਂ ਨੇ ਡਾਕਾ ਆਪਣੇ ਨਿੱਜ ਵਾਸਤੇ ਮਾਰਿਆ। ਤੇ ਕਿੰਨਾ ਵੱਡਾ ਡਾਕਾ ਆਪਣੇ ਨਿੱਜ ਵਾਸਤੇ ਮਾਰਿਆ, ਤੱਥਾਂ ਦੇ ਨਾਲ, ਸਬੂਤਾਂ ਦੇ ਨਾਲ
ਚਲਾ ਰਿਹਾ ਹਾਂ। ਧਿਆਨ ਨਾਲ ਸੁਣਿਓ, ਕਿਉਂਕਿ ਮੈਂ ਲਿਖ ਕੇ ਰੱਖੀਆਂ ਨੇ ਇਹਨਾਂ ਦੀਆਂ ਕਰਤੂਤਾਂ, ਤੇ ਅੰਤ ਤੱਕ ਜ਼ਰੂਰ ਦੇਖਿਓ, ਤੁਹਾਨੂੰ ਸਮਝ ਆਊਗਾ ਵੀ ਇਹਨਾਂ ਨੇ ਕਿਸ ਹੱਦ ਤੱਕ ਸਿੱਖ ਪੰਥ ਨੂੰ, ਗੁਰੂ ਦੀ ਗੋਲਕ ਨੂੰ, ਗੁਰੂ ਦੀਆਂ ਜ਼ਮੀਨਾਂ ਨੂੰ ਘੁਣ ਲਾਇਆ। ਠੀਕ ਹੈ, ਭਾਈ ਰਘੁਵੀਰ ਸਿੰਘ ਰਾਜਾ ਸਾਸੀ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ, ਤੁਹਾਨੂੰ ਦੱਸਿਆ ਸੀਗਾ, ਪੀਲੀ ਕੋਠੀ ਜਿਨ੍ਹਾਂ ਨੇ ਮਾਤਾ ਦੀ ਆਪਣੇ ਨਾਮ ਕਰਵਾ ਲਈ ਸੀ, ਵੇਚਤੀ ਸੀ। ਪਰ ਆਹ ਜਿਹੜੀ ਗੱਲ ਦੱਸਣ ਲੱਗਿਆ ਨਾ, ਮੈਂ ਸੱਚੀ ਕਹਿ ਰਿਹਾ, ਮੈਂ ਦਿਲੋਂ ਬਰੀ ਕਰਦਾ, ਕਿਉਂਕਿ ਅਰਬਾਂ ਦੇ ਘਟਾਲੇ ਉਹਨੇ ਵਿਚਾਰੇ ਨੇ ਰੋਕਣ ਦੀ ਬੜੀ ਕੋਸ਼ਿਸ਼ ਕੀਤੀ, ਬੜੀ ਕੋਸ਼ਿਸ਼ ਕੀਤੀ। ਕਹਿੰਦੇ ਵੀ ਜੇ ਪਿਓ ਮਾੜੀ ਸਿੱਖਿਆ ਨਿਆਣਿਆਂ ਨੂੰ ਦਿੰਦਾ ਰਵੇ ਨਾ, ਤਾਂ ਪੁੱਤ ਕਿਤੇ ਨਾ ਕਿਤੇ ਮਾੜੀ ਹਰਕਤ ਕਰ ਹੀ ਜਾਂਦਾ ਆ, ਚਾਹੇ ਜ਼ਮੀਰ ਉਹਦਾ ਜਿੰਨਾ ਮਰਜ਼ੀ ਜਾਗਦਾ ਹੋਵੇ, ਕਿਉਂਕਿ ਸੰਸਕਾਰ ਉਹਦੇ ਮਿਲੇ ਆ। ਤੇ ਉਹੀ ਸੰਸਕਾਰ ਕਿਤੇ ਨਾ ਕਿਤੇ ਰਘੁਵੀਰ ਸਿੰਘ ਰਾਜਾ ਸਾਸੀ ਨੂੰ ਲਗਾਤਾਰ ਮਿਲ ਰਹੇ ਸੀ ਸਾਰੇ ਪਾਸਿਓਂ, ਲੋਟੂ ਟੋਲੇ ਵੱਲੋਂ। ਤਾਂ ਕਿਤੇ ਦਿਮਾਗ 'ਚ ਆ ਗਿਆ ਹੋਣਾ ਵੀ ਜੇ ਇਹ ਕੋਠੀ ਲਵਾਤੀ, ਇਹ ਵੀ ਇਹਨਾਂ ਨੇ ਲੋਟੀ ਖਾਣੀ ਆ, ਤਾਂ ਇਹਨਾਂ ਨੂੰ ਲਵਾਉਣ ਦੀ ਥਾਂ ਮੈਂ ਆਪਣੇ ਨਾਮ ਹੀ ਲਵਾ ਲਾਂ। ਚੱਲ ਤਾਂ ਕੀ ਹੋਇਆ, ਥੋੜਾ ਬਹੁਤਾ ਇੱਧਰ ਵੀ ਆ ਜੂ। ਖੈਰ, ਗੱਲ ਕਰਦੇ ਹਾਂ ਭਾਈ ਰਘੁਵੀਰ ਸਿੰਘ ਰਾਜਾ ਸਾਸੀ। ਬਾਦਲ ਪਰਿਵਾਰ ਅਤੇ SGPC ਦੇ ਉੱਚ ਅਹੁਦੇਦਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਆਜ਼ਾਦ ਹਸਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਜੋ ਕੁਝ ਮੈਂ ਬੋਲ ਰਿਹਾ, ਇਹ ਰਘੁਵੀਰ ਸਿੰਘ ਰਾਜਾ ਸਾਸੀ ਦਾ ਆਪਣਾ ਬਿਆਨ ਹੈ। ਤੁਹਾਨੂੰ ਦੱਸਦਾ ਕਿ ਜਿਹੜਾ ਹਰਿਆਣਾ ਦੇ ਵਿੱਚ ਮੀਰੀ ਪੀਰੀ ਮਾਰਕੰਡੇ ਮੈਡੀਕਲ ਕਾਲਜ ਹੈ ਤੇ ਇੰਸਟੀਚਿਊਟ ਹੈਗਾ ਆ, ਉਹ ਇਹਨਾਂ ਨੇ ਕਿੱਦਾਂ ਬਣਾਇਆ ਤੇ ਉਹਦੇ ਵਿੱਚ ਕਿੰਨਾ ਵੱਡਾ ਘਪਲਾ ਆ, ਉਹ ਸੁਣ ਕੇ ਮਤਲਬ ਸੰਗਤ ਜੀ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜੂਗੀ। ਉਹਦਾ ਆਪਣਾ ਬਿਆਨ ਆ ਰਾਜਾ ਸਾਸੀ ਦਾ, ਉਹ ਮੈਂ ਨਾਲ ਲਾ ਵੀ ਦੇਣਾ ਦਸਤਾਵੇਜ਼। ਉਹ ਮੈਂ ਜਦੋਂ ਕੱਲ ਦਾ ਪੜ੍ਹਨ ਲੱਗਿਆ ਆ, ਪੜ੍ਹ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੇਰੇ ਹਿਸਾਬ ਦੇ ਨਾਲ ਰਾਜਾ ਸਾਸੀ ਇਹਨਾਂ ਨਾਲੋਂ ਲੱਖ ਗੁਣਾ ਚੰਗਾ ਹੋ ਗਿਆ ਵੀ ਘੱਟੋ ਘੱਟ ਉਹਨੇ ਦਸਤਾਵੇਜ਼ ਤਿਆਰ ਕਰਕੇ ਪ੍ਰੂਫ ਤਾਂ ਦੇਤਾ ਇੱਕ ਚੀਜ਼ ਦਾ, ਚਾਹੇ ਉਹ ਅੱਜ ਤੋਂ 2 ਦਹਾਕੇ ਪਹਿਲਾਂ ਦੇਤਾ ਹੋਵੇ। ਖੈਰ, ਅੱਗੇ ਪੜ੍ਹਦੇ ਹਾਂ। ਅੱਜ ਕੱਲ੍ਹ ਦੇ ਅਖੌਤੀ ਪ੍ਰਬੰਧਕ ਮਹੰਤਾਂ ਨੂੰ ਵੀ ਮਾਤ ਪਾ ਗਏ ਨੇ। ਇਹ ਭੁੱਲ ਗਏ ਨੇ ਕਿ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਕਿਉਂ ਆਈ, ਇਸ ਦੇ ਮਾਣਮੱਤੇ ਇਤਿਹਾਸ ਨੂੰ ਇਹ ਭੁੱਲ ਗਏ ਹਨ ਅਤੇ RSS ਦਾ ਗਲਾਵਾ ਸ਼੍ਰੋਮਣੀ ਕਮੇਟੀ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ ਹੈ। ਇਹਨਾਂ ਲੀਡਰਾਂ ਨੇ ਸਿੱਖ ਕੌਮ ਦੀਆਂ ਕੁਰਬਾਨੀਆਂ, ਗੁਰੂਆਂ ਦੀਆਂ ਸ਼ਹਾਦਤਾਂ ਭੁਲਾ ਦਿੱਤੀਆਂ ਹਨ ਅਤੇ RSS ਦੇ ਸਹਾਰੇ ਇਹਨਾਂ ਨੇ ਕੌਮ ਨੂੰ ਜਿਉਣ ਜੋਗਾ ਛੱਡਿਆ ਹੈ। ਇਹ ਲੀਡਰ ਕਦੇ ਵੀ ਖਾਲਸਾ ਕਹਾਉਣ ਦੇ ਹੱਕਦਾਰ ਨਹੀਂ। ਇਹ ਖਾਲਸਾ ਪੰਥ ਨਹੀਂ ਹੋ ਸਕਦਾ। ਜੋ ਗੱਲ ਮੈਂ ਕਹੀ ਸੀ ਵੀ ਇਹ ਜਿਹੜਾ ਬੈਠਿਆ ਧਾਮੀ ਚੀਕ ਰਿਹਾ ਨਾ, ਖਾਲਸਾ ਪੰਥ, ਇਹ ਖਾਲਸਾ ਪੰਥ ਨਹੀਂ ਹੋ ਸਕਦਾ। ਇਹ ਅਖੌਤੀ ਪੰਥ ਹੈ ਜੋ 20ਵੀਂ ਸਦੀ ਦੇ ਮਹੰਤਾਂ ਨੂੰ ਵੀ ਮਾਤ ਪਾ ਗਏ ਨੇ। ਦਾਸ ਰਘੁਵੀਰ ਸਿੰਘ ਰਾਜਾ ਸਾਸੀ ਨੇ 27 ਗੁਰਦੁਆਰਿਆਂ ਦੇ ਪ੍ਰਬੰਧ ਅਤੇ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਵਿਰੋਧੀ ਅੰਸਰਾਂ ਤੋਂ ਛੁਡਾ SGPC ਦੇ ਅਧੀਨ ਲਿਆਉਂਦੀਆਂ ਹਨ, ਪਰੰਤੂ ਅੱਜ ਦੇ ਮੁਖੀ ਉਹਨਾਂ ਅੰਸਰਾਂ ਨਾਲ ਮਿਲ ਕੇ ਗੁਰੂ ਘਰ ਦੀਆਂ ਜਾਇਦਾਦਾਂ ਨਿੱਜੀ ਟਰਸਟ ਬਣਾ ਕੇ ਲੁੱਟ ਰਹੇ ਹਨ ਅਤੇ ਗੁਰਮਰਿਆਦਾ ਦੀਆਂ ਸਰੇਆਮ ਧੱਜੀਆਂ ਉਡਾ ਰਹੇ ਹਨ। ਉਸ ਵੇਲੇ ਅਦਾਲਤ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਅੰਮ੍ਰਿਤਸਰ ਨੇ ਰਘੁਵੀਰ ਸਿੰਘ ਰਾਜਾ ਸਾਸੀ ਨੂੰ ਗੁਰਦੁਆਰਾ ਸਾਹਿਬਾਨ ਦਾ ਰਿਸੀਵਰ ਨਿਯੁਕਤ ਕੀਤਾ ਹੋਇਆ ਸੀ। ਸੰਗਤ ਜੀ, ਇੱਥੇ ਦੱਸਦਾ ਵੀ ਕਈ ਥਾਵਾਂ ਦੇ ਉੱਤੇ ਮੈਂ ਆਪਣੇ ਹਿਸਾਬ ਦੇ ਨਾਲ ਇਹਨੂੰ ਚੇਂਜ ਕਰਕੇ ਤੁਹਾਨੂੰ ਦੱਸ ਰਿਹਾ, ਐਜ਼ ਇਟ ਐਜ਼ ਮੈਂ ਨਹੀਂ ਪੜ੍ਹ ਰਿਹਾ, ਪਰ ਐਗਜ਼ੈਕਟਲੀ ਉਹੀ ਚੀਜ਼ ਮੈਂ ਬੋਲ ਰਿਹਾ, ਕਿਉਂਕਿ ਕੁਝ ਸ਼ਬਦ ਮੈਂ ਆਪਣੇ ਵੱਲੋਂ ਵਰਤ ਰਿਹਾ, ਕਿਉਂਕਿ ਹਰ ਥਾਂ ਦੇ ਉੱਤੇ ਮੇਰੇ ਤੋਂ ਸਾਬ ਨਹੀਂ ਲੱਗਣਾ, ਜੀ ਨਹੀਂ ਲੱਗਣਾ ਅਖੌਤੀਆਂ ਵਾਸਤੇ, ਕਿਉਂਕਿ ਲੈਟਰ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ ਬੜੀਆਂ ਥਾਵਾਂ ਦੇ ਉੱਤੇ ਹਰ ਕਿਸੇ ਨੂੰ ਬੜੀ ਇੱਜ਼ਤ ਦੇ ਨਾਲ ਸੰਬੋਧਨ ਕੀਤਾ ਗਿਆ, ਤੇ ਇਸ ਕਰਕੇ ਮੈਂ ਸਿੱਧਾ ਹੀ ਪੜ੍ਹ ਰਿਹਾ, ਤਾਂ ਤੁਹਾਨੂੰ ਸਮਝ ਆ ਜਾਏਗਾ ਐਗਜ਼ੈਕਟਲੀ। ਪਰ ਇਹੀ ਆਪਣੇ ਵੱਲੋਂ ਮੈਂ ਕੁਝ ਵੀ ਐਡ ਨਹੀਂ ਕੀਤਾ ਇਸ ਦੇ ਵਿੱਚ, ਅਤੇ ਇਸ ਰਿਸੀਵਰ ਦੀਆਂ ਤਾਕਤਾਂ ਨੂੰ ਭਲੀ ਭਾਂਤੀ ਮੈਂ ਜਾਣਦਾ ਸੀ। SGPC ਨੇ ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਗੁਰਦੁਆਰਾ ਸ਼ਾਹਬਾਦ ਹਰਿਆਣਾ ਵਿਖੇ ਬਣਾਉਣਾ ਸ਼ੁਰੂ ਕੀਤਾ। ਇਹ ਬਿਨਾਂ ਸਰਕਾਰ ਦੀ ਪ੍ਰਵਾਨਗੀ ਤੋਂ ਬਣਾਇਆ ਜਾ ਰਿਹਾ ਸੀ, ਪਰ ਜ਼ਮੀਨ ਗੁਰਦੁਆਰਾ ਸਾਹਿਬ ਸ਼ਾਹਬਾਦ ਦੇ ਨਾਮ ਤੇ ਹੀ ਸੀ। ਉਸ ਸਮੇਂ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੂੰ ਜਦੋਂ ਪਤਾ ਲੱਗਿਆ ਕਿ ਸ਼੍ਰੋਮਣੀ ਕਮੇਟੀ ਦੇ ਕਰੋੜਾਂ ਰੁਪਏ ਬਰਬਾਦ ਹੋ ਚੁੱਕੇ ਹਨ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਗੁਰੂ ਘਰ ਦੀ ਜ਼ਮੀਨ SGPC ਦੇ ਨਾਮ ਲਗਵਾ ਦਿਓ। ਰਘੁਵੀਰ ਸਿੰਘ ਇਹ ਨਹੀਂ ਕਰ ਸਕਦਾ ਸੀ। ਫਿਰ ਬਡੂੰਗਰ ਨੇ ਅਦਾਲਤ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨਾਲ ਗੱਲਬਾਤ ਕੀਤੀ ਅਤੇ ਅਦਾਲਤ ਨੇ ਉਹਨਾਂ ਨੂੰ ਲਿਖਤ ਮਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ 21.5 ਏਕੜ ਜ਼ਮੀਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੀਜ਼ ਤੇ ਮਿਲ ਗਈ, ਮਤਲਬ ਲੀਜ਼ ਤੇ ਦੇ ਦਿੱਤੀ ਗਈ। ਫਿਰ ਦਸੰਬਰ 2005 ਵਿੱਚ ਅਵਤਾਰ ਸਿੰਘ ਮੱਕੜ ਪ੍ਰਧਾਨ SGPC ਨੇ ਆਪਣੀ ਪ੍ਰਧਾਨਗੀ ਪੱਕੀ ਕਰਨ ਲਈ ਮੀਰੀ ਪੀਰੀ ਮੈਡੀਕਲ ਹਸਪਤਾਲ ਦਾ ਪੱਕਾ ਟਰਸਟ ਬਣਵਾ ਦਿੱਤਾ। ਪ੍ਰਾਈਵੇਟ ਟਰਸਟ ਬਣਵਾਇਆ ਗਿਆ ਸੀ ਇਹ, ਜਿਸ ਵਿੱਚ ਉਹ ਆਪ ਪ੍ਰਧਾਨ ਬਣ ਗਏ ਅਤੇ ਬਾਦਲ ਅਤੇ ਉਹਨਾਂ ਦੇ ਨਿੱਜੀ ਮੈਂਬਰ ਅਤੇ ਨਿੱਜੀ ਡਾਕਟਰਾਂ ਨੂੰ ਟਰਸਟ ਵਿੱਚ ਲੈ ਲਿੱਤਾ ਗਿਆ। ਮਤਲਬ ਇੱਕ ਪ੍ਰਾਈਵੇਟ ਟਰਸਟ ਬਣਾ ਲਿੱਤਾ ਗਿਆ, ਜੋ ਚੰਡੀਗੜ੍ਹ ਤੋਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਰਸਟ ਬਣ ਕੇ
ਆਇਆ ਉਹ ਟਰਸਟ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਰਜਿਸਟਰ ਕਰਵਾ ਦਿੱਤਾ। ਇਹ ਵੀ ਨਹੀਂ ਦੇਖਿਆ ਕਿ ਇਸ ਵਿੱਚ ਐਸਜੀਪੀਸੀ ਦਾ ਕੋਈ ਵੀ ਸਕੱਤਰ ਜਾਂ ਪ੍ਰਧਾਨ ਸ਼ਾਮਿਲ ਨਹੀਂ ਹੈ। ਅਵਤਾਰ ਸਿੰਘ ਮੱਕੜ ਐਸਜੀਪੀਸੀ ਵੱਲੋਂ ਸ਼ਾਮਿਲ ਨਹੀਂ ਸੀ, ਉਹ ਬਲਕਿ ਨਿੱਜੀ ਤੌਰ ਤੇ ਹੀ ਇਸ ਟਰਸਟ ਦੇ ਮੈਂਬਰ ਬਣ ਗਏ। ਚਾਹੀਦਾ ਤਾਂ ਇਹ ਸੀ ਕਿ ਐਸਜੀਪੀਸੀ ਦਾ ਪ੍ਰਧਾਨ ਅਤੇ ਸਕੱਤਰ ਇਸ ਦਾ ਮੈਂਬਰ ਸਕੱਤਰ ਹੁੰਦਾ ਤੇ ਬਾਕੀ ਮੈਂਬਰ ਵੀ ਸ਼੍ਰੋਮਣੀ ਕਮੇਟੀ ਦੇ ਹੀ ਹੁੰਦੇ। ਬਸ ਦਸੰਬਰ 2005 ਵਿੱਚ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਟਰਸਟ ਬਣਨ ਦੀ ਦੇਰ ਸੀ ਕਿ ਮੇਰੇ ਉੱਤੇ ਦਬਾਅ ਪੈਣਾ ਸ਼ੁਰੂ ਹੋ ਗਿਆ ਕਿ ਗੁਰਦੁਆਰਾ ਮਸਤਗੜ੍ਹ ਸਾਹਿਬ ਦੀ 27 ਏਕੜ ਜ਼ਮੀਨ ਅਤੇ 21.5 ਏਕੜ ਜ਼ਮੀਨ ਜੋ ਐਸਜੀਪੀਸੀ ਨੇ ਐਕਵਾਇਰ ਕੀਤੀ ਹੈ ਉਹ ਬਾਦਲ ਦੇ ਟਰਸਟ ਦੇ ਨਾਮ ਕਰ ਦਿੱਤੀ ਜਾਵੇ। ਇਸ ਤੋਂ ਇਲਾਵਾ 25 28.5 ਬਾਕੀ ਬਚਦੀ ਜ਼ਮੀਨ ਵੀ ਟਰਸਟ ਦੇ ਨਾਮ ਕਰਵਾਈ ਜਾਵੇ। ਮੈਂ ਕੁਝ ਸਮਾਂ ਲੰਘਾਇਆ ਅਤੇ ਬਾਅਦ ਵਿੱਚ ਲਿਖਤੀ ਰੂਪ ਵਿੱਚ ਮੀਰੀ ਪੀਰੀ ਟਰਸਟ ਸ਼ਾਹਬਾਦ ਦੇ ਮਤਾ ਨੰਬਰ 32 ਅਤੇ 33 ਮਿਤੀ 23/12/2005 ਦੇ ਆਧਾਰ ਤੇ ਪੁਰ ਡਾਇਰੈਕਟਰ ਪ੍ਰਿੰਸੀਪਲ SBS ਮਾਨ ਦੀ ਪੱਤਰਿਕਾ ਨੰਬਰ 169 ਮਿਤੀ 14/1/2006 ਅਨੁਸਾਰ ਮੈਨੂੰ ਲਿਖਤੀ ਰੂਪ ਵਿੱਚ ਭੇਜ ਦਿੱਤਾ ਗਿਆ ਅਤੇ ਉਦੋਂ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਮੈਨੂੰ ਟਰਸਟ ਦੇ ਹੱਕ ਵਿੱਚ ਕਾਰਵਾਈ ਕਰਨ ਲਈ ਮਜਬੂਰ ਕੀਤਾ। ਲਿਖਤੀ ਰੂਪ ਵਿੱਚ ਕੇਸ ਮਾਰਕ ਕੀਤਾ ਅਤੇ ਸਕੱਤਰ ਹਰਬੇਅੰਤ ਸਿੰਘ ਮੇਰੇ ਕੋਲ ਕੇਸ ਲੈ ਕੇ ਆਏ। ਮੈਂ ਉਸ ਤੇ ਸਰਦਾਰ ਮਹਿੰਦਰ ਸਿੰਘ ਗਿੱਲ ਐਡਵੋਕੇਟ ਐਸਜੀਪੀਸੀ ਦੀ ਰਾਏ ਲਈ ਤੇ ਉਹਨਾਂ ਨੇ ਵੀ ਲਿਖਿਆ ਕਿ ਤੁਸੀਂ ਅਦਾਲਤ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੀ ਪਰਮਿਸ਼ਨ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੇ। ਇਸ ਦੇ ਨਾਲ ਪ੍ਰਧਾਨ ਮੱਕੜ ਨੇ ਟਰਸਟ ਲਈ 115 ਕਰੋੜ ਰੁਪਏ ਦੀ ਮੰਗ ਕੀਤੀ ਸੀ। ਮਤਲਬ 115 ਕਰੋੜ ਰੁਪਏ ਦੀ ਮੰਗ ਕੀਤੀ ਸੀ। ਉਹ ਮੰਗ ਕੀ ਸੀ, ਕਿੱਦਾਂ ਸੀ, ਤੁਹਾਨੂੰ ਸੁਣ ਕੇ ਹੈਰਾਨੀ ਹੋ ਜਾਏਗੀ। ਮਤਲਬ ਇਹ ਸਭ ਤੋਂ ਵੱਡਾ ਡਾਕਾ ਸੀ 115 ਕਰੋੜ ਦਾ। ਉਹ ਤਾਂ ਪੌਣੇ ਕੀ 6 ਕਰੋੜ ਦਾ ਡਾਕਾ ਸੀ ਜੀ, 6 ਕਰੋੜ ਦਾ। ਇਹ 115 ਕਰੋੜ ਦਾ। ਅੱਗੇ ਸੁਣੋ, ਜਿਸ ਦਾ ਵਿਆਜ ਸਮੇਤ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਪਸ ਕਰੇਗੀ। ਮਤਲਬ ਕਰਜ਼ਾ ਉਸ ਮੈਡੀਕਲ ਕਾਲਜ ਵਾਸਤੇ, ਪਰ ਉਹਦੀ ਭਰਮਾਈ ਕੌਣ ਕਰੇਗਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅੱਗੇ ਸੁਣੋ, ਇਹ ਲਿਖਤੀ ਹੋਇਆ ਜਿਸ ਦੀ ਰਿਪੋਰਟ ਮੈਂ ਪ੍ਰਧਾਨ ਨੂੰ ਦਿੱਤੀ, ਜੋ ਦਫ਼ਤਰ ਵਿੱਚ ਰਸੀਦ ਨੰਬਰ 49011 ਮਿਤੀ 17/1/2006 ਨੂੰ ਦਰਜ ਕਰਵਾਈ, ਜਿਸ ਵਿੱਚ ਰਾਜਾ ਸਾਸੀ ਨੇ ਸਾਫ਼-ਸਾਫ਼ ਲਿਖਿਆ ਸੀ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਗੁਰੂ ਘਰ ਦੀ ਜ਼ਮੀਨ ਕਿਸੇ ਪ੍ਰਾਈਵੇਟ ਟਰਸਟ ਦੇ ਨਾਮ ਲਗਵਾ ਦੇਵਾਂ। ਦੂਜਾ, ਐਸਜੀਪੀਸੀ ਦਾ ਬਜਟ ਵੀ 21 ਕਰੋੜ ਤੋਂ ਵੱਧ ਨਹੀਂ ਸੀ। 115 ਕਰੋੜ ਸਮੇਤ ਵਿਆਜ, ਇਹ ਰਾਸ਼ੀ ਸ਼੍ਰੋਮਣੀ ਕਮੇਟੀ ਸਾਰੀ ਉਮਰ ਨਹੀਂ ਮੋੜ ਸਕਦੀ। ਜੇ ਐਸਜੀਪੀਸੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਰੋਕ ਲਈਆਂ ਜਾਣ ਤਾਂ ਵੀ ਇਹ ਰਕਮ ਬੈਂਕ ਨੂੰ ਨਹੀਂ ਮੋੜੀ ਜਾ ਸਕਦੀ। ਸਮਝ ਸਕਦੇ ਹੋ ਸੰਗਤ ਜੀ, ਉਦੋਂ ਜੋ ਬਜਟ ਸੀਗਾ ਉਦੋਂ ਦੇ ਬਜਟ ਦੀ ਗੱਲ ਕੀਤੀ ਜਾ ਰਹੀ ਹੈ, ਪਰ ਅੱਜ ਜੋ ਬਜਟ ਹੈ ਉਸ ਬਜਟ ਦੇ ਹਿਸਾਬ ਦੇ ਨਾਲ ਉਦੋਂ ਉਨਾ ਹੀ 20-25 ਕਰੋੜ ਦਾ ਬਜਟ ਵੀ ਬਹੁਤ ਹੁੰਦਾ ਸੀ। ਖੈਰ, ਅੱਗੇ ਗੁਰਦੁਆਰਾ ਐਕਟ ਕਰਜ਼ਾ ਲੈਣ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਗੁਰਦੁਆਰਾ ਸਾਹਿਬਾਨਾਂ ਦੀ ਜ਼ਮੀਨ ਗਿਰਵੀ ਰੱਖ ਕੇ ਕਰਜ਼ਾ ਨਹੀਂ ਲਿਆ ਜਾ ਸਕਦਾ। ਧਾਮੀ ਸਾਹਿਬ ਬੜੀਆਂ ਚੀਕਾਂ ਮਾਰਦੇ ਨਾ, ਗੁਰਦੁਆਰਾ ਐਕਟ, ਗੁਰਦੁਆਰਾ ਐਕਟ, ਗੁਰਦੁਆਰਾ ਐਕਟ। ਆ ਧਜੀਆਂ ਗੁਰਦੁਆਰੇ ਐਕਟ ਦੀਆਂ ਤੁਸੀਂ ਉਡਾਈਆਂ ਨੇ, ਤੁਹਾਡੇ ਖਾਤੀ ਪ੍ਰਧਾਨਾਂ ਨੇ ਉਡਾਈਆਂ ਨੇ। ਤੁਸੀਂ ਹੁਣ ਇਸ ਦੇ ਉੱਤੇ ਜਵਾਬ ਦਿਓ। ਮੈਨੂੰ ਜਵਾਬ ਚਾਹੀਦਾ ਹੈ। ਜੇ ਤੁਸੀਂ ਵਾਕਈ ਹੀ ਔਲਾਦ ਹੋ ਨਾ ਉਸ ਵਾਹਿਗੁਰੂ ਦੀ, ਚਲੋ ਕਹਿ ਦਿੰਨਾ ਆ, ਤਾਂ ਇਹਦੇ ਉੱਤੇ ਕੱਲ ਪ੍ਰੈਸ ਕਾਨਫਰੰਸ ਕਰਿਓ। ਭੌਂਕਾ ਅੱਜ ਫੇਰ ਭੌਂਕ ਰਿਹਾ ਆ, ਮਿਰਚਾਂ ਅੱਜ ਫੇਰ ਬਹੁਤ ਲੱਗਣੀਆਂ ਨੇ, ਜਾਨ ਨਿਕਲਣੀ ਹੈ ਥੱਲਿਓਂ ਉੱਤੇ ਤੱਕ। ਤੇ ਸੰਗਤ ਜੀ, ਆਰਟੀਆਈਆਂ ਪਾਣੀਆਂ ਸ਼ੁਰੂ ਕਰੋ, ਦਰਖਾਸਤਾਂ ਐਸਐਸਪੀ ਦਫ਼ਤਰਾਂ 'ਚ ਦੇਣੀਆਂ ਸ਼ੁਰੂ ਕਰੋ। ਇਹਨਾਂ ਉੱਤੇ ਹੁਣ ਐਫਆਈਆਰਾਂ ਹੋਣਗੀਆਂ। ਇਹ ਜਿਹੜਾ 1925 ਐਕਟ ਨੂੰ ਲੈ ਕੇ ਇੱਕ ਚਾਰੋਂ ਪਾਸੇ ਆਪਣੇ ਸ਼ੈੱਲ ਬਣਾ ਕੇ ਬੈਠੇ ਆ ਨਾ ਵੀ ਐਸਜੀਪੀਸੀ ਦਾ ਜਿਹੜਾ ਦਾਇਰਾ ਉਹਦੇ ਅੰਦਰ ਕੋਈ ਨਹੀਂ ਵੜ ਸਕਦਾ, ਹੁਣ ਇਹ ਸ਼ੈੱਲ ਸਾਨੂੰ ਤੋੜਨਾ ਪੈਣਾ ਆ। ਇਹ ਸਲਾਖਾਂ ਕੱਢ ਕੇ ਸਾਨੂੰ ਸੁੱਟਣੀਆਂ ਪੈਣੀਆਂ ਨੇ, ਕਿਉਂਕਿ ਉਹ ਐਕਟ ਗੁਰਦੁਆਰਿਆਂ ਦੇ ਚੜ੍ਹਦੀ ਕਲਾ ਵਾਸਤੇ, ਭਲਾਈ ਵਾਸਤੇ ਬਣਾਇਆ ਸੀ। ਪਰ ਇਹਨਾਂ ਨੇ ਉਹਦੀ ਇੱਕ ਐਸੀ ਕੰਧ ਬਣਾ ਲਈ ਚਾਰੋਂ ਪਾਸੇ, ਉਹਦੇ ਅੰਦਰ ਬੈਠ ਕੇ ਆਹ ਕੁਕਰਮ ਤੁਹਾਨੂੰ ਦੱਸ ਰਿਹਾ ਜੋ ਇਹ ਉਸ ਐਕਟ ਦੇ ਅਧੀਨ ਬੈਠ ਕੇ ਉਹਦੀ ਛਾਂ 'ਚ ਕਰ ਰਹੇ ਨੇ। ਤੇ ਇਹ ਕੁਕਰਮ ਅਸੀਂ ਨਹੀਂ ਹੋਣ ਦੇਣੇ। ਜੇ ਜ਼ਮੀਰਾਂ ਜਾਗਦੀਆਂ ਨੇ ਨਾ, ਜਿਹਨਾਂ ਨੂੰ ਪੜ੍ਹਨਾ ਲਿਖਣਾ ਆਉਂਦਾ, ਆਨਲਾਈਨ ਪਾਓ ਰਿਟਾਂ, ਆਰਟੀਆਈਆਂ ਪਾਓ। ਅਸੀਂ ਪਵਾਈਆਂ ਸੀ, ਇਹਨਾਂ ਨੇ ਮਨਾ ਕੀਤਾ ਜਵਾਬ ਦੇਣ ਤੋਂ। ਹਿੰਮਤ ਹੈਗੀ, ਸੱਚੇ ਸੁੱਚੇ ਹੈਗੇ, ਆਰਟੀਆਈਆਂ ਦਾ ਜਵਾਬ ਦਿਓ। ਕਿਉਂ ਮਾਂ ਮਰਦੀ ਆ ਉੱਥੇ ਤੁਹਾਡੀ? ਕਿਉਂ ਉੱਥੇ ਜਾਨ ਨਿਕਲਦੀ ਆ ਤੁਹਾਡੀ? ਅਰਬਾਂ ਰੁਪਈਆ ਗੁਰੂ ਘਰ ਦੀਆਂ ਗੋਲਕਾਂ ਦਾ ਖਾ ਲਿਆ ਤੁਸੀਂ, ਡਕਾਰ ਵੀ ਨਹੀਂ ਲਿੱਤਾ। ਹੜ ਆਏ ਤਾਂ ਤੁਸੀਂ 4 ਥਾਂ ਤੇ ਲੰਗਰ ਲਾ ਕੇ ਢੰਡੋਰਾ ਪਿੱਟ ਰਹੇ ਹੋ, ਬੜੀ ਛੇਵਾ, ਬੜੀ ਛੇਵਾ, ਬੜੀ ਛੇਵਾ।
ਜਿਹੜੇ ਅਰਬਾਂ ਰੁਪਏ ਬਾਦਲਾਂ ਦੇ ਵੱਲ ਨੂੰ ਕਰਕੇ ਤੁਸੀਂ ਗੋਲ ਕੱਟ ਢੇਰੀ ਕੀਤੀਆਂ ਉਹ ਕਿਸੇ ਖਾਤੇ ਨਹੀਂ। ਉਹ ਕਿਹੜੀ ਸੇਵਾ ਸੀ ਉਹ ਵੀ ਦੱਸ ਦਿਓ ਸੰਗਤਾਂ ਨੂੰ। ਬਸ਼ਰਮੀ ਦੀ ਹੱਦ ਹੁੰਦੀ ਆ ਧਾਮੀ ਸਾਹਿਬ, ਬਸ਼ਰਮੀ ਦੀ ਹੱਦ ਹੁੰਦੀ ਆ। ਤੁਸੀਂ ਵੀ ਤੇ ਤੁਹਾਡੇ ਤੋਂ ਪਹਿਲਾਂ ਦੇ ਪ੍ਰਧਾਨ ਵੀ ਤੇ ਜਥੇਦਾਰ ਵੀ ਸਾਰੇ ਹੀ ਨਿਕੰਮੇ, ਇੱਕ ਤੋਂ ਵੱਧ ਕੇ ਇੱਕ। ਮਾਨਹਾਨੀ ਕਰਨੀ ਹੈ ਕਰੋ, ਮੈਂ ਤਾਂ ਕਹਿੰਦਾ ਕੋਰਟ 'ਚ ਇੱਕ ਵਾਰ ਆਓ ਸਾਹਮਣੇ, ਆਹ ਸਵਾਲਾਂ ਦੇ ਜਵਾਬ ਦੇਣੇ ਪੈਣੇ ਨੇ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੁਹਾਡੇ ਤੋਂ 20 ਸਵਾਲ ਪੁੱਛਦੇ ਨੇ, ਤੁਹਾਡੀ ਜਾਨ ਨਿਕਲੀ ਹੁੰਦੀ ਆ। ਕੀ ਗੱਲ, ਉਹ ਵੀ ਤਾਂ ਜਥੇਦਾਰ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਉਹਨਾਂ ਨੂੰ ਵੀ ਤੁਸੀਂ ਅਖੌਤੀ ਕਹਿ ਦਿੰਦੇ ਹੋ। ਜਿਹੜਾ ਬੰਦਾ ਸੱਚ ਬੋਲਦਾ ਤੁਹਾਡੇ ਵਾਸਤੇ ਉਹ ਹਰ ਅਖੌਤੀ ਹੈ, ਤੁਹਾਡੇ ਵਾਸਤੇ ਉਹ ਪੰਥ ਵਿਰੋਧੀ ਹੈ। ਤੁਹਾਡੇ ਵਾਸਤੇ ਪੰਥ ਦਾ ਦਰਦੀ ਉਹੀ ਹੈ ਜਿਹੜਾ ਬਾਦਲ ਟੱਬਰ ਨੂੰ ਹੀ ਪੰਥ ਮੰਨਦਾ ਹੋਵੇ ਤੇ ਸਿਰ ਝੁਕਾਉਂਦਾ ਹੋਵੇ, ਉਹਨਾਂ ਦੀ ਜੁੱਤੀ 'ਚ ਪਾਣੀ ਪੀਂਦਾ ਹੋਵੇ। ਸੌਰੀ, ਮਾਫ ਕਰਨਾ, ਗਰਜਾ ਸਿੰਘ ਬੋਤਾ ਸਿੰਘ ਦੀਆਂ ਔਲਾਦਾਂ ਨੇ, ਸਮਝੇ? ਅਬਦਾਲੀਆਂ ਦੀਆਂ ਜੁੱਤੀਆਂ 'ਚ ਪਾਣੀ ਨਹੀਂ ਪੀ ਸਕਦੇ ਅਸੀਂ। ਯਾਦ ਰੱਖਿਓ, ਤੁਸੀਂ ਪੀਓ, ਤੁਹਾਨੂੰ ਮੁਬਾਰਕ, ਪਰ ਆ ਜੁੱਤੀਆਂ ਵੀ ਹੁਣ ਅਸੀਂ ਤੁਹਾਡੇ ਤੋਂ ਖੋਹ ਲੈਣੀਆਂ ਨੇ, ਪਾਣੀ ਵੀ ਨਹੀਂ ਮਿਲਣਾ, ਯਾਦ ਰੱਖਿਓ। ਆਓ ਅੱਗੇ। ਇਸ ਪੱਤਰ ਦੀ ਦਸਤੀ ਲਿਖਤ ਮੈਂ ਪ੍ਰਧਾਨ ਸਾਹਿਬ ਨੂੰ ਦਿੱਤੀ, ਪਰ ਹਰਬੇਅੰਤ ਸਿੰਘ ਨੇ ਬਾਦਲ ਤੇ ਮੱਕੜ ਨੂੰ ਖੁਸ਼ ਕਰਨ ਦੇ ਲਈ ਇਹ ਕੇਸ ਪਹਿਲਾਂ ਹੀ ਅੰਤਰਿਮ ਕਮੇਟੀ ਦੇ ਏਜੰਡੇ ਵਿੱਚ ਲੈ ਆਂਦਾ ਸੀ, ਜੋ ਮਿਤੀ 18/1/2006 ਨੂੰ ਗੁਰੂ ਨਾਨਕੀ ਨਿਵਾਸ ਵਿੱਚ ਹੋਣਾ ਸੀ। ਮੈਂ ਅੰਤਰਿਮ ਕਮੇਟੀ ਦੀ ਮੀਟਿੰਗ ਵਿੱਚ ਖੜ ਕੇ ਦੱਸਿਆ ਕਿ ਇਹ ਫੈਸਲਾ ਨਿਯਮਾਂ ਦੇ ਵਿਰੁੱਧ ਹੈ। ਖੈਰ, ਲਿਖਤੀ ਦੇਣ ਦੇ ਬਾਵਜੂਦ ਵੀ ਇਹ ਫੈਸਲਾ ਪੈਂਡਿੰਗ ਕਰ ਦਿੱਤਾ ਗਿਆ ਅਤੇ ਮੇਰੀ ਸ਼ਿਕਾਇਤ ਬਾਦਲ ਤੱਕ ਕਰ ਦਿੱਤੀ ਗਈ। ਮੈਨੂੰ ਬਾਦਲ ਨੇ ਬੁਲਾਇਆ ਤੇ ਮੈਂ ਬਾਦਲ ਸਾਹਿਬ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਇਹ ਮੇਰੇ ਵੱਸ ਦੀ ਗੱਲ ਨਹੀਂ। ਇਸ ਵਾਸਤੇ ਅਦਾਲਤ ਸਿੱਖ ਗੁਰਦੁਆਰਾ ਕਮਿਸ਼ਨ ਅੰਮ੍ਰਿਤਸਰ ਤੋਂ ਪ੍ਰਵਾਨਗੀ ਲੈਣੀ ਪਵੇਗੀ। ਕੁਝ ਸਮਾਂ ਫੇਰ ਲੰਘ ਗਿਆ। ਫੇਰ ਐਸਜੀਪੀਸੀ ਪ੍ਰਧਾਨ ਮੀਰੀ ਪੀਰੀ ਮੈਡੀਕਲ ਕਾਲਜ ਵਾਲੀ ਫਾਈਲ ਮੇਰੇ ਕੋਲ ਬਾਏ ਨੇਮ ਲਿਖ ਕੇ ਭੇਜ ਦਿੰਦੇ ਨੇ ਕਿ ਤੁਸੀਂ ਬਾਦਲ ਸਾਹਿਬ ਨੂੰ ਮਿਲ ਕੇ ਸਾਰਾ ਕੇਸ ਵਿਚਾਰੋ, ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਬਾਦਲ ਸਾਹਿਬ ਤੁਹਾਡੇ ਤੋਂ ਬਹੁਤ ਨਾਰਾਜ਼ ਨੇ। ਔਬਜ਼ਾ ਅਰਬਾਂ ਰੁਪਈਆਂ ਦੀਆਂ ਜ਼ਮੀਨਾਂ ਅਸੀਂ ਹਥਿਆਣੀਆਂ ਸੀਗੀਆਂ, ਲੋਨ ਲੈਣੇ ਸੀਗੇ, ਪੈਸੇ ਖਾਣੇ ਸੀਗੇ, ਨਾਰਾਜ਼ਗੀਆਂ ਤਾਂ ਹੋਣੀਆਂ ਹੀ ਸੀ। ਤੇ ਨਾਲ ਹੀ ਕਿਹਾ ਵੀ ਬਸ ਤੁਸੀਂ ਉਹਨਾਂ ਨੂੰ ਨਾ ਨਹੀਂ ਕਰਨੀ। ਫਿਰ ਬਾਦਲ ਸਾਹਿਬ ਦਾ ਫੋਨ ਆਉਂਦਾ ਹੈ ਕਿ ਮੈਨੂੰ ਮਿਲਣ ਵਾਸਤੇ ਚੰਡੀਗੜ੍ਹ ਆ ਜਾ। 4 ਜਾਂ 5 ਅਗਸਤ 2006 ਨੂੰ ਮੈਂ ਚੰਡੀਗੜ੍ਹ ਗਿਆ, ਬਾਦਲ ਸਾਹਿਬ ਨੂੰ ਮਿਲਿਆ। ਉਹਨਾਂ ਨੇ ਮੈਨੂੰ ਕਿਹਾ ਕਿ ਰਾਜਾ ਸਾਸੀ ਹਲਕੇ ਦਾ ਉਮੀਦਵਾਰ ਬੜਾ ਹੀ ਕਮਜ਼ੋਰ ਹੈ, ਮਤਲਬ ਉਹੀ ਸੰਗਤ ਜੀ, ਹੁਣ ਲਾਲਚ MLA ਬਣਾ ਦਾਂਗੇ ਜੀ, ਤੁਹਾਨੂੰ ਵਜ਼ੀਰੀਆਂ ਦੇ ਦਾਂਗੇ। ਸੁਣਿਓ ਧਿਆਨ ਦੇ ਨਾਲ, ਉਹੀ ਇੱਥੇ ਵਾਪਰਿਆ। ਤੁਹਾਨੂੰ ਚੋਣ ਲੜਾ ਦਈਏ, ਤੁਸੀਂ ਹਲਕੇ ਵਿੱਚ ਕੰਮ ਕਰੋ, ਪਰ ਮੇਰਾ ਨਾਮ ਨਹੀਂ ਲੈਣਾ। ਕੁਝ ਸਮੇਂ ਬਾਅਦ ਡਾਕਟਰ ਰਤਨ ਸਿੰਘ ਅਜਨਾਲਾ ਅਤੇ ਬੋਨੀ ਅਜਨਾਲਾ ਨੂੰ ਮੇਰੇ ਕੋਲ ਭੇਜਿਆ ਗਿਆ ਅਤੇ ਉਹਨਾਂ ਕਿਹਾ ਕਿ ਅਸੀਂ ਤੇਰੇ ਨਾਲ ਹਾਂ। ਫਿਰ ਸਰਦਾਰ ਬਲਦੇਵ ਸਿੰਘ MA 4 ਸਰਕਲ ਜਥੇਦਾਰ 2 ਸੀਨੀਅਰ ਮੀਤ ਪ੍ਰਧਾਨਾਂ ਨੂੰ ਲੈ ਕੇ ਆਇਆ ਮੇਰੇ ਕੋਲ ਤੇ ਕਿਹਾ ਕਿ ਅਸੀਂ ਵੀ ਤੁਹਾਡੇ ਨਾਲ ਹਾਂ। ਮਤਲਬ ਹਰ ਪਾਸਿਓਂ ਬੰਦੇ ਭੇਜ ਕੇ ਥਾਪੜੇ ਦਿੱਤੇ ਵੀ ਤੇਰੇ ਨਾਲ ਆ ਤਾਂ ਤੁਰਿਆ ਚੱਲ। ਬਸ ਉਹ ਮੀਰੀ ਪੀਰੀ ਟਰਸਟ ਵਾਲੀ ਜਿਹੜੀ ਜ਼ਮੀਨ ਆ ਉਹ ਉੱਲੂ ਸਿੱਧਾ ਕਰਵਾਉਣਾ ਸੀ। ਅੱਗੇ ਦੇਖੋ ਕਿੱਦਾਂ ਫਸਾਇਆ। ਫਿਰ ਮੇਰੇ ਬੰਦਿਆਂ ਨੇ ਰਾਜਾ ਸਾਸੀ ਹਲਕੇ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਆਪਣੀ ਚੋਣ ਲੜਨ ਦੀ ਕੋਈ ਵੀ ਖੁਆਇਸ਼ ਨਹੀਂ ਸੀ। ਬਾਦਲ ਸਾਹਿਬ ਮੈਨੂੰ ਫੇਰ ਮਿਲੇ ਜਦੋਂ ਅਸੀਂ ਇਕੱਠੇ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਸਮਾਰੋਹ ਤੇ ਪਾਕਿਸਤਾਨ ਗਏ ਸੀ। ਫਿਰ ਉਹ ਮੈਨੂੰ ਕਹਿਣ ਲੱਗੇ, ਸਰਦਾਰ ਜੀ ਟਰਸਟ ਦਾ ਸਾਰਾ ਕੰਮ ਰੁਕਿਆ ਪਿਆ ਹੈ, ਤੁਸੀਂ ਜ਼ਮੀਨ ਲਿਖ ਦਿਓ, ਅਸੀਂ ਉਸ ਜ਼ਮੀਨ ਤੇ ਕਰਜ਼ਾ ਲੈਣਾ ਹੈ। ਇਲੈਕਸ਼ਨ ਵੀ ਨੇੜੇ ਆ ਰਹੀ ਹੈ, ਤੁਹਾਡੀ ਸੀਟ ਤੇ ਵੀ ਅਸੀਂ ਖਰਚਾ ਕਰਾਂਗੇ। ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਆਪਣੇ ਪਰਿਵਾਰ ਨਾਲ ਬੈਠ ਕੇ ਫੈਸਲਾ ਲਿਆ ਕਿ ਹੁਣ ਕੁਰਬਾਨੀ ਦੇਣ ਦਾ ਸਮਾਂ ਆ ਗਿਆ ਹੈ। ਮਤਲਬ ਕਿਤੇ ਨਾ ਕਿਤੇ ਜ਼ਮੀਰ ਜਾਗਦੀ ਸੀ ਤੇ ਜੋ ਲਿਖਿਆ ਅਗਰ ਉਹ ਸੱਚ ਲਿਖਿਆ ਹੈ, ਕਿਉਂਕਿ ਉਦੋਂ ਇਹਨਾਂ ਨੇ ਆਪ ਬਿਆਨ ਦਿੱਤਾ ਸੀ ਤੇ ਉਮੀਦ ਕਰਦੇ ਹਾਂ ਕਿ ਸੱਚ ਹੀ ਲਿਖਿਆ ਹੋਣਾ ਉਦੋਂ ਰਘਵੀਰ ਸਿੰਘ ਰਾਜਾ ਸਾਸੀ ਨੇ। ਇੱਕ ਪਾਸੇ ਸਕੱਤਰੀਆਂ ਤੇ ਵਜ਼ੀਰੀਆਂ ਨੇ ਤੇ ਦੂਜੇ ਪਾਸੇ ਗੁਰੂ ਨਾਲ ਧੋਖਾ ਹੈ। ਗੁਰੂ ਘਰ ਦੀਆਂ ਜ਼ਮੀਨਾਂ ਪ੍ਰਾਈਵੇਟ ਟਰਸਟ ਦੇ ਨਾਮ ਲਾਉਣਾ ਗੁਰੂ ਘਰ ਦੀ ਸਿੱਧੀ ਲੁੱਟ ਹੈ। ਮੇਰਾ ਅਮਰੀਕਾ ਦਾ ਵੀਜ਼ਾ ਲੱਗਿਆ ਹੋਇਆ ਸੀ ਤੇ ਮੈਂ ਸਮਾਂ ਟਾਲਦਿਆਂ ਦਫ਼ਤਰ ਤੋਂ ਛੁੱਟੀ ਲੈ ਕੇ ਅਮਰੀਕਾ ਚਲਾ ਗਿਆ। ਛੁੱਟੀ ਕੱਟ ਕੇ 21/8/2006 ਨੂੰ ਮੈਂ ਦਫ਼ਤਰ ਪਹੁੰਚਿਆ ਤੇ ਬਾਦਲ ਸਾਹਿਬ ਨੇ ਫੇਰ ਉਹੀ ਰੱਟ ਲਗਾ ਦਿੱਤੀ ਕਿ ਮੀਰੀ ਪੀਰੀ ਮੈਡੀਕਲ ਇੰਸਟੀਚਿਊਟ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਵੱਲੋਂ ਨਾਜਾਇਜ਼ ਇਮਾਰਤ ਬਣਾਏ ਜਾਣ ਦੀਆਂ ਚਿੱਠੀਆਂ ਲਗਾਤਾਰ ਆ ਰਹੀਆਂ ਨੇ, ਇੱਥੋਂ ਤੱਕ ਕਿ ਸਾਨੂੰ ਜੁਰਮਾਨੇ ਵੀ ਪੈਣੇ ਸ਼ੁਰੂ ਹੋ ਗਏ ਨੇ। 2/14 ਦੇ ਨੇਮ
ਟਰਸਟ ਦੇ ਨਾਮ ਜ਼ਮੀਨ ਤਬਦੀਲ ਕਰ ਦਿਓ। ਅਦਾਲਤ ਮਿਲ ਕੇ ਕਿਤੇ ਤੁਹਾਡੇ ਉੱਤੇ ਨਹੀਂ ਡਿੱਗ ਪੈਣੀ। ਇਹ ਬਾਦਲ ਸਾਹਿਬ ਕਹਿ ਰਹੇ ਸੀ ਕਿ ਅਦਾਲਤ ਤੁਹਾਡੇ ਉੱਤੇ ਨਹੀਂ ਡਿੱਗ ਪੈਣੀ, ਠੀਕ ਹੈ ਜੀ, ਵੀ ਤੁਸੀਂ ਜ਼ਮੀਨ ਸਾਡੇ ਨਾਮ ਤੇ ਟ੍ਰਾਂਸਫਰ ਕਰੋ। ਮੈਂ ਬਾਦਲ ਸਾਹਿਬ ਨੂੰ ਸਾਫ਼-ਸਾਫ਼ ਕਹਿ ਦਿੱਤਾ, ਮੈਂ ਗੁਰੂ ਘਰ ਦੀ ਜ਼ਮੀਨ ਮੇਰੀ ਪੀਰੀ ਪ੍ਰਾਈਵੇਟ ਟਰਸਟ ਦੇ ਨਾਮ ਨਹੀਂ ਲਗਵਾ ਸਕਦਾ ਤੇ ਨਾ ਹੀ 115 ਕਰੋੜ ਦਾ ਕਰਜ਼ਾ ਗੁਰੂ ਘਰ ਦੀ ਜ਼ਮੀਨ ਉੱਤੇ ਮੈਂ ਲੈਣ ਦੇਣਾ ਹੈ। ਬਾਦਲ ਸਾਹਿਬ, ਮੈਨੂੰ ਲਾਲਚ ਦੇਣ ਦੀ ਲੋੜ ਨਹੀਂ ਅਤੇ ਨਾ ਹੀ ਮੈਂ ਤੁਹਾਡੇ ਦਬਾਅ ਹੇਠ ਆ ਕੇ ਗੁਰੂ ਸਾਹਿਬਾਨ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲੱਗਾ। ਉਸ ਤੋਂ ਬਾਅਦ ਮੈਨੂੰ ਸ਼ਾਹਬਾਦ ਕਾਲਜ ਤੋਂ ਮੈਡੀਕਲ ਸੁਪਰੀਟੈਂਡੈਂਟ ਦਾ ਫੋਨ ਆਇਆ ਕਿ ਸਾਨੂੰ ਜੁਰਮਾਨਾ ਪੈ ਰਿਹਾ ਹੈ, ਜ਼ਮੀਨ ਜਲਦ ਤੋਂ ਜਲਦ ਕਾਲਜ ਦੇ ਨਾਮ ਕਰਵਾਈ ਜਾਵੇ। ਮੈਂ ਸਾਫ਼ ਜਵਾਬ ਦੇ ਦਿੱਤਾ, ਮੈਂ ਨਹੀਂ ਕਰਵਾ ਸਕਦਾ। ਬਾਦਲ ਸਾਹਿਬ ਨੂੰ ਵੀ ਦੱਸ ਦਿੱਤਾ ਹੈ। ਫਿਰ 25/8/2006 ਨੂੰ ਦਮਦਮਾ ਸਾਹਿਬ ਮੈਨੂੰ ਅਵਤਾਰ ਸਿੰਘ ਮੱਕੜ SGPC ਪ੍ਰਧਾਨ ਨੇ ਕਿਹਾ, ਤੂੰ ਬਾਦਲ ਨੂੰ ਨਾਰਾਜ਼ ਨਾ ਕਰ, ਤੇਰੀ ਟਿਕਟ ਵੀ ਮਾਰੀ ਜਾਣੀ, ਤੇਰਾ ਨੁਕਸਾਨ ਹੋ ਜਾਵੇਗਾ। ਮੈਨੂੰ ਲਗਾਤਾਰ ਧਮਕੀਆਂ ਦਿੱਤੀਆਂ ਗਈਆਂ। ਜਦੋਂ 26/8/2006 ਨੂੰ ਮੈਂ ਦਫ਼ਤਰ ਆਇਆ ਤਾਂ ਹਰਬੇਅੰਤ ਸਿੰਘ ਸਕੱਤਰ, ਨਿੱਜੀ ਸਕੱਤਰ ਪ੍ਰਧਾਨ ਮੈਨੂੰ ਮਿਲ ਕੇ ਫਿਰ ਧਮਕੀਆਂ ਦੇਣ ਲੱਗੇ ਕਿ ਮੇਰੀ ਪੀਰੀ ਟਰਸਟ ਦੇ ਨਾਮ ਜ਼ਮੀਨ ਕਰ ਦੇ, ਨਹੀਂ ਤੇਰਾ ਨੁਕਸਾਨ ਹੋਵੇਗਾ। ਮੇਰਾ ਜਵਾਬ ਇਹੀ ਸੀ ਕਿ ਮੈਂ ਟਰਸਟ ਦੇ ਨਾਮ ਜ਼ਮੀਨ ਨਹੀਂ ਕਰ ਸਕਦਾ। ਉਸ ਤੋਂ ਬਾਅਦ ਕੀ ਬਣਿਆ ਕੀ ਨਹੀਂ ਬਣਿਆ, ਇਹ ਰਘਵੀਰ ਸਿੰਘ ਰਾਜਾ ਸਾਸੀ ਦਾ ਆਪਣਾ ਬਿਆਨ ਹੈ। ਜਦੋਂ ਇਸ ਨੂੰ ਕੱਢ ਦਿੱਤਾ ਗਿਆ ਸੀ SGPC ਤੋਂ, ਉਸ ਤੋਂ ਬਾਅਦ ਦੀਆਂ ਇਹ ਗੱਲਾਂ ਨੇ। ਪਰ ਗੱਲ ਉੱਥੇ ਆ ਜਾਂਦੀ ਹੈ, ਰਘਵੀਰ ਸਿੰਘ ਰਾਜਾ ਸਾਸੀ ਅਗਰ ਦਿਲੋਂ ਵਾਕਈ ਹੀ ਗੁਰੂ ਦੇ ਨਾਲ ਇੰਨਾ ਜੁੜਿਆ ਹੋਇਆ ਸੀ, ਇੰਨੀ ਸੱਚਾਈ ਇਹਨੇ ਬੋਲੀ ਹੈ, ਤਾਂ ਫਿਰ ਉਸ ਦੇ ਪਿੱਛੇ ਦੇ ਕਾਰਨ ਕੀ ਸੀ? ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਨੂੰ ਜਿੰਨਾ ਕਿ ਸਮਝ ਆਇਆ, ਕਿਉਂਕਿ ਬਹੁਤ ਵੱਡਾ ਜ਼ਮੀਨ ਦਾ ਘੁਟਾਲਾ ਸੀਗਾ, ਮਤਲਬ 115 ਕਰੋੜ ਰੁਪਏ ਦਾ ਕਰਜ਼ਾ ਅਸੀਂ ਬੈਂਕ ਤੋਂ ਲੈ ਰਹੇ ਹਾਂ। ਕਾਹਦੇ ਵਾਸਤੇ? ਇੱਕ ਪ੍ਰਾਈਵੇਟ ਇੰਸਟੀਚਿਊਟ ਵਾਸਤੇ, ਇੱਕ ਪ੍ਰਾਈਵੇਟ ਟਰਸਟ ਵਾਸਤੇ। ਤੇ ਉਸ ਟਰਸਟ ਦੀਆਂ ਕਿਸ਼ਤਾਂ ਜਿਹੜੀਆਂ ਹੈਗੀਆਂ ਨੇ, ਉਸ ਕਰਜ਼ੇ ਦੀਆਂ 115 ਕਰੋੜ ਦੀਆਂ ਕਿਸ਼ਤਾਂ ਜਿਹੜੀਆਂ ਹੈਗੀਆਂ ਨੇ, ਉਹ SGPC ਦੀ ਗੋਲਕ ਦੇ ਵਿੱਚੋਂ ਜਾਣਗੀਆਂ, ਜਿਹੜੀਆਂ ਅੱਜ ਵੀ ਜਾ ਰਹੀਆਂ ਨੇ। ਮੈਂ ਪਹਿਲਾਂ ਹੀ ਇਹਨਾਂ ਨੂੰ ਪੁੱਛਿਆ ਸੀਗਾ ਕਿ ਰਘੁਜੀਤ ਵਿਰਕ ਜਿਹੜਾ ਇਹ ਟਰਸਟ ਚਲਾ ਰਿਹਾ ਹੈ, ਬਾਦਲ ਸਾਹਿਬ ਦਾ ਬੜਾ ਚਹੀਤਾ ਹੈ, ਕਰੋੜਾਂ ਰੁਪਈਆਂ ਦੇ ਚੈੱਕ SGPC ਦੀ ਗੋਲਕ ਤੋਂ ਕਿਉਂ ਮੀਰੀ ਪੀਰੀ ਮਾਰਕੰਡੇ ਟਰਸਟ ਨੂੰ ਉਹਨੂੰ ਜਾ ਰਹੇ ਨੇ? ਮੈਡੀਕਲ ਕਾਲਜ, ਸਾਡਾ ਕੀ ਲੈਣਾ ਦੇਣਾ ਉਸ ਦੇ ਨਾਲ? ਗੁਰੂ ਘਰ ਦੀਆਂ ਤੁਸੀਂ ਜ਼ਮੀਨਾਂ ਹੜੱਪ ਲਈਆਂ, ਗੁਰੂ ਘਰ ਦੀ ਗੋਲਕ ਹੜੱਪ ਲਈ, ਗੁਰੂ ਘਰ ਤੇ ਕਰਜ਼ੇ ਚਾੜਤੇ। ਹੁਣ ਮੈਨੂੰ ਦੱਸੋ ਸੰਗਤ ਜੀ, ਅੱਜ ਜੁੱਤੀ ਮੈਂ ਤਾਂ ਹੀ ਕੱਢ ਕੇ ਰੱਖੀ ਸੀ, ਕਿਹਦੇ ਪੈਣੀ ਚਾਹੀਦੀ ਹੈ? ਧਾਮੀ ਸਾਹਿਬ ਤੁਸੀਂ ਦੱਸੋ, ਕਿਹਦੇ ਪੈਣੀ ਚਾਹੀਦੀ ਹੈ? ਕਿਹਨਾਂ ਨੇ ਗੁਰੂ ਘਰ ਦੀਆਂ ਗੋਲਕਾਂ ਲੁੱਟੀਆਂ? ਕਿਹਨਾਂ ਨੇ ਜ਼ਮੀਨਾਂ ਲੁੱਟੀਆਂ? 125 ਐਕਟ ਦੀਆਂ ਕਿਹਨਾਂ ਨੇ ਧੱਜੀਆਂ ਉਡਾਈਆਂ? ਤੇ ਜੇਕਰ ਰਘਵੀਰ ਸਿੰਘ ਰਾਜਾ ਸਾਸੀ ਦੀ ਗੱਲ ਕੀਤੀ ਜਾਵੇ, ਰਾਜਾ ਸਾਸੀ ਜੀ ਧੰਨਵਾਦ ਹੈ ਤੁਹਾਡਾ, ਤੁਸੀਂ ਆਹ ਚੀਜ਼ਾਂ ਉਦੋਂ ਉਜਾਗਰ ਕੀਤੀਆਂ। ਪਰ ਫਿਰ 2017 ਚ ਕੀ ਹੋ ਗਿਆ ਸੀਗਾ? ਬਾਦਲ ਨਾਲ ਤਾਂ ਟੁੱਟ ਗਈ ਸੀ ਨਾ। ਚਲੋ ਤੁਸੀਂ ਪੀਲੀ ਕੋਠੀ ਵੇਚੀ, ਖਾਧੀ, ਕਰੋੜਾਂ ਦੀ ਆਪਣੀ ਸੰਪੱਤੀ ਬਣਾ ਲਈ, ਇੱਕ ਪਾਸੇ ਰੱਖ ਦਿੰਦੇ ਆ ਉਹ ਵੀ। ਜੇ ਜ਼ਮੀਰ ਇੰਨਾ ਹੀ ਜਾਗਦਾ ਸੀ ਤਾਂ ਫਿਰ ਥੁੱਕ ਕੇ ਕਾਹਤੋਂ 2017 ਚ ਚੱਟਿਆ? 2017 ਚ ਜਦੋਂ ਵੋਟਾਂ ਮੰਗਣ ਵਾਸਤੇ ਤੁਹਾਡੇ ਕੋਲ ਆਏ ਤਾਂ ਫਿਰ ਉਦੋਂ ਕਿਉਂ ਨਾ ਜਵਾਬ ਦੇ ਹੋਇਆ ਹੱਥ ਜੋੜ ਕੇ ਵੀ ਭਾਈ ਨਹੀਂ ਕਰ ਸਕਦਾ? ਉਦੋਂ ਫਿਰ 50 ਲੱਖ ਨੂੰ ਮੂੰਹ ਅੱਡ ਲਿਆ ਕਿ 50 ਲੱਖ ਰੁਪਇਆ ਮੇਰਾ ਜਿਹੜਾ ਬਣਦਾ ਸੀਗਾ ਮੈਨੂੰ 11 ਚ, ਕਿਉਂਕਿ ਤੁਸੀਂ ਤਾਂ ਸੇਵਾ ਮੁਕਤ 2011 ਚ ਹੋਣਾ ਸੀਗਾ, ਫਿਰ 2017 ਚ ਕਿੱਦਾਂ ਹੋ ਗਏ? ਤੁਹਾਨੂੰ ਤਾਂ ਸਸਪੈਂਡ ਹੀ ਕਰਤਾ ਸੀ 2006 ਚ। ਦੱਸੋ ਫਿਰ 2017 ਦੇ ਵਿੱਚ ਕਿੱਦਾਂ SGPC ਦਾ ਮੈਂ ਚਿੱਠਾ ਉਹ ਵੀ ਲਾਇਆ ਸੀ ਨਾਲ। ਮਤਲਬ ਸੰਗਤ ਜੀ ਸਾਰਾ ਲਾਣਾ ਹੀ ਚੋਰਾਂ ਦਾ ਆ। ਹੁਣ ਜੇ ਮੀਰੀ ਪੀਰੀ ਟਰਸਟ ਦੇ ਵਿੱਚ ਕਿਤੇ ਰਘਵੀਰ ਸਿੰਘ ਰਾਜਾ ਸਾਸੀ ਨੂੰ ਵੀ ਮੈਂਬਰ ਬਣਾਇਆ ਹੁੰਦਾ ਤਾਂ ਫਿਰ ਇਹ ਹੋਣਾ ਹੀ ਨਹੀਂ ਸੀ, ਮਿੰਟੋ ਮਿੰਟ ਹੀ ਹੋ ਜਾਣਾ ਸੀ ਸਾਰਾ ਕੁਝ। ਪਰ ਬਾਦਲ ਸਾਹਿਬ ਆਹੀ ਇੱਕ ਗਲਤੀ ਕਰ ਗਏ, ਆਹੀ ਇੱਕ ਗਲਤੀ ਕਰ ਗਏ, ਉਹ ਸਮਝ ਹੀ ਨਹੀਂ ਸਕੇ ਅਸਲ ਗੱਲ ਕਿੱਥੇ ਸੀ। ਖੈਰ ਸੰਗਤ ਜੀ, ਹੁਣ ਤੁਸੀਂ ਤੈਅ ਕਰਨਾ ਆ ਵੀ ਇਹ ਕਿੰਨੇ ਕੀ ਸਾਡੇ ਪੰਥਕ ਆਗੂ ਨੇ, ਜਾਂ ਜਿਹੜਾ ਸਵੇਰੇ ਧਾਮੀ ਸਾਹਿਬ ਜਿਹੜਾ ਕੱਲ ਸੰਬੋਧਨ ਦੇ ਵਿੱਚ ਕਹਿ ਰਹੇ ਸੀਗੇ ਕਿ ਸਾਰਾ ਪੰਥ ਬੈਠਿਆ, ਸਾਰਾ ਪੰਥ ਬੈਠਿਆ, ਦੱਸਿਓ ਕਿੱਥੇ ਪੰਥ ਕਿੰਨਾ ਬੈਠਿਆ ਸੀ? ਠੀਕ ਹੈ ਜੀ। ਤੇ ਧਾਮੀ ਸਾਹਿਬ ਅੱਗੇ ਤੋਂ ਗੱਲ ਕਰਨੀ ਹੈ ਨਾ, ਬੇਸ਼ੱਕ ਕਹਿ ਲਿਓ ਭੌਂਕਾ, ਨਾਮ ਵੀ ਲੈ ਲਿਆ ਕਰੋ ਪ੍ਰੀਤ ਸਿੰਘ ਸੈਣੀ, ਠੀਕ ਹੈ? ਜਾਣ ਕਿਉਂ ਨਿਕਲਦੀਆਂ ਨਾਮ ਲੈਂਦੇ ਆ। ਤੇ ਜਿਹੜੇ ਬੰਦਿਆਂ ਨੂੰ ਪਟਾਉਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਨੇ ਕੀਤੀ, ਭਗਵੰਤ ਮਾਨ ਨੇ ਤੁਹਾਡੇ ਬੰਦਿਆਂ ਨੂੰ ਲਾਲਚ ਦਿੱਤਾ ਗੱਡੀ ਦਾ, ਕੋਠੀ ਦਾ, ਗਨਮੈਨਾਂ ਦਾ, ਨਾਮ ਉਹਨਾਂ ਦੇ ਲੈਂਦਿਆਂ ਕਿਉਂ ਜਾਨ ਨਿਕਲਦੀ ਆ? ਦੱਸੋ। ਮੈਂ ਬਾਏ ਨੇਮ ਦੱਸਦਾ, ਮੈਂ ਚਿੱਠੇ ਬੜੇ ਤੁਹਾਡੇ ਲਿਖੇ ਹੋਏ ਸੀ, ਅੱਜ ਪੋਤੜੇ ਬੜੇ ਫੋਲਣੇ ਸੀਗੇ, ਪਰ ਤੁਹਾਡੀ ਕੱਲ ਦੀ ਜਿਹੜੀ ਸਪੀਚ ਸੁਣ ਕੇ ਤਾਂ ਰੂਹ ਖੁਸ਼ ਹੋ ਗਈ। ਮੈਂ ਕਿਹਾ ਅੱਜ ਇੱਧਰਲੇ ਪਾਸੇ ਹੀ ਆ ਜਾਂਦੇ ਆ। ਹੁਣ ਸੰਗਤ ਜੀ ਇਹ ਫੈਸਲਾ ਤੁਸੀਂ ਕਰਨਾ। ਜੋ ਚੀਜ਼ਾਂ ਮੈਂ ਤੁਹਾਨੂੰ ਕਹਿ ਰਿਹਾ ਹਾਂ, ਹੱਥ ਬੰਨ੍ਹ ਕੇ ਬੇਨਤੀ ਹੈ, ਜੇ ਮੈਂ ਤੁਹਾਨੂੰ ਕਿਤੇ ਵੀ ਗਲਤ ਲੱਗਦਾ ਆ, ਤੁਹਾਡੀ ਜੁੱਤੀ ਮੇਰਾ ਸਿਰ, ਮੈਨੂੰ ਕਬੂਲ ਹੋਣਗੀਆਂ, ਤੁਹਾਡੀਆਂ ਜੁੱਤੀਆਂ ਵੀ, ਤੁਹਾਡੀਆਂ ਗਾਲਾਂ ਵੀ। ਪਰ ਉਸ ਪਰਮਾਤਮਾ ਨੂੰ, ਉਸ ਗੁਰੂ ਰਾਮਦਾਸ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਕਹਿਣਾ ਆ, ਕਿਸੇ ਸਿਆਸੀ ਧਿਰ ਦਾ ਮੇਰੇ ਤੇ ਕੋਈ ਦਬਾਅ ਨਹੀਂ, ਕਿਸੇ ਸਿਆਸੀ ਧਿਰ ਦੇ ਨਾਲ ਜੁੜ ਕੇ ਮੈਂ ਕੁਛ ਨਹੀਂ ਕਰ ਰਿਹਾ।
ਮੈਂ ਸਿਰਫ ਲੱਗਦਾ ਹੈ ਵੀ ਮੈਨੂੰ ਉਸ ਗੁਰੂ ਰਾਮਦਾਸ ਨੇ ਕੋਈ ਸੇਵਾ ਦਿੱਤੀ ਹੈ ਤੇ ਉਹ ਸੇਵਾ ਸਿਰਫ ਨਿਭਾ ਰਿਹਾ ਹੈ। ਇੱਕ ਪੈਸਾ ਜੇ ਕਿਸੇ ਸਿਆਸੀ ਧਿਰ ਤੋਂ ਮੇਰੇ ਖਾਤੇ 'ਚ ਕਦੇ ਟ੍ਰਾਂਸਫਰ ਹੋਇਆ ਹੋਵੇ ਤਾਂ ਤੁਸੀਂ ਦੱਸ ਦਿਓ। ਖਾਤਾ ਨੰਬਰ ਤੁਹਾਨੂੰ ਚਾਹੀਦੇ ਨੇ, ਇਨਕੁਆਇਰੀ ਤੁਸੀਂ ਕਰਵਾ ਸਕਦੇ ਹੋ। ਸਾਰੀਆਂ ਡਿਟੇਲਸ ਮੈਂ ਤੁਹਾਨੂੰ ਈਜ਼ੀਲੀ ਜਿਹਨੂੰ ਚਾਹੀਦਾ ਹੋਊਗਾ ਉਹਨੂੰ ਪ੍ਰੋਵਾਈਡ ਕਰਵਾ ਦਾਂਗਾ। ਰੱਬ ਦਾ ਦਿੱਤਾ ਬਹੁਤ ਕੁਛ ਆ। ਤੁਹਾਡੇ ਵਾਂਗੂ ਆਪਣੇ ਕਰਮ, ਆਪਣੇ ਟੱਬਰਾਂ ਦੇ ਕਰਮ, ਆਪਣੇ ਆਉਣ ਵਾਲੇ ਬੱਚਿਆਂ ਦੀਆਂ ਪੀੜ੍ਹੀਆਂ ਪਨੀਰੀਆਂ, ਉਹਨਾਂ ਦੇ ਕਰਮ ਗਾਲਣ ਦੀ ਸਾਡੀ ਹਿੰਮਤ ਨਹੀਂ ਆ। ਅਸੀਂ ਇੰਨੇ ਅਕਿਰਤ ਘਣ ਨਹੀਂ ਹੱਲੇ ਹੋਏ ਵੀ ਅਸੀਂ ਉਸ ਗੁਰੂ ਨੂੰ ਧੋਖਾ ਦਈਏ। ਤੁਹਾਡੀ ਜਮਾਤ ਵਿੱਚ ਅਸੀਂ ਕਦੇ ਨਹੀਂ ਆ ਸਕਦੇ, ਕਦੇ ਨਹੀਂ ਬਹਿ ਸਕਦੇ। ਇਹ ਇੱਕ ਅਲੱਗ ਹੀ ਜਮਾਤ ਆ। ਤੁਸੀਂ ਸਿੱਖ ਹੋ ਹੀ ਨਹੀਂ, ਤੁਸੀਂ ਸਿਰਫ ਸਿੱਖੀ ਦਾ ਭੇਖ ਧਾਰਨ ਕੀਤਾ ਆ। ਉਹ ਹੁਣ ਰੱਬ ਜਾਣੇ ਤੁਸੀਂ ਅਬਦਾਲੀ ਦੀਆਂ ਔਲਾਦਾਂ ਹੋ, ਮੱਸਾ ਰੰਗੜ ਦੀਆਂ ਹੋ, ਤੁਸੀਂ ਡੋਗਰਿਆਂ ਦੀਆਂ ਹੋ, ਤੁਸੀਂ ਔਰੰਗਜ਼ੇਬ ਦੀਆਂ ਹੋ, ਜਾਂ ਇਹਨਾਂ ਸਾਰਿਆਂ ਦੀਆਂ ਜਿਹੜਾ ਸੀਗਾ ਮਿਸ਼ਰਣ ਮਿਲ ਕੇ ਕਿਤੇ ਇੱਕ ਨਵਾਂ ਤੱਤ ਪੈਦਾ ਹੋ ਗਿਆ ਕਲਯੁਗੀ, ਤੇ ਉਹਦੀਆਂ ਹੋ। ਪਰ ਤੁਸੀਂ ਸਿੱਖ ਨਹੀਂ ਹੋ ਸਕਦੇ, ਕਿਉਂਕਿ ਗੁਰੂ ਦੇ ਸਿੱਖ, ਕਲਗੀਧਰ ਦੇ ਸਿੱਖ ਐਦਾਂ ਕੋ ਕਰਮ ਨਹੀਂ ਕਰ ਸਕਦੇ। ਉਹ ਧੀਆਂ ਭੈਣਾਂ ਦੀਆਂ ਪੱਤਾਂ ਵੱਲ ਮਾੜੀ ਨਜ਼ਰ ਨਾਲ ਦੇਖ ਨਹੀਂ ਸਕਦੇ। ਉਹ ਗੁਰੂ ਘਰਾਂ ਦੇ ਵਿੱਚ ਡਿਊਟੀਆਂ ਨਿਭਾਉਂਦੇ ਹੋਏ ਕਿਸੇ ਨੂੰ ਮੰਦੀ ਭਾਸ਼ਾ, ਮੰਦੀ ਸ਼ਬਦਾਵਲੀ ਨਹੀਂ ਬੋਲ ਸਕਦੇ। ਉਹ ਗੁਰੂ ਘਰ ਦੀ ਹਦੂਦ ਦੇ ਅੰਦਰ ਸਰਾਹਾਂ ਦੇ ਵਿੱਚ ਸ਼ਰਾਬਾਂ ਵੀ ਨਹੀਂ ਜਾ ਸਕਦੇ। ਉਹ ਗੁਰੂ ਘਰ ਦੀ ਹਦੂਦ ਦੇ ਅੰਦਰ ਮੂੰਹ ਨਹੀਂ ਮਾਰ ਸਕਦੇ ਜਨਾਨੀਆਂ ਦੇ ਨਾਲ। ਗੁਰੂ ਦੇ ਅਸਲ ਚੜ੍ਹਦੀ ਕਲਾ ਵਾਲੇ ਸਿੰਘ ਕਦੇ ਗੁਰੂ ਦੀ ਹੁੰਦੀ ਬੇਅਦਬੀ ਨਹੀਂ ਦੇਖ ਸਕਦੇ। ਉਹ ਜਰਦੇ ਤੰਬਾਕੂ ਨਹੀਂ ਲਾ ਸਕਦੇ, ਉਹ ਸਮੈਕਾਂ ਨਹੀਂ ਪੀ ਸਕਦੇ। ਇਹ ਸਭ ਕੁਝ ਤੁਹਾਡੇ ਬੰਦੇ ਕਰਦੇ ਆ। ਸਾਰੇ ਨਹੀਂ ਕਰਦੇ, ਪਰ ਤੁਹਾਡੇ ਬੰਦੇ ਕਰਦੇ ਆ। ਫਿਰ ਜੇ ਤੁਸੀਂ ਸਾਨੂੰ ਕਹਿੰਦੇ ਹੋ ਅਸੀਂ ਚੁੱਪ ਰਹੀਏ, ਨਹੀਂ ਰਹਿ ਸਕਦੇ। ਤੁਸੀਂ ਕਹਿੰਦੇ ਹੋ ਅਸੀਂ ਮੰਦੀ ਭਾਸ਼ਾ ਵਰਤਦੇ ਹਾਂ, ਤੁਹਾਡੇ ਵਾਸਤੇ ਵਰਤਦੇ ਹਾਂ। ਠੀਕ ਹੈ, ਧਾਮੀ ਭੌਂਕਾ ਭੌਂਕ ਲਿਆ ਅੱਜ। ਤੇ ਸੰਗਤ ਜੀ, ਹੁਣ ਤੁਸੀਂ ਦੱਸਣਾ ਵੀ ਅਸਲ ਭੌਂਕਾ ਕਿਹੜਾ ਆ, ਕੌਮ ਦਾ ਅਸਲ ਗੱਦਾਰ ਕਿਹੜਾ ਆ। ਤੇ ਤੁਹਾਨੂੰ ਮੈਂ ਪਹਿਲਾਂ ਹੀ ਬੇਨਤੀਆਂ ਕੀਤੀਆਂ, ਰਿਟਾਂ ਆਨਲਾਈਨ ਪਾਣੀਆਂ ਸ਼ੁਰੂ ਕਰੋ, RTIs ਪਾਣੀਆਂ ਸ਼ੁਰੂ ਕਰੋ। ਜਿੰਨੇ SSPs ਹੈਗੇ ਨੇ ਨੇੜੇ ਤੁਹਾਡੇ ਇਲਾਕੇ ਦੇ, ਉਹਨਾਂ ਨੂੰ ਲਿਖੋ ਕਿ ਆਹ ਗੱਦਾਰਾਂ ਕੋਲੋਂ ਸਾਨੂੰ ਹਿਸਾਬ ਚਾਹੀਦਾ ਆ ਸਾਡਾ। ਅਗਰ ਤੁਹਾਡੀ ਜ਼ਮੀਰ ਜਾਗਦੀ ਆ ਪੰਜਾਬੀਓ, ਚਾਹੇ ਹਿੰਦੂ ਹੋ, ਮੁਸਲਮਾਨ ਹੋ, ਸਿੱਖ ਹੋ, ਈਸਾਈ ਹੋ, ਬੋਧੀ ਹੋ, ਜੈਨੀ ਹੋ, ਪੰਜਾਬੀ ਹੋ ਨਾ, ਪੰਜਾਬ ਦੇ ਰਹਿਣ ਵਾਲੇ ਹੋ ਨਾ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਨਹੀਂ ਭੁੱਲੇ। 6-8% ਉਦੋਂ ਸਿੱਖਾਂ ਦੀ ਪਾਪੂਲੇਸ਼ਨ ਸੀ, 70% ਦੇ ਅਰਾਊਂਡ ਮੁਸਲਮਾਨਾਂ ਦੀ ਸੀ। ਬਾਕੀ ਬਚਦੀ ਪਾਪੂਲੇਸ਼ਨ ਜਿਹੜੀ ਸੀਗੀ 22% ਉਹ ਹਿੰਦੂ ਵੀਰਾਂ ਦੀ ਸੀ। ਬਾਕੀ ਜਿਹੜੀ 2-4% ਬਚਦੀ ਸੀ ਉਹ ਬਾਕੀ ਮਜ਼੍ਹਬਾਂ ਦੀ ਸੀ, ਬਾਕੀ ਧਰਮਾਂ ਦੀ ਸੀ। ਉਸ ਤੋਂ ਸੁਖੀ ਸ਼ਾਸਨ ਰਾਜ ਕਿਸ ਨੇ ਦੇਖਿਆ? ਨਹੀਂ ਦੇਖਿਆ ਨਾ। ਅਸੀਂ ਉਹੀ ਰਾਜ ਮੁੜ ਲਿਆ ਸਕਦੇ ਹਾਂ ਜੇ ਇਕੱਲੀ ਆਹ ਸੰਸਥਾ ਅਸੀਂ ਆਜ਼ਾਦ ਕਰਵਾ ਲਈਏ। ਕਦੇ ਧਰਮ ਦੇ ਨਾਮ ਤੇ ਲੜਾਈਆਂ ਨਾ ਹੋਣ, ਕੱਲਾ ਪੰਜਾਬ ਛੱਡੋ, ਪੂਰੇ ਭਾਰਤ 'ਚ ਨਾ ਹੋਣ। ਅਕਾਲ ਦਾ ਤਖਤਾ ਧਿਆਨ ਰੱਖਿਓ। ਇਸ ਕਰਕੇ ਕਹਿਣਾ ਆ, ਜੇ ਜ਼ਮੀਰਾਂ ਜਾਗਦੀਆਂ ਨੇ ਤੁਹਾਡੀਆਂ, ਰਿਟਾਂ ਤੁਸੀਂ ਪਾਣੀਆਂ ਸ਼ੁਰੂ ਕਰੋ। ਆਪਣੇ ਵੱਲੋਂ ਅਸੀਂ ਪਾ ਰਹੇ ਹਾਂ। RTIs ਭੇਜੋ, ਆਪਣੇ ਕੋਲ ਉਹਦੀ ਕਾਪੀ ਰੱਖੋ, ਸਾਨੂੰ ਸੈਂਡ ਕਰਨੀਆਂ ਸ਼ੁਰੂ ਕਰੋ ਕਿ ਆਲ ਓਵਰ ਪੰਜਾਬ ਤੋਂ, ਆਲ ਓਵਰ ਵਰਲਡ ਤੋਂ ਕਿੰਨੀਆਂ RTI ਇਹਨਾਂ ਨੂੰ ਭੇਜੀਆਂ ਗਈਆਂ SGPC ਨੂੰ, ਤੇ ਜਿਹਨਾਂ ਦੇ ਇਹਨਾਂ ਦੇ ਜਵਾਬ ਨਹੀਂ ਦਿੱਤੇ ਉਹਨਾਂ ਦੀ ਲਿਸਟ ਬਣਾ ਕੇ ਵੀ ਇਹਨਾਂ ਨੂੰ ਅਸੀਂ ਫਿਰ ਸੁਪਰੀਮ ਕੋਰਟ 'ਚ ਖਿੱਚਾਂਗੇ। SSP ਨੂੰ ਦਰਖਾਸਤਾਂ ਭੇਜੋ, ਆਨਲਾਈਨ ਭੇਜੋ, ਗਵਰਨਮੈਂਟ ਆਫ ਇੰਡੀਆ ਨੂੰ ਭੇਜੋ, ਪੰਜਾਬ ਗਵਰਨਮੈਂਟ ਨੂੰ ਭੇਜੋ, ਭਗਵੰਤ ਮਾਨ ਨੂੰ ਭੇਜੋ, ਭਰ ਦਿਓ ਸਾਈਟਾਂ ਸਾਰੀਆਂ। ਹੁਣ ਅਗਰ ਇਹ ਕਾਫਲਾ ਸ਼ੁਰੂ ਕੀਤਾ ਆ, ਹੁਣ ਮੈਨੂੰ ਇਹ ਨਾ ਲੱਗੇ ਮੈਂ ਇਕੱਲਾ ਤੁਰਿਆ ਆ। ਫਿਰ ਮੈਂ ਇਹ ਵੀ ਕਹਿਣਾ ਆ ਵੀ ਜਿਹਨਾਂ ਨੇ ਅੱਜ ਤੱਕ ਕੌਮ ਵਾਸਤੇ, ਪੰਥ ਵਾਸਤੇ ਆਵਾਜ਼ ਚੱਕੀ ਨਾ, ਜਦੋਂ ਉਹ ਆਵਾਜ਼ ਚੱਕਦੇ ਸੀ ਸਾਰਿਆਂ ਨੇ ਬੜਾ ਗੱਦਾਰ ਕਿਹਾ। ਠੀਕ ਹੈ, ਸਿੱਧੂ ਮੂਸੇਵਾਲੇ ਦੇ ਮੈਂ ਕਦੀ ਗੀਤ ਨਹੀਂ ਸੀ ਸੁਣੇ। ਪਹਿਲਾ ਗੀਤ ਮੈਂ ਉਹਦਾ SYL ਸੁਣਿਆ ਸੀ, ਉਹਦਾ ਫੈਨ ਹੋ ਗਿਆ, ਪਰ ਅਫਸੋਸ ਵੀ ਉਹਦੀ ਮੌਤ ਤੋਂ ਬਾਅਦ ਸੁਣਿਆ। ਫਿਰ ਮੈਨੂੰ ਅਹਿਸਾਸ ਹੋਇਆ ਵੀ ਉਹ ਕੀ ਸੀ। ਦੀਪ ਦੀਆਂ ਮੈਂ 7 ਤੋਂ 8 ਇੰਟਰਵਿਊਜ਼ ਕੀਤੀਆਂ, ਇੱਥੇ ਵੱਜਦਾ ਆ ਉਹ ਮੇਰੇ। ਉਹ ਜਿੱਦਾਂ ਦਾ ਸੀ, ਜੋ ਬੋਲਦਾ ਸੀ, ਕਹਿਣੀ ਕਤਨੀ ਦਾ ਪੱਕਾ ਸੀ। ਮੈਂ ਕਹਿ ਸਕਦਾ ਹਾਂ ਸੰਤਾਂ ਵਰਗਾ ਸੀ। ਕਿਸੇ ਨੂੰ ਬੁਰਾ ਲੱਗਦਾ ਲੱਗੇ। ਉਹਨਾਂ ਦੀ ਮੌਤ ਤੋਂ ਬਾਅਦ ਭੋਗਾਂ ਤੇ ਬਹੁਤ ਇਕੱਠ ਕੀਤੇ, ਤੁਸੀਂ ਬਹੁਤ ਇਕੱਠ ਕੀਤੇ। ਮੈਂ ਕਹਿੰਦਾ ਇਹਨਾਂ ਦੋਨਾਂ ਦੀ ਮੈਂ ਜੁੱਤੀ ਵਰਗਾ ਵੀ ਨਹੀਂ। ਸੰਤ ਤਾਂ ਬਹੁਤ ਉੱਤੇ ਦੀ ਚੀਜ਼ ਨੇ, ਪਰ ਮੈਂ ਦਿਲੋਂ ਇਹ ਗੱਲ ਕਹਿ ਰਿਹਾ ਹਾਂ, ਉਹਨਾਂ ਦੀ ਮੌਤ ਤੇ ਤਾਂ ਬਹੁਤ ਇਕੱਠ ਕੀਤਾ ਨਾ ਤੁਸੀਂ। ਜੇ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਨਾ, ਤੁਹਾਡੇ ਵਿੱਚੋਂ ਇੱਕ ਵੀ ਬੰਦਾ ਮੇਰੇ ਭੋਗ ਤੇ, ਮੇਰੇ ਮਰਨ ਤੇ ਮੈਨੂੰ, ਮੇਰੇ ਸਿਵੇ ਨੂੰ ਲੱਕੜਾਂ ਲਾਉਣ ਵਾਸਤੇ ਨਾ ਆਇਓ। ਇੱਕ ਵੀ ਬੰਦਾ ਨਾ ਪਹੁੰਚਿਓ, ਪੂਰੇ ਪੰਜਾਬ ਚੋਂ, ਪੂਰੇ ਭਾਰਤ ਤੋਂ, ਪੂਰੇ ਵਰਲਡ ਤੋਂ। ਜੇ ਮੈਨੂੰ ਕੱਲ ਨੂੰ ਕੁਝ ਹੋ ਜਾਂਦਾ ਹੈ, ਜੇ ਮੇਰਾ ਸਾਥ ਦੇ ਸਕਦੇ, ਜਿਉਂਦੇ ਜੀ ਦਿਓ। ਜੇ ਗੰਦ ਸਾਫ਼ ਕਰਨਾ, ਜਿਉਂਦੇ ਜੀ ਆਪਣੇ ਜ਼ਮੀਰ ਨੂੰ ਹੱਥ ਮਾਰੋ। ਸਾਥ ਦੇ ਸਕਦੇ ਹੋ, ਦਿਓ, ਹਰ ਤਰੀਕੇ ਨਾਲ, ਜਿੱਦਾਂ ਦੇ ਸਕਦੇ ਹੋ ਤੁਸੀਂ। ਹਰ ਚੀਜ਼ ਦੀ ਲੋੜ ਹੈ, ਤਨ ਮਨ ਧਨ, ਹਰ ਚੀਜ਼ ਦੀ ਲੋੜ ਹੈ। ਤਾਂ ਹੀ ਅਸੀਂ ਮਜ਼ਬੂਤ ਹੋ ਕੇ ਅੱਗੇ ਚੱਲਾਂਗੇ। ਮੈਂ ਕਿਉਂਕਿ
ਇਹ ਨਹੀਂ ਕਹਿਣਾ ਵੀ ਅਸੀਂ ਸਿਰ ਦੇਣੇ ਆ, ਨਾ, ਅਸੀਂ ਸਿਰ ਦੇਣ ਵਾਸਤੇ ਇਸ ਵਾਰ ਕੁਛ ਨਹੀਂ ਕਰਨਾ। ਅਸੀਂ ਰੱਬ ਨੇ ਇਸ ਸਿਰ ਦੇ ਅੰਦਰ ਨਾ ਦਿਮਾਗ ਦਿੱਤਾ ਆ, ਮਸਤਿਸ਼ਕ ਜਿਹਨੂੰ ਕਹਿੰਦੇ ਆ, ਇਸ ਵਾਰ ਅਸੀਂ ਉਹ ਵਰਤਣੇ ਆ, ਦੇਣੇ ਨਹੀਂ। ਇਹ ਯਾਦ ਰੱਖਿਓ, ਇਹ ਗੰਦ ਕੱਢਣਾ ਆ। ਜਿਹੜੇ ਹਲਾ ਕਰਦੇ, ਚਲੋ ਜੀ ਚਲੋ ਮੋਰਚੇ ਲਾਉਂਦੇ ਆ, ਚਲੋ ਜੀ ਚਲੋ ਅਸੀਂ ਉੱਥੇ ਜਾ ਕੇ ਹੁਣ ਧਰਨੇ ਲਾਉਂਦੇ ਆ, ਧਰਨੇ ਲਾਉਣ ਨੂੰ ਰਹਿ ਗਏ ਅਸੀਂ, ਮੋਰਚੇ ਲਾਉਣ ਨੂੰ ਰਹਿ ਗਏ ਨਾ। ਆਰੀਆਂ ਪਾਰ ਦੀ ਸਿਰ ਵਰਤ ਕੇ ਤੁਰਾਂਗੇ। ਸਿਰ ਦੇਣ ਦੀ ਜਦੋਂ ਵਾਰੀ ਆਈ ਉਦੋਂ ਦਵਾਂਗੇ ਵੀ, ਜਦੋਂ ਉਸ ਗੁਰੂ ਰਾਮਦਾਸ ਨੇ ਸਾਨੂੰ ਕਿਹਾ। ਉਹ ਮੌਕਾ ਪਰ ਆਣ ਨਹੀਂ ਦਿੰਦੇ। ਅਸੀਂ ਜਵਾਨ ਮਾਵਾਂ ਦੇ ਪੁੱਤ ਨਹੀਂ ਮਰਾਣੇ। ਅਸੀਂ ਇਹਨਾਂ ਮਸੰਦਾਂ ਤੋਂ, ਇਹਨਾਂ ਮਹੰਤਾਂ ਤੋਂ ਸਿਰਫ ਤਖਤ ਤੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਵਾਉਣੀ ਆ। ਇਸ ਕਰਕੇ ਕਹਿਣਾ ਸਿਰਫ ਵਰਤਣੇ ਸਿੱਖੋ। ਜਿਹੜਾ ਕਹਿੰਦੇ ਨੇ ਵੀ ਜੱਟ ਹੋ ਗਏ ਖੜ ਦਿਮਾਗ ਹੁੰਦੇ ਨੇ, ਅਸੀਂ ਦੇਣ ਦੀਆਂ ਗੱਲਾਂ ਪਹਿਲਾਂ ਕਰਦੇ ਹਾਂ, ਨਾ, ਅਸੀਂ ਵਰਤਣ ਦੀਆਂ ਗੱਲਾਂ ਕਰਦੀਆਂ ਨੇ। ਹੁਣ ਇਹਨਾਂ ਦੀ ਸੋਚ ਤੋਂ 10 ਕਦਮ ਅੱਗੇ ਦਾ ਸੋਚਣਾ ਸ਼ੁਰੂ ਕਰੋ। ਇਹਨਾਂ ਨੂੰ ਅਸੀਂ ਮਾਤ ਕਿੱਦਾਂ ਪਾਣੀ ਆ ਉਹ ਸੋਚੋ, ਸਟੇਟ ਕੀ ਸੋਚਦੀ ਆ ਉਹ ਸੋਚੋ, ਉਹਨਾਂ ਤੋਂ 10 ਕਦਮ ਅੱਗੇ ਦੀ ਸੋਚੋ, ਫਿਰ ਤੁਸੀਂ ਕਾਮਯਾਬ ਹੋ ਸਕਦੇ ਹੋ। 5 ਸਾਲ ਇਹ 5 ਸਾਲ ਉਹ, ਇਹਨਾਂ ਨੇ ਤੁਹਾਨੂੰ 5 ਸਾਲ ਦੇ ਵਿੱਚ ਉਲਝਾ ਕੇ ਰੱਖਤਾ। ਅਗਲੇ 50 ਸਾਲ ਦਾ ਸੋਚੋ ਕਿ ਕੌਮ ਅਗਲੇ 50 ਸਾਲ ਬਾਅਦ ਕਿੱਥੇ ਖੜੀ ਹੋਣੀ ਹੈ, ਕੌਮ ਅੱਜ ਤੋਂ 20 ਸਾਲ ਬਾਅਦ ਕਿੱਥੇ ਖੜੀ ਹੋਣੀ ਹੈ। ਉਹਦਾ ਰੋਡ ਮੈਪ ਅੱਜ ਤਿਆਰ ਕਰਾਂਗੇ ਤਾਂ ਫਰਕ ਪੈਣਾ ਆ। ਨਹੀਂ ਤਾਂ ਇਹਨਾਂ ਨੇ ਤੁਹਾਨੂੰ ਆਟੇ ਦਾਲ ਸਕੀਮਾਂ, ਠੀਕ ਹੈ, ਵਿਆਹ ਵਾਸਤੇ ਸਕੀਮਾਂ ਜਿਹੜੀਆਂ ਹੈਗੀਆਂ ਨੇ ਉਹ ਇਹਨਾਂ ਦੇ ਵਿੱਚ ਉਲਝਾ ਦੇਣਾ ਆ, ਫ੍ਰੀ ਬਿਜਲੀਆਂ ਦੇ ਵਿੱਚ ਉਲਝਾ ਦੇਣਾ ਆ, ਠੀਕ ਹੈ ਨਾ, ਮੁਆਵਜ਼ਿਆਂ ਦੇ ਵਿੱਚ ਉਲਝਾ ਦੇਣਾ ਆ। ਤੁਹਾਨੂੰ ਤੁਹਾਡੇ ਜ਼ਮੀਰ ਤੋਂ ਉੱਠਣ ਹੀ ਨਹੀਂ ਦੇਣਾ, ਤੁਹਾਨੂੰ ਭਿਖਾਰੀ ਬਣਾ ਦੇਣਾ ਆ। ਭੀਖ ਮੰਗਦੇ ਰਹੋ ਕਾਲਜ ਚੱਕ। ਫਿਰ ਇਸ ਕਰਕੇ ਕਹਿੰਦਾ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਪਨੀਰੀਆਂ ਸੇਫ ਰੱਖਣੀਆਂ ਨੇ, ਪੰਜਾਬ ਸੇਫ ਰੱਖਣਾ ਹੈ। ਪੰਜਾਬ ਦੀ ਅਗਰ ਤੁਸੀਂ ਜ਼ਮੀਰ ਜਾਗਦੀ ਰੱਖਣੀ ਆ ਪੰਜਾਬੀਓ, ਮੈਂ ਸਿਰਫ ਸਿੱਖਾਂ ਨੂੰ ਨਹੀਂ ਕਹਿ ਰਿਹਾ, ਤਾਂ ਫਿਰ ਜੋ ਗੱਲਾਂ ਮੈਂ ਕਹੀਆਂ ਨੇ ਉਹਨਾਂ ਵੱਲ ਧਿਆਨ ਦਿਓ ਤੇ ਜਾਗੋ। ਆਪਣਾ ਕੀਮਤੀ ਸਮਾਂ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਕਿ ਇੰਨਾ ਸਮਾਂ ਤੁਸੀਂ ਦਿੱਤਾ ਮੈਨੂੰ। ਪਿਆਰ ਤੁਹਾਡਾ ਸਿਰ ਮੱਥੇ ਪ੍ਰਵਾਨ ਆ। ਜਿਹੜੇ ਮੇਰੀ ਫਿਕਰ ਕਰਦੇ ਨੇ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਤੁਹਾਡੀਆਂ ਅਰਦਾਸਾਂ ਕਰਕੇ ਹੀ ਬੈਠੇ ਆ, ਉਹੀ ਹੌਸਲਾ ਦਿੰਦੀਆਂ ਨੇ। ਉਹਨਾਂ ਮਾਵਾਂ ਦਾ ਧੰਨਵਾਦ, ਉਹਨਾਂ ਮੇਰੇ ਬਜ਼ੁਰਗ ਮਾਪਿਆਂ ਦਾ, ਬਾਪੂਆਂ ਦਾ ਧੰਨਵਾਦ, ਜਿਹੜੇ ਫੋਨ ਕਰ ਕਰਕੇ ਮੈਸੇਜਾਂ ਦੇ ਵਿੱਚ ਕਹਿੰਦੇ ਨੇ ਪੁੱਤ ਚੜ੍ਹਦੀ ਕਲਾ, ਸਾਡੀ ਉਮਰ ਵੀ ਤੈਨੂੰ ਲੱਗ ਜੇ। ਲੱਗ ਗਈ ਬਾਪੂ, ਤੁਸੀਂ ਕਹਿ ਤਾਂ ਲੱਗ ਗਈ ਮਾਂ। ਪਰ ਇੰਨੀਆਂ ਕੀ ਬੇਨਤੀਆਂ ਮੇਰੀਆਂ ਪ੍ਰਵਾਨ ਕਰੋ। ਜੋ ਮੈਂ ਕਹਿਣਾ ਦਿਲੋਂ ਕਹਿਣਾ ਹੈ, ਕਿਸੇ ਦੇ ਅਧੀਨ ਹੋ ਕੇ ਨਹੀਂ ਕਹਿੰਦਾ, ਉਸ ਗੁਰੂ ਰਾਮਦਾਸ ਦੇ ਅਧੀਨ ਹੋਏ ਕਹਿਣਾ ਵੀ ਆਪਣੇ ਜ਼ਮੀਰ ਨੂੰ ਹੱਥ ਮਾਰੋ। ਰੁੜ ਰਿਹਾ ਹੈ ਸਭ ਕੁਛ। ਇੱਕ ਹੜ੍ਹ ਬਾਹਰ ਆਇਆ ਆ ਜੋ ਲੋਕਾਂ ਦੇ ਘਰ ਡੁੱਬ ਰਿਹਾ ਹੈ, ਇੱਕ ਹੜ੍ਹ ਸਾਡੀ ਸਰਮੋਰ ਜਥੇਬੰਦੀ ਵਿੱਚ ਆਇਆ ਜੋ ਪੰਥ ਡੁੱਬ ਰਿਹਾ ਆ। ਬਚਾਉਣ ਦੇ ਵਿੱਚ ਮੇਰੀ ਮਦਦ ਕਰੋ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਸਬਸਕ੍ਰਾਈਬ ਤੁਸੀਂ ਆਪ ਹੀ ਕਰ ਲੈਣਾ। ਮੈਨੂੰ ਪਤਾ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਜੇ ਕਿਸੇ ਨੇ ਮੈਂਬਰਸ਼ਿਪ ਲੈਣੀ ਹੈ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਆ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।